ਬਹੁਤ ਹੀ ਸਤਿਕਾਰਯੋਗ ਸਰੋਤਾ ਜਨ, ਮੈਂ ਆਪ ਜੀ ਦਾ ਦਾਸ ਇੰਜੀਨੀਅਰ ਸੁਖਚੈਨ ਸਿੰਘ ਲੈਲਪੁਰੀ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਆਪ ਜੀ ਨੇ ਮੇਰੇ ਵੱਲੋਂ ਕੁਝ ਮਹਾਨ ਸ਼ਖਸੀਅਤਾਂ ਦੇ ਜੀਵਨ ਉੱਤੇ ਇਤਿਹਾਸਿਕ ਖੋਜ ਦੇ ਮੁਤਾਬਕ ਪਾਈਆਂ ਹੋਈਆਂ ਵੀਡੀਓ ਨੂੰ ਬਹੁਤ ਮਾਣ ਤੇ ਸਤਿਕਾਰ ਦਿੱਤਾ ਹੈ। ਇੱਥੇ ਹੀ ਬਸ ਨਹੀਂ, ਆਪ ਜੀ ਵੱਲੋਂ ਬਹੁਤ ਸਾਰੇ ਕਮੈਂਟ ਵੀ ਆਏ ਨੇ ਔਰ ਆਪ ਜੀ ਵੱਲੋਂ ਹੋਰ ਬਹੁਤ ਸਾਰੇ ਕੋਈ 10, 12, 15 ਦੇ ਕਰੀਬ ਹੋਰ ਮਹਾਨ ਉਹਨਾਂ ਵਿਅਕਤੀਆਂ ਦੇ ਜੀਵਨ ਉੱਤੇ ਵੀਡੀਓ ਪਾਉਣ ਵਾਸਤੇ ਡਿਮਾਂਡ ਵੀ ਆਈ ਹੈ, ਮੰਗ ਵੀ ਕੀਤੀ ਗਈ ਹੈ। ਇਸ ਉੱਤੇ ਮੈਨੂੰ ਨਾਚੀਜ਼ ਨੂੰ ਬਹੁਤ ਖੁਸ਼ੀ ਹੈ, ਬਹੁਤ ਹੀ ਮੇਰਾ ਸੁਭਾਗ ਹੈ ਕਿ ਆਪ ਜੀ ਨੇ ਮੈਨੂੰ ਇਸ ਕਾਬਲ ਸਮਝਿਆ। ਮੈਂ ਆਪ ਜੀ ਨਾਲ ਇਹ ਇਕਰਾਰ ਕਰਦਾ ਹਾਂ ਕਿ ਜੋ ਲਿਸਟ ਆਪ ਜੀ ਵੱਲੋਂ ਉਹਨਾਂ ਮਹਾਨ ਵਿਅਕਤੀਆਂ ਬਾਰੇ ਮੈਨੂੰ ਭੇਜੀਆਂ ਗਈਆਂ ਨੇ, ਉਹਨਾਂ ਸਾਰਿਆਂ ਉੱਤੇ ਬਹੁਤ ਤਸੱਲੀ ਨਾਲ ਖੋਜ ਕਰਕੇ ਉਹਨਾਂ ਦੇ ਸਹੀ ਤੱਥ ਜੀਵਨ ਦੇ ਆਪ ਜੀ ਦੇ ਸਾਹਮਣੇ ਪੇਸ਼ ਕਰਨ ਦੇ ਲਈ ਮੈਂ ਆਪ ਜੀ ਦੀ ਸੇਵਾ ਕਰਾਂਗਾ। ਇਹ ਮੇਰੇ ਵਾਸਤੇ ਬੜੀ ਖੁਸ਼ੀ ਹੋਵੇਗੀ। ਅੱਜ ਫੇਰ ਅਸੀਂ ਉਸ ਵਿਅਕਤੀ ਦੀ ਗੱਲ ਕਰਾਂਗੇ ਜਿਸ ਨੂੰ ਸ਼ਹੀਦ ਦਾ ਮਾਣ ਹਾਸਲ ਹੋਇਆ ਸੀ, ਜਿਸ ਨੇ ਪੰਜਾਬ ਵਿੱਚ ਜਨਮ ਲੈ ਕੇ ਪੰਜਾਬੀਆਂ ਦੀ ਦਲੇਰੀ ਦੀ ਤਰਜਮਾਨੀ ਪੂਰੇ ਦੇਸ਼ ਵਿੱਚ ਕਰਕੇ ਵਿਖਾਈ। ਪੰਜਾਬੀ ਕੀ ਹੁੰਦੇ ਨੇ, ਪੰਜਾਬੀਆਂ ਦੇ ਵਿੱਚ ਦਲੇਰੀ ਕਿਵੇਂ ਹੁੰਦੀ ਹੈ ਤੇ ਆਪਦੇ ਉਹਨਾਂ ਫਰਜ਼ਾਂ ਤੋਂ ਪੰਜਾਬੀ ਕਿਵੇਂ ਮਰ ਮਿਟਦੇ ਨੇ, ਇਸ ਗੱਲ ਦਾ ਜਿਉਂਦਾ ਜਾਗਦਾ ਸਬੂਤ ਮੇਰੀ ਮੁਰਾਦ ਦੁੱਲਾ ਭੱਟੀ ਤੋਂ। ਦੁੱਲਾ ਭੱਟੀ ਪੰਜਾਬ ਦਾ ਉਹ ਮਹਾਨ ਨਾਇਕ ਹੈ ਜਿਨੇ ਭਾਰਤ ਦੇ ਹੁਕਮਰਾਨ ਜਿਸ ਨੂੰ ਮੁਗਲੇ ਆਜ਼ਮ ਹੋਣ ਦਾ ਮਾਣ ਹਾਸਲ ਸੀ, ਤੇ ਕਿਹਾ ਜਾਂਦਾ ਹੈ ਕਿ ਜਲਾਲੁਦੀਨ ਮੁਹੰਮਦ ਅਕਬਰ ਦੇ ਸਮੇਂ ਵਿੱਚ ਜੋ ਮੁਗਲ ਹਕੂਮਤ ਜੋਬਨ ਤੇ ਸੀ, ਓਡਾ ਵੱਡਾ ਜਲਾਲ ਉਹਦੇ ਤੋਂ ਨਾ ਪਹਿਲਾਂ ਸੀ ਤੇ ਨਾ ਉਹਦੇ ਤੋਂ ਬਾਅਦ ਵਿਚਰਿਆ। ਏਡਾ ਵੱਡੀ ਧਰਤੀ ਦੇ ਉੱਤੇ ਕਬਜ਼ਾ ਔਰ ਏਡਾ ਵੱਡਾ ਲਸ਼ਕਰ ਔਰ ਇੰਨੇ ਵਫਾਦਾਰ ਉਹਦੇ ਫੌਜੀ ਜਵਾਨ ਔਰ ਉਹਦੇ ਦਰਬਾਰ ਵਿੱਚ ਦੇਸ਼ ਦੇ ਮਹਾਨ ਪ੍ਰਸਿੱਧ ਦਿਮਾਗਦਾਰ ਵਿਅਕਤੀਆਂ 9 ਰਤਨਾਂ ਦਾ ਮਿਲਗੋਭਾ, ਇਹ ਦੁਨੀਆ ਦੀ ਇੱਕ ਮਿਸਾਲ ਸੀ। ਜਲਾਲੁਦੀਨ ਮੁਹੰਮਦ ਅਕਬਰ ਨੇ ਸੋਚਿਆ ਨਿਰਸੰਦੇਹ ਹਿੰਦੁਸਤਾਨ ਵਿੱਚ ਇਸਲਾਮੀ ਹਕੂਮਤ ਬਣ ਗਈ ਹੈ, ਪਰ ਪੂਰੇ ਹਿੰਦੁਸਤਾਨ ਵਿੱਚ ਹਿੰਦੂਆਂ ਦੀ ਗਿਣਤੀ ਮੁਸਲਮਾਨਾਂ ਨਾਲੋਂ ਕਿਤੇ ਜ਼ਿਆਦਾ ਹੈ। ਬਹੁਤ ਸਾਰੀਆਂ ਤਾਕਤਵਰ ਰਿਆਸਤਾਂ ਜਿਹਦੇ ਵਿੱਚ ਸਾਰਾ ਰਾਜਪੂਤਾਨਾ, ਸਾਰਾ ਮਹਾਰਾਸ਼ਟਰ, ਗੁਜਰਾਤ, ਬਿਹਾਰ, ਇਹ ਐਸੀਆਂ ਥਾਵਾਂ ਸਨ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਹਿੰਦੂ ਰਾਜੇ ਬਗਾਵਤ ਦੀ ਸੁਰ ਵਿੱਚ ਤਲਵਾਰ ਕੱਢ ਕੇ ਅਕਬਰ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਬੈਠੇ ਸਨ। ਅਕਬਰ ਨੇ ਸੋਚਿਆ ਕਿ ਸਾਰੀ ਜ਼ਿੰਦਗੀ ਲੜ ਕੇ ਲੰਘ ਜਾਏਗੀ, ਕਿਉਂ ਨਾ ਇਹਨਾਂ ਹਿੰਦੂਆਂ ਨੂੰ ਵੀ ਪਿਆਰ ਨਾਲ ਜੋੜ ਦਿਆ ਜਾਏ ਤੇ ਹਿੰਦੁਸਤਾਨ ਸਾਰੇ ਨੂੰ ਇਕੱਠਾ ਕਰ ਲਿਆ ਜਾਏ। ਉਹਦੇ ਦਰਬਾਰ ਦੇ ਜਿਨ੍ਹਾਂ ਦੇਸ਼ ਭਰ ਦੇ ਪ੍ਰਸਿੱਧ ਵਿਅਕਤੀਆਂ ਨੂੰ, ਜਿਨ੍ਹਾਂ ਦੇ ਕੋਲ ਕੋਈ ਨਾ ਕੋਈ ਐਸਾ ਵੱਡਾ ਹੁਨਰ ਸੀ, ਬਹੁਤ ਵੱਡਾ ਦਿਮਾਗ ਸੀ, ਬਹੁਤ ਵੱਡੀ ਸੋਚ ਸੀ, ਉਹਨਾਂ ਨੂੰ 9 ਰਤਨਾਂ ਦੀ ਉਹਨੇ ਇੱਕ ਮੀਟਿੰਗ ਬਣਾਈ। ਉਸ ਮੀਟਿੰਗ ਦੇ ਵਿੱਚ ਉਸਨੇ ਇਹ ਸ਼ਰਤ ਰੱਖੀ ਕਿ ਆਪਾਂ ਹਿੰਦੂ ਤੇ ਮੁਸਲਮਾਨਾਂ ਨੂੰ ਇਕੱਠਿਆਂ ਚਲਾਉਣ ਵਾਸਤੇ ਕੋਈ ਰਸਤਾ ਕੱਢੀਏ। ਸਾਰਿਆਂ ਦੀ ਰਾਏ ਨਾਲ ਫੈਸਲਾ ਹੋਇਆ ਕਿ
ਧਰਮ ਦੇ ਵਿੱਚ ਦੋਵਾਂ ਧਰਮਾਂ ਨੂੰ ਜੋੜ ਕੇ ਇੱਕ ਤੀਸਰੀ ਧਰਮ ਦੀ ਨਵੇਂ ਦੀ ਸ਼ੁਰੂਆਤ ਕੀਤੀ ਜਾਏ। ਇੱਕ ਕਮੇਟੀ ਤਿਆਰ ਕੀਤੀ ਗਈ ਜਿਹਦੇ ਵਿੱਚ ਹਿੰਦੂ, ਮੁਸਲਮਾਨ, ਈਸਾਈ ਤੇ ਹੋਰ ਵੀ ਕੁਝ ਲੋਕ ਸ਼ਾਮਲ ਕੀਤੇ ਗਏ। 6 ਮਹੀਨਿਆਂ ਦੇ ਵਿੱਚ ਉਸ ਕਮੇਟੀ ਨੇ ਇੱਕ ਨਵੇਂ ਧਰਮ ਦੀਨੇ ਇਲਾਹੀ ਦੀ ਫਾਈਲ ਤਿਆਰ ਕਰਕੇ ਅਕਬਰ ਨੂੰ ਪੇਸ਼ ਕਰ ਦਿੱਤੀ। ਦੂਸਰੇ ਪਾਸੇ ਅਕਬਰ ਨੇ ਹਕੂਮਤ ਦੀ ਆਮਦਨੀ ਵਧਾਉਣ ਵਾਸਤੇ ਰਾਜਾ ਟੋਡਰਮਲ ਦੀ ਜ਼ਿੰਮੇਵਾਰੀ ਵਿੱਚ ਇੱਕ ਕਮੇਟੀ ਤਿਆਰ ਕੀਤੀ, ਜਿਸ ਨੇ ਪੂਰੇ ਹਿੰਦੁਸਤਾਨ ਨੂੰ ਪਮੈਸ਼ ਕੀਤੀ, ਪੂਰੇ ਹਿੰਦੁਸਤਾਨ ਨੂੰ ਮਾਪ ਕੇ ਇਹਨੂੰ ਮਰਬਾ-ਬੰਦੀ 'ਚ, ਇਹਨੂੰ ਕਿਲ੍ਹਾ-ਬੰਦੀ ਵਿੱਚ ਤਬਦੀਲ ਕੀਤਾ ਤੇ ਉਸ ਵੇਲੇ ਸਾਰਿਆਂ ਦੀ ਨੰਬਰਿੰਗ ਕਰਕੇ ਜਿਹਨੂੰ ਅਸੀਂ ਏਕੜ ਕਹਿੰਦੇ ਹਾਂ ਜਾਂ ਕਿਲ੍ਹਾ ਕਹਿੰਦੇ ਹਾਂ, ਉਸ ਵੇਲੇ ਕਮਾਂ ਕਿਹਾ ਜਾਂਦਾ ਸੀ। ਕਮਾਹਾਂ ਵਿੱਚ ਵੰਡ ਕੇ ਤੇ ਪਰ ਕਮਾਂ ਦੇ ਹਿਸਾਬ ਦੇ ਉੱਤੇ ਟੈਕਸ ਨਿਯਤ ਕਰਕੇ ਇੱਕ ਨਵਾਂ ਕਾਨੂੰਨ ਲਾਗੂ ਕਰ ਦਿੱਤਾ। ਅਕਬਰ ਨੇ ਦੋਵੇਂ ਕਾਨੂੰਨ ਇਕੱਠੇ ਹੀ ਇੱਕ ਵੱਡਾ ਦਰਬਾਰ ਕਰਕੇ ਹਿੰਦੁਸਤਾਨ ਤੇ ਲਾਗੂ ਕਰ ਦਿੱਤੇ ਕਿ ਹਿੰਦੁਸਤਾਨ ਦੀ ਮੁਗਲਿਆ ਹਕੂਮਤ ਦਾ ਧਰਮ ਦੀਨ-ਏ ਇਲਾਹੀ ਹੋਏਗਾ ਤੇ ਹਿੰਦੁਸਤਾਨ ਵਿੱਚ ਵਸਣ ਵਾਲਿਆਂ ਨੂੰ ਇਹ ਧਰਮ ਕਬੂਲ ਕਰਨਾ ਪਏਗਾ। ਦੂਸਰਾ, ਜਿਹੜਾ ਉਹਨਾਂ ਨੇ ਰੈਵਨਿਊ ਟੈਕਸ ਲਾਇਆ, ਉਸ ਟੈਕਸ ਸਾਰਿਆਂ ਨੂੰ ਅਤਾ ਕਰਨਾ ਪਏਗਾ। ਇਹ ਗੱਲ ਤੋਂ ਬਹੁਤ ਸਾਰੇ ਹਿੰਦੂ, ਮੁਸਲਮਾਨ, ਕਿਸਾਨ, ਜ਼ਿਮੀਂਦਾਰ, ਜਗੀਰਦਾਰ ਭੜਕ ਉੱਠੇ। ਦੇਸ਼ ਵਿੱਚ ਵੱਡੀ ਬਗਾਵਤ ਉੱਠੀ, ਲੇਕਿਨ ਏਡੇ ਵੱਡੇ ਲਸ਼ਕਰ ਦਾ ਮਾਲਕ, ਏਡੇ ਦਿਮਾਗਦਾਰ ਮੰਤਰੀਆਂ ਦਾ ਵਾਰਸ ਅਕਬਰ, ਉਹਨੇ ਇਸ ਹਕੂਮਤ ਨੂੰ ਬਹੁਤ ਜਲਦੀ ਨਾਲ ਪੇਸ਼ਕਦਮੀ ਦੇ ਨਾਲ ਦਬਾ ਲਿਆ। ਇਸ ਚੀਜ਼ ਦਾ ਸੇਕ, ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਹਦੇ ਤੇ ਆਉਣਾ ਵੀ ਸੁਭਾਵਿਕ ਸੀ। ਜਦੋਂ ਇਹ ਸ਼ੇਖ ਇੱਥੇ ਪਹੁੰਚਿਆ, ਇੱਕ ਫੌਜੀ ਅਫਸਰ ਜਿਸ ਨੂੰ ਪੰਜਾਬ ਵਿੱਚੋਂ ਕਰ ਇਕੱਠਾ ਕਰਨ ਵਾਸਤੇ ਨਿਯਤ ਕੀਤਾ ਗਿਆ ਸੀ, ਜਿਸ ਦਾ ਨਾਮ ਸੀ ਬੱਗਾ ਮਲਕੇਰਾ, ਉਹਨੂੰ ਇੱਕ ਫੌਜੀ ਟੁਕੜੀ ਦੇ ਕੇ ਪੰਜਾਬ ਦੇ ਵਿੱਚੋਂ ਪਿੰਡ ਪਿੰਡ ਚੋਂ ਕਰ ਇਕੱਠਾ ਕਰਨਾ ਤੇ ਹਰ ਸਰਪੰਚ ਨੂੰ, ਹਰ ਪਿੰਡ ਦੇ ਚੌਧਰੀ ਮੋਹਤਬਾਰ ਨੂੰ, ਜ਼ਗੀਰਦਾਰ ਨੂੰ ਦੀਨ-ਏ ਇਲਾਹੀ ਦੀ ਕਿਤਾਬ ਸੌਂਪਣੀ, ਤਾਂ ਕਿ ਉਹ ਆਪਦੀ ਸਾਰੇ ਪਿੰਡ ਨੂੰ 1 ਮਹੀਨੇ ਦੇ ਵਿੱਚ ਦੀਨ-ਏ ਇਲਾਹੀ ਵਿੱਚ ਲਿਆਉਣ ਦੀ ਜ਼ਿੰਮੇਵਾਰੀ ਉਹਨਾਂ ਸਰਪੰਚਾਂ ਦੀ ਲਾਈ ਜਾਵੇ। ਇਸ ਤਰ੍ਹਾਂ ਕਰਦਿਆਂ ਜਦੋਂ ਬੱਗਾ ਮਲਕੇਰਾ ਪੰਜਾਬ ਵਿੱਚ ਚੱਲਦਾ ਸਾਂਦਲਬਾਰ ਵਿੱਚ ਪਹੁੰਚਿਆ ਤੇ ਸਾਂਦਲਬਾਰ ਦਾ ਵਡੇਰਾ, ਸਾਂਦਲਬਾਰ ਦਾ ਜਗੀਰਦਾਰ, ਸਾਂਦਲਬਾਰ ਦਾ ਮਾਲਕ, ਜਿਸ ਦਾ ਨਾਮ ਰਾਏ ਬਿਜਲੀ ਖਾਂ ਸਾਂਦਲ ਪੱਟੀ ਆਉਂਦਾ ਹੈ, ਉਹਦੇ ਤੱਕ ਪਹੁੰਚ ਕੀਤੀ। ਸਾਂਦਲ ਪੱਟੀ ਦੇ ਕੋਲ 32 ਪਿੰਡਾਂ ਦੀ ਜ਼ਗੀਰ ਸੀ। ਬਹੁਤ ਵੱਡਾ ਇਲਾਕਾ ਸੀ। ਦਰਿਆਏ ਜ਼ਿਲਮ ਤੋਂ ਦਰਿਆਏ ਰਾਵੀ ਤੱਕ ਇਹ 32 ਪਿੰਡ ਪੈਂਦੇ ਸਨ। ਉਹ ਬਹੁਤ ਜ਼ਰਖੇਤ ਜ਼ਮੀਨ ਸੀ, ਬੜਾ ਖੁਸ਼ਹਾਲ ਖੇਤੀ ਵਾਲਾ ਇਲਾਕਾ ਸੀ ਤੇ ਬੜੀ ਆਮਦਨੀ ਹੋਣ ਕਰਕੇ ਰਾਏ ਬਿਜਲੀ ਖਾਨ ਸਾਂਦਲ ਪੱਟੀ ਇੱਕ ਬਹੁਤ ਅਮੀਰ ਵਿਅਕਤੀ ਸੀ, ਬੜਾ ਦਰਦਮੰਦ ਸੀ। ਉਸਨੇ 112 ਵਿਅਕਤੀਆਂ ਦਾ ਕਾਫਲਾ ਲੈ ਕੇ ਮੱਕਾ-ਏ ਮੌਜ਼ਮਾ ਤੋਂ ਹੱਜ ਕੀਤੀ ਸੀ ਤੇ ਉਹ ਇੱਕ ਪੱਕਾ ਮੁਸਲਮਾਨ ਸੀ। ਉਹ ਆਪਦੇ ਬਾਰ ਦੇ ਹਰ ਪਿੰਡ ਵਿੱਚ ਗੇੜਾ ਮਾਰਦਾ ਸੀ, ਦੁੱਖ ਸੁੱਖ ਦਾ ਲੋਕਾਂ ਦਾ ਸਾਥ ਦਿੰਦਾ ਸੀ। ਉਹਨੇ ਇੱਕ ਦੀਵਾਨਖਾਨਾ ਬਣਾਇਆ ਹੋਇਆ ਸੀ, ਜਿਸ ਵਿੱਚ ਉਹਦੇ 32 ਪਿੰਡਾਂ ਦੇ ਲੋਕ ਪਹੁੰਚ ਕੇ ਉਹਦੇ ਅੱਗੇ ਲੋੜ ਮੁਤਾਬਕ ਫਰਿਆਦ ਕਰਦੇ ਸਨ ਤੇ ਉਹ ਉਹਨਾਂ ਦੀਆਂ ਵੇਖ ਕੇ ਲੋੜਾਂ ਪੂਰੀਆਂ ਕਰਿਆ ਕਰਦਾ ਸੀ। ਰੱਬ ਦੇ ਨਾਂ ਵਾਲਾ ਇੱਕ ਨੇਕ ਇਨਸਾਨ ਸੀ।
ਪੱਕਾ ਮੁਸਲਮਾਨ, ਕੱਟੜ ਮੁਸਲਮਾਨ ਸੀ। ਬੱਗਾ ਮਲਕੇਰਾ ਜਦੋਂ ਸ਼ਾਹੀ ਫਰਮਾਨ ਲੈ ਕੇ ਰਾਏ ਸਾਂਦਲ ਭੱਟੀ ਕੋਲ ਪਹੁੰਚਿਆ, ਉਹਦੇ ਦੀਵਾਨ ਖਾਨੇ ਦੇ ਵਿੱਚ ਉਹਨੇ ਜਾ ਕੇ ਸ਼ਾਹੀ ਹੁਕਮ ਸੁਣਾ ਦਿੱਤਾ। ਸਾਂਦਲ ਭੱਟੀ ਨੂੰ ਉਹਨੇ ਕਿਹਾ ਕਿ ਇਹ ਬਾਦਸ਼ਾਹ ਦਾ ਹੁਕਮ ਹੈ, ਇਹ ਦੋਵੇਂ ਚੀਜ਼ਾਂ ਤੁਸੀਂ 1 ਮਹੀਨੇ ਦੇ ਵਿੱਚ ਆਪਦੇ 32 ਪਿੰਡਾਂ ਦੇ ਵਿੱਚ ਲਾਗੂ ਕਰਾਉਣੀਆਂ ਨੇ। ਟੈਕਸ ਵਸੂਲ ਕਰਨਾ ਤੇ ਦੀਨੇ ਇਲਾਹੀ ਧਰਮ ਨੂੰ ਮੰਨਣਾ। ਦੀਨੇ ਇਲਾਹੀ ਦੀ ਕਿਤਾਬ ਉਹਨੇ ਸਾਂਦਲ ਭੱਟੀ ਦੇ ਅੱਗੇ ਰੱਖ ਦਿੱਤੀ। ਸਾਂਦਲ ਭੱਟੀ ਨੇ ਆਖਿਆ, ਬੱਗਾ ਮਲਕੇਰਾ ਕੋ ਹੋਰ ਵੀ ਗੱਲ ਕਰਨੀ ਹੈ ਬਾਦਸ਼ਾਹ ਵੱਲੋਂ ਤੂੰ? ਕਹਿਣ ਲੱਗਾ, ਨਹੀਂ ਬਸ ਮੈਂ ਉਹਦੀ ਗੱਲ ਮੁਕਾ ਦਿੱਤੀ ਹੈ। ਸਾਂਦਲ ਭੱਟੀ ਨੇ ਕਿਹਾ, ਪਹਿਲੇ ਨੰਬਰ ਤੇ ਦੀਨੇ ਇਲਾਹੀ ਨੂੰ ਮੈਂ ਨਹੀਂ ਮੰਨਦਾ। ਮੈਂ ਪੈਗੰਬਰੇ ਇਸਲਾਮ ਹਜ਼ਰਤ ਮੁਹੰਮਦ ਸਾਹਿਬ ਵੱਲੋਂ ਕੀਤੇ ਗਏ ਹੁਕਮ ਦੇ ਮੁਤਾਬਕ ਕੁਰਾਨ ਸ਼ਰੀਫ ਨੂੰ ਆਪਦਾ ਧਰਮ ਮੰਨਦਾ। ਮੇਰਾ ਸਿਰ ਕੁਰਾਨ ਸ਼ਰੀਫ ਅੱਗੇ ਝੁਕਦਾ ਹੈ। ਮੇਰੀ ਧਾਰਮਿਕ ਗ੍ਰੰਥ ਕੁਰਾਨ ਸ਼ਰੀਫ ਹੈ। ਇਸ ਕਰਕੇ ਮੈਂ ਤੁਹਾਡੀ ਦੀਨੇ ਇਲਾਹੀ ਦੀ ਇਸ ਕਿਤਾਬ ਨੂੰ ਲੈਣ ਤੋਂ ਇਨਕਾਰ ਕਰਦਾ। ਦੂਸਰੀ ਗੱਲ ਜਿਹੜੀ ਟੈਕਸ ਦੇਣ ਦੀ ਹੈ, ਉਹ ਇਹ ਹੈ ਕਿ ਇਸ ਜੰਗਲ ਨੂੰ ਪੱਟ ਕੇ ਬੜੀ ਮੁਸ਼ਕਿਲ ਨਾਲ ਅਸੀਂ ਆਬਾਦ ਕੀਤਾ ਹੈ ਤੇ ਅਸੀਂ ਆਪ ਮਿਹਨਤ ਕਰਕੇ ਤੇ ਫਸਲਾਂ ਬੀਜਨੇ ਆ ਤੇ ਉਸ ਅੱਲਾ ਦੇ ਕਰਮ ਨਾਲ ਸਾਨੂੰ ਅਨਾਜ ਪ੍ਰਾਪਤ ਹੁੰਦਾ ਹੈ। ਇਹਦੇ ਵਿੱਚ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ। ਇਸ ਕਰਕੇ ਅਸੀਂ ਸਰਕਾਰ ਨੂੰ ਕਿਸੇ ਕਿਸਮ ਦਾ ਕੋਈ ਟੈਕਸ ਦੇਣ ਦੀ ਪਾਬੰਦ ਨਹੀਂ। ਮੈਂ ਇਸ ਗੱਲ ਤੋਂ ਵੀ ਤੈਨੂੰ ਹੁਣੇ ਹੀ ਜਵਾਬ ਦਿੰਦਾ। ਤੀਸਰੀ ਗੱਲ ਮੇਰੀ ਤੂੰ ਸੁਣ ਲੈ। ਤੁਸੀਂ ਮੇਰੀ ਬਾਰ ਦੇ ਇਸ ਰਸਤੇ ਦੇ ਵਿੱਚੋਂ ਦੀ ਲੰਘ ਕੇ ਕਾਬਲ ਜਾਂਦੇ ਹੋ। ਤੁਹਾਡੇ 100, 200, 500 ਘੋੜ ਸਵਾਰ ਜਦੋਂ ਇਸ ਰਸਤੇ ਚੋਂ ਲੰਘਦੇ ਨੇ, ਸਾਡੀਆਂ ਸੜਕ ਦੇ ਦੋਵੇਂ ਪਾਸੇ ਫਸਲਾਂ ਦਾ ਨੁਕਸਾਨ ਤੁਹਾਡੇ ਘੋੜੇ ਕਰਦੇ ਨੇ। ਅਸੀਂ ਤੁਹਾਨੂੰ ਕਿਸੇ ਕਿਸਮ ਦਾ ਕੋਈ ਟੈਕਸ ਨਹੀਂ ਦੇਣਾ, ਪਰ ਅੱਜ ਤੋਂ ਅਸੀਂ ਤੁਹਾਨੂੰ ਇੱਥੋਂ ਲੰਘਣ ਦਾ 5% ਟੈਕਸ ਲਾਵਾਂਗੇ। ਤੁਹਾਨੂੰ 5% ਟੈਕਸ ਦੇ ਕੇ ਇੱਥੋਂ ਗੁਜ਼ਰਨਾ ਪਏ ਕਰੇਗਾ। ਇਹ ਗੱਲ ਮੇਰੀ ਜਾ ਕੇ ਤੂੰ ਅਕਬਰ ਬਾਦਸ਼ਾਹ ਨੂੰ ਕਹਿ ਦੇ। ਇਹ ਸੁਣ ਕੇ ਬੱਗਾ ਮਲਕੇਰਾ ਨੂੰ ਅੱਗ ਲੱਗ ਉੱਠੀ। ਵਾਪਸ ਪਹੁੰਚ ਕੇ 2-4 ਗੱਲਾਂ ਕੋਲੋਂ ਲਾ ਕੇ ਅਕਬਰ ਨੂੰ ਤੈਸ਼ ਦੇ ਦਿੱਤੀ। ਉਹ ਤੁਹਾਨੂੰ ਵੀ ਨਹੀਂ ਮੰਨਦਾ, ਤੁਹਾਡੇ ਹੁਕਮ ਨੂੰ ਵੀ ਨਹੀਂ ਮੰਨਦਾ, ਤੁਹਾਡੇ ਇਸਲਾਮ ਨੂੰ ਵੀ, ਧਰਮ ਨੂੰ ਵੀ ਨਹੀਂ ਮੰਨਦਾ। ਅਗਰ ਉਹਨੇ ਨਾ ਮੰਨਿਆ, ਉਹਦੇ 32 ਪਿੰਡਾਂ ਨੇ ਇਨਕਾਰ ਕਰ ਦਿੱਤਾ ਤੇ ਬਾਦਸ਼ਾਹ ਸਲਾਮਤ ਸਾਰੇ ਹਿੰਦੁਸਤਾਨ ਵਿੱਚ ਤੁਹਾਡੇ ਇਹ ਗੱਲ ਫੈਲ ਜਾਏਗੀ ਤੇ ਜਿਹੜੀ ਬਗਾਵਤ ਆਪਾਂ ਦਬਾਈ ਉਹ ਫਿਰ ਪ੍ਰਜੰਟ ਹੋ ਜਾਏਗੀ ਤੇ ਸਾਨੂੰ ਕਿਸੇ ਨੇ ਵੀ ਨਹੀਂ ਮੰਨਣਾ। ਇਸ ਕਰਕੇ ਇਹਨੂੰ ਬਗਾਵਤ ਨੂੰ ਹੁਣੇ ਸਖਤੀ ਨਾਲ ਦਬਾਇਆ ਜਾਏ। ਗੁੱਸੇ ਚ ਆਏ ਅਕਬਰ ਨੇ ਬੱਗਾ ਮਲਕੇਰਾ ਨੂੰ ਹੁਕਮ ਕੀਤਾ ਕਿ ਲਾਹੌਰ ਤੋਂ ਕੁਛ ਹੋਰ ਸਾਥੀ ਨਾਲ ਲੈ ਕੇ ਤੁਸੀਂ ਸਾਂਦਲ ਭੱਟੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਕਿਲੇ ਚ ਲੈ ਕੇ ਆਓ। ਮੈਂ ਦਿੱਲੀੋਂ ਉੱਥੇ ਪਹੁੰਚ ਰਿਹਾ। ਸਾਂਦਲ ਭੱਟੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਕਿਲੇ ਚ ਲਿਆਂਦਾ ਗਿਆ। ਅਕਬਰ ਦੇ ਰੂਬਰੂ ਪੇਸ਼ ਕੀਤਾ ਗਿਆ। ਅਕਬਰ ਨੇ ਜਦੋਂ 3 ਸਵਾਲ ਉਹਦੇ ਅੱਗੇ ਰੱਖੇ, ਸਾਂਦਲ ਭੱਟੀ ਨੇ 3 ਸਵਾਲਾਂ ਦਾ ਉਹੀ ਜਵਾਬ ਅਕਬਰ ਨੂੰ ਦਿੱਤਾ ਜੋ ਉਹਨੇ ਬੱਗਾ ਮਲਕੀਰਾ ਨੂੰ ਦਿੱਤਾ ਸੀ। ਅਕਬਰ ਨੂੰ ਬੜਾ ਗੁੱਸਾ ਤੈਸ਼ ਆਈ। ਉਹਨੇ ਕਿਹਾ, ਤੂੰ ਇੱਕ ਛੋਟਾ ਜਿਹਾ ਜ਼ਿਮੀਂਦਾਰ ਹੋ ਕੇ ਹਿੰਦੁਸਤਾਨ ਦੀ ਹਕੂਮਤ ਦੇ ਲੰਘਣ ਵਾਲੇ ਰਸਾਲੇ ਨੂੰ ਟੈਕਸ ਲਾਏਗਾ? ਉਹਨੇ ਕਿਹਾ, ਹਾਂ ਬਿਲਕੁਲ, ਮੇਰਾ ਟੈਕਸ ਲਾਉਣ ਦਾ ਸ਼ੌਂਕ ਨਹੀਂ,
ਮੈਂ ਟੈਕਸ ਤਾਂ ਲਾਵਾਂਗਾ ਕਿਉਂਕਿ ਲੰਘਣ ਵਾਲੇ ਘੋੜੇ ਸਾਡੀਆਂ ਫਸਲਾਂ ਦਾ ਨੁਕਸਾਨ ਕਰਦੇ ਨੇ। ਤੁਸੀਂ ਸਾਡੀਆਂ ਫਸਲਾਂ ਦਾ ਨੁਕਸਾਨ ਦਾ ਕੋਈ ਹੱਲ ਕੱਢ ਦਿਓ ਤੇ ਮੈਂ ਨਹੀਂ ਲਾਵਾਂਗਾ। ਦੂਸਰੀ ਗੱਲ, ਅਕਬਰ ਨੇ ਕਿਹਾ ਤੈਨੂੰ ਕਿਸੇ ਨੇ ਇਹ ਨਹੀਂ ਸਿਖਾਇਆ ਕਿ ਜਦੋਂ ਕਿਸੇ ਬਾਦਸ਼ਾਹ ਦੇ ਸਾਹਮਣੇ ਰੂਬਰੂ ਪੇਸ਼ ਹੋਈਦਾ ਉਹਨੂੰ ਸਿਰ ਝੁਕਾ ਕੇ ਸਜਦਾ ਕਰੀਦਾ। ਨਵਾਬ ਸਾਂਦਲ ਪੱਟੀ ਨੇ ਕਿਹਾ ਬਾਦਸ਼ਾਹ ਸਲਾਮਤ, ਮੈਂ ਮੱਕੇ ਦਾ ਹਾਜੀ ਹਾਂ, ਮੇਰਾ ਸਿਰ ਹਜ਼ਰਤ ਮੁਹੰਮਦ ਸਾਹਿਬ ਅੱਗੇ ਝੁਕਦਾ ਹੈ, ਮੇਰਾ ਸਿਰ ਕੁਰਾਨ ਸ਼ਰੀਫ ਅੱਗੇ ਝੁਕਦਾ ਹੈ। ਮੈਂ ਜਿੰਨੀ ਵਾਰੀ ਦਿਨ ਚ ਨਮਾਜ਼ ਕਰਦਾ ਹਾਂ ਉਨੀ ਵਾਰੀ ਮੇਰਾ ਸਿਰ ਮੇਰੇ ਉਸ ਰੱਬ ਅੱਗੇ, ਉਸ ਪਰਵਰਦਿਗਾਰ ਅੱਗੇ ਝੁਕਦਾ ਹੈ। ਇਹ ਸਿਰ ਜਿਹੜਾ ਉਸ ਰੱਬ ਅੱਗੇ ਝੁਕਦਾ ਹੈ ਨਾ, ਇਹ ਕਿਸੇ ਇਨਸਾਨ, ਕਿਸੇ ਮਨੁੱਖ ਅੱਗੇ ਨਹੀਂ ਝੁਕੇਗਾ। ਅਕਬਰ ਨੇ ਕਿਹਾ ਜਿਹੜਾ ਸਿਰ ਮੇਰੇ ਅੱਗੇ ਝੁਕੇ ਨਾ, ਮੈਂ ਉਹਨੂੰ ਕਲਮ ਕਰ ਦੇਣਾ। ਸਾਂਦਲ ਭੱਟੀ ਨੇ ਆਖਿਆ ਅਕਬਰ ਬਾਦਸ਼ਾਹ, ਤੂੰ ਵਕਤ ਦਾ ਬਾਦਸ਼ਾਹ ਹੈ, ਤੂੰ ਆਪਦੀ ਮਰਜ਼ੀ ਕਰ। ਸਾਂਦਲ ਭੱਟੀ ਆਪਦੇ ਮਨ ਦਾ ਬਾਦਸ਼ਾਹ ਹੈ, ਮੈਂ ਉਹਦੀ ਮਰਜ਼ੀ ਕਰਾਂਗਾ। ਮੈਂ ਉਹਦਾ ਸਿਰ ਤੇਰੇ ਅੱਗੇ ਨਹੀਂ ਝੁਕਾਵਾਂਗਾ। ਤੇਰੇ ਕੋਲ ਜੋ ਹੁੰਦਾ ਹੈ ਉਹ ਤੂੰ ਕਰ ਸਕਦਾ। ਗੁੱਸੇ ਚ ਆਏ ਅਕਬਰ ਨੇ ਕਾਜੀ ਨੂੰ ਕਿਹਾ ਇਹਦੇ ਉੱਤੇ ਫਤਵਾ ਲਾਓ। ਕਾਜੀ ਨੇ ਹਕੂਮਤ ਦਾ ਬਾਗੀ ਹੋਣ ਦਾ ਫਤਵਾ ਲਾ ਕੇ ਉਹਦਾ ਸਿਰ ਕਲਮ ਕਰਨ ਦਾ ਉਹਦੇ ਤੇ ਹੁਕਮ ਕਰ ਦਿੱਤਾ। ਇਹ ਸਿਰ ਕਲਮ ਕਰਨ ਦੀ ਜ਼ਿੰਮੇਵਾਰੀ ਸਾਰੀ ਦੀ ਸਾਰੀ ਉਹਦੇ ਬੱਗਾ ਮਲਕੇਰਾ ਦੇ ਜ਼ਿੰਮੇ ਲਾ ਦਿੱਤੀ ਗਈ। ਬੱਗਾ ਮਲਕੇਰਾ ਨੇ ਸਾਂਦਲ ਭੱਟੀ ਦਾ ਸਿਰ ਕੱਟਿਆ, ਇੱਕ ਬੋਰੀ ਦੇ ਵਿੱਚ ਉਸਨੂੰ ਪਾ ਕੇ, ਬੋਰੇ ਨੂੰ ਸਿਉਂ ਕੇ, ਉਸ ਬੋਰੇ ਨੂੰ ਸਾਂਦਲ ਭੱਟੀ ਦੇ ਪਿੰਡ ਪਿੰਡੀ ਭੱਟੀਆਂ ਉਹਦੇ ਦੀਵਾਨਖਾਨੇ ਚ ਪਹੁੰਚਾ ਦਿੱਤਾ। ਪਰਿਵਾਰ ਨੇ ਪੁੱਛਿਆ ਇਹ ਕੀ ਹੈ? ਬੱਗਾ ਮਲਕੇਰਾ ਨੇ ਮਸ਼ਕਰੀ ਕਰਦਿਆਂ ਕਿਹਾ ਹਕੂਮਤ ਵੱਲੋਂ ਕੋਈ ਤੋਹਫੇ ਤੁਹਾਨੂੰ ਭੇਜੇ ਗਏ ਨੇ। ਕਹਿੰਦੇ ਨੇ ਕਿ ਜਦੋਂ ਪਿੰਡ ਦੇ ਪੰਚਾਇਤ ਇਲਾਕੇ ਦੇ ਮੋਹਤਬਾਰਾਂ ਨੇ ਉਸ ਬੋਰੇ ਨੂੰ ਖੋਲ੍ਹਿਆ, ਉਹਨਾਂ ਦੀਆਂ ਚੀਕਾਂ ਨਿਕਲ ਗਈਆਂ ਕਿ ਉਹਨਾਂ ਦੇ ਜਾਨ ਤੋਂ ਪ੍ਰਾਣਾਂ ਤੋਂ ਪਿਆਰੇ ਉਹਨਾਂ ਦੇ ਨਵਾਬ ਸਾਂਦਲ ਭੱਟੀ ਦੀ ਸਿਰ ਕੱਟੀ ਹੋਈ ਉਹਦੇ ਵਿੱਚ ਲਾਸ਼। ਬੱਤੀਆਂ ਪਿੰਡਾਂ ਵਿੱਚ ਹਾਹਾਕਾਰ ਮਚ ਗਈ। ਸਾਂਦਲ ਭੱਟੀ ਕਤਲ ਕਰ ਦਿੱਤਾ ਗਿਆ, ਸਾਂਦਲ ਭੱਟੀ ਸ਼ਹੀਦ ਕਰ ਦਿੱਤਾ ਗਿਆ। ਸਾਂਦਲ ਭੱਟੀ ਇੱਕ ਜਵਾਨ ਮਰਦਾਂ ਦੀ, ਬਹਾਦਰਾਂ ਦੀ ਮੌਤ ਮਰ ਗਿਆ, ਪ੍ਰਵਾਨ ਚੜ ਗਏ। ਜਦੋਂ ਉਸਨੂੰ ਦਫਨਾਇਆ ਗਿਆ, ਉਹਦੇ ਇਕਲੌਤੇ ਪੁੱਤਰ ਜਿਸ ਦਾ ਨਾਮ ਇਤਿਹਾਸ ਵਿੱਚ ਰਾਏ ਗੁਲਾਮ ਫਰੀਦ ਭੱਟੀ ਕਰਕੇ ਆਉਂਦਾ ਹੈ, ਉਹਦੀ ਉਮਰ ਕਹਿੰਦੇ ਨੇ ਕਿ 13.5 ਸਾਲ ਦੀ ਸੀ। ਗੁਲਾਮ ਫਰੀਦ ਭੱਟੀ ਨੇ ਜਦੋਂ ਨਮਾਜ਼ੇ ਜਨਾਜ਼ਾ ਪੜ੍ਹੀ ਤੇ ਆਪਦੀ ਮੁੱਠ ਨਾਲ ਪਹਿਲੀ ਵਾਰੀ ਜਦੋਂ ਬਾਪ ਦੀ ਲਾਸ਼ ਉੱਤੇ ਮਿੱਟੀ ਪਾਈ ਤੇ ਨਾਲ ਹੀ ਉਸਨੇ ਇੱਕ ਐਸਾ ਹਲਫ ਲਿਆ, ਐਸਾ ਉਸਨੇ ਇੱਕ ਪ੍ਰਤਿਗਿਆ ਕੀਤੀ ਤੇ ਕਿਹਾ ਅੱਬਾ ਜਾਨ, ਜੋ ਅਸੂਲ ਤੁਸਾਂ ਬਣਾਏ ਨੇ ਇਹ ਤੁਹਾਡਾ ਬੇਟਾ ਉਹਨਾਂ ਅਸੂਲਾਂ ਤੇ ਚੱਲੇਗਾ। ਸਰਕਾਰ ਨਾਲ ਇਸੇ ਤਰ੍ਹਾਂ ਹੀ ਟੱਕਰ ਚੱਲਦੀ ਰਹੇਗੀ। ਮੈਨੂੰ ਵੀ ਭਾਵੇਂ ਕੁਰਬਾਨ ਹੋਣਾ ਪਵੇ, ਮੈਂ ਤੇਰੇ ਨਾਮ ਨੂੰ ਇਸੇ ਤਰ੍ਹਾਂ ਰੋਸ਼ਨ ਕਰਾਂਗਾ। ਕੁਝ ਸਮੇਂ ਲਈ ਬਗਾਵਤ ਸ਼ਾਂਤ ਹੋ ਗਈ। ਇਲਾਕਾ ਨਿਵਾਸੀਆਂ ਨੇ ਡਰ ਭੈ ਵਿੱਚ ਆ ਕੇ ਟੈਕਸ ਦੇਣਾ ਸ਼ੁਰੂ ਕਰ ਦਿੱਤਾ। ਬੱਗਾ ਮਲਕੇਰਾ ਦੀ ਚੜ੍ਹ ਮਚ ਗਈ। ਰਾਏ ਗੁਲਾਮ ਫਰੀਦ ਦੇ ਜਵਾਨ ਹੋਣ ਦੀ ਦੇਰ ਸੀ, ਉਹਨੇ ਫਿਰ ਤੋਂ ਆਪਦੇ ਜਦੋਂ ਪਕੜ ਸੰਭਾਲੀ
ਰਿਆਸਤ ਦੀ ਉਸਨੇ ਬਾਪ ਦੇ ਬਣਾਏ ਹੋਏ ਕਾਨੂੰਨ ਲਾਗੂ ਕਰ ਦਿੱਤੇ। ਇਸ ਦੌਰਾਨ ਉਹਦੀ ਸ਼ਾਦੀ ਜਨੇਊਟ ਦੀ ਬਾਰ ਦੇ ਮਾਲਕ ਰਹਿਮਤ ਖਾਂ ਦੀ ਇਕਲੌਤੀ ਲਾਡਲੀ ਭੈਣ ਲੱਦੀ ਦੇ ਨਾਲ ਹੋ ਗਈ। ਹੁਣ ਜਿੱਥੇ ਗੁਲਾਮ ਫਰੀਦ ਕੋਲ 32 ਪਿੰਡਾਂ ਦੀ ਰਿਆਸਤ ਸੀ, ਹੁਣ ਉਹਦੇ ਸਹੁਰਿਆਂ ਦੇ 32-36 ਪਿੰਡ ਹੋਰ ਨਾਲ ਜੁੜ ਗਏ। ਉਹਦੀ ਤਾਕਤ ਹੋਰ ਵੱਧ ਗਈ। ਉਹ ਪੂਰੀ ਤਾਕਤ ਵਿੱਚ ਜਦੋਂ ਆਇਆ, ਉਹਨੇ ਆਪਦੇ ਬਾਪ ਵਾਲੇ ਪੂਰੇ ਕਾਨੂੰਨ ਲਾਗੂ ਕਰ ਦਿੱਤੇ। ਉਹਨੇ ਲੰਘਣ ਵਾਲਿਆਂ ਤੋਂ ਟੈਕਸ ਵਸੂਲਣਾ, ਜਿਨ੍ਹਾਂ ਨੇ ਟੈਕਸ ਦੇ ਦੇਣਾ ਉਹਨਾਂ ਨੂੰ ਆਰਾਮ ਨਾਲ ਲੰਘਣ ਦੇਣਾ, ਜਿਨ੍ਹਾਂ ਨੇ ਟੈਕਸ ਤੋਂ ਇਨਕਾਰੀ ਹੋਣਾ ਉਹਨਾਂ ਨੂੰ ਕੁੱਟ ਮਾਰ ਕੇ ਭਜਾ ਦੇਣਾ ਤੇ ਉਹਨਾਂ ਦਾ ਸਾਰਾ ਸਮਾਨ ਲੁੱਟ ਲੈਣਾ ਤੇ ਗਰੀਬਾਂ 'ਚ ਤਕਸੀਮ ਕਰ ਦੇਣਾ। ਕਿਉਂਕਿ ਆਪ ਉਹ 32 ਪਿੰਡਾਂ ਦੇ ਮਾਲਕ ਸਨ, ਉਹਨਾਂ ਨੂੰ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਉਹ ਆਪ ਕੁਛ ਨਹੀਂ ਰੱਖਦੇ ਸਨ। ਨਾ ਹੀ ਇਹ ਭੱਟੀ ਪਰਿਵਾਰ ਡਾਕੂ ਤੇ ਲੁਟੇਰਾ ਸੀ। ਕੁਛ ਅਣਜਾਣ ਇਤਿਹਾਸਕਾਰਾਂ ਨੇ ਉਹਨਾਂ ਦੇ ਨਾਂ ਨਾਲ ਡਾਕੂ ਜਾਂ ਲੁਟੇਰੇ ਵੀ ਲਿਖਿਆ ਹੈ। ਮੇਰੀ ਰਿਸਰਚ ਦੇ ਮੁਤਾਬਕ ਜੋ ਮੈਂ ਕੋਈ 12-15 ਕਿਤਾਬਾਂ ਪੜ੍ਹੀਆਂ ਨੇ, ਉਹਨਾਂ ਦੇ ਵਿੱਚੋਂ ਨਿਚੋੜ ਦੇ ਮੁਤਾਬਕ ਉਹ ਨਾ ਡਾਕੂ ਸਨ, ਨਾ ਲੁਟੇਰੇ ਸਨ। ਉਹ ਇੱਕ ਦਲੇਰ, ਜਿੰਦਾ ਦਿਲ, ਨੇਕ, ਰੱਬ ਨੂੰ ਮੰਨਣ ਵਾਲੇ, ਉਹ ਰੱਬ ਨਾਲ ਰੰਗੀ ਹੋਈ, ਰੱਬ ਦੇ ਰੰਗ ਵਿੱਚ ਰੰਗੀ ਹੋਈ ਰੂਹ ਦੇ ਮਾਲਕ ਸਨ। ਇਹੋ ਹੀ ਗੱਲ ਫੇਰ ਦੁਬਾਰਾ ਦੁਹਰਾਈ ਗਈ। ਇਤਿਹਾਸ ਕਹਿੰਦੇ ਨੇ ਆਪਣੇ ਆਪ ਨੂੰ ਦੁਹਰਾਉਂਦਾ ਹੈ। ਉਸੇ ਬੱਗਾ ਮਲਕੇਰਮ ਨੇ ਫੇਰ ਜਾ ਕੇ ਅਕਬਰ ਦੇ ਕੰਨ ਭਰੇ ਕਿ ਇੰਨੇ ਸਾਲਾਂ ਬਾਅਦ ਹੁਣ ਉਹਨੇ ਪੁੱਤਰ ਉਸਦੇ ਨੇ ਕਮਾਂਡ ਸੰਭਾਲੀ ਹੈ, ਬਾਪ ਦੀ ਰਾਹ ਫਿਰ ਚੱਲ ਪਿਆ। ਉਹਨੇ ਮੇਰੇ ਟੈਕਸ ਵੀ ਰੋਕ ਲਏ ਨੇ ਤੇ ਉਹਨੇ ਮੇਰੇ ਉੱਤੇ ਟੈਕਸ ਲਾਗੂ ਵੀ ਕਰ ਦਿੱਤੇ ਨੇ ਤੇ ਮੈਨੂੰ ਜ਼ਲੀਲ ਵੀ ਕੀਤਾ। ਦੁਬਾਰਾ ਅਕਬਰ ਨੇ ਫਿਰ ਉਸੇ ਚੀਜ਼ ਨੂੰ ਫਿਰ ਦੁਹਰਾਇਆ। ਉਹਨੇ ਕਿਹਾ ਮੈਂ ਲਾਹੌਰ ਪਹੁੰਚ ਰਿਹਾ, ਫਰੀਦ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਕੇ ਮੇਰੇ ਰੂਬਰੂ ਪੇਸ਼ ਕੀਤਾ ਜਾਏ। ਫਰੀਦ ਨੂੰ ਉਸੇ ਤਰ੍ਹਾਂ ਸ਼ਾਹੀ ਲਸ਼ਕਰ ਨੇ ਗ੍ਰਿਫਤਾਰ ਕੀਤਾ, ਅਕਬਰ ਬਾਦਸ਼ਾਹ ਦੇ ਰੂਬਰੂ ਪੇਸ਼ ਕੀਤਾ ਗਿਆ। ਇੱਥੇ ਵੀ ਉਹੋ ਹੀ ਘਟਨਾ ਵਾਪਰੀ ਜੋ ਅੱਜ ਤੋਂ ਕਈ ਸਾਲ ਪਹਿਲਾਂ ਸਾਂਦਲ ਭੱਟੀ ਦੇ ਦਿਆਂ ਵਾਪਰੀ ਸੀ। ਨਾ ਫਰੀਦ ਨੇ ਅਕਬਰ ਨੂੰ ਸਜਦਾ ਕੀਤਾ, ਅਕਬਰ ਦੇ ਬਣਾਏ ਹੋਏ ਦੋਨਾਂ ਕਾਨੂੰਨਾਂ ਤੋਂ ਫਰੀਦ ਇਨਕਾਰੀ ਹੋਇਆ ਤੇ ਭਰੇ ਦਰਬਾਰ ਵਿੱਚ ਹਿੰਦੁਸਤਾਨ ਦੇ ਸ਼ਹਿਨਸ਼ਾਹ ਅਕਬਰ ਨੂੰ ਲਲਕਾਰ ਕੇ ਫਰੀਦ ਨੇ ਕਿਹਾ, ਤੂੰ ਜੋ ਕਰ ਸਕਣਾ ਵਕਤ ਦਾ ਬਾਦਸ਼ਾਹ ਕਰ ਲੈ, ਮੈਂ ਉਹਦੇ ਤੋਂ ਇਸ ਬਾਪ ਦੇ ਬਣਾਏ ਹੋਏ ਅਸੂਲਾਂ ਤੋਂ ਟੱਸ ਤੋਂ ਮਸ ਨਹੀਂ ਹੋਣਾ। ਅਕਬਰ ਨੇ ਕਿਹਾ, ਮੈਂ ਤੈਨੂੰ ਐਸੀ ਮੌਤ ਮਾਰਾਂਗਾ, ਤੇਰੀ ਬਾਰ ਤਾਂ ਕੀ ਇਹ ਸਮੁੱਚੇ ਲਾਹੌਰ ਦੇ ਇਲਾਕੇ ਦੇ ਲੋਕ ਕੰਬ ਜਾਣਗੇ। ਕੋਈ ਜੁਰਤ ਨਹੀਂ ਕਰੇਗਾ ਕਿ ਉਹ ਮੇਰੀ ਸਾਹਮਣੇ ਖੜੋ ਸਕੇ। ਉਹਨੇ ਕਿਹਾ, ਬਾਦਸ਼ਾਹ ਤੂੰ ਵਕਤ ਦਾ ਬਾਦਸ਼ਾਹ ਹੈ, ਉਸ ਰੱਬ ਤੋਂ, ਉਸ ਪਰਵਰਦਗਾਰ ਤੋਂ ਡਰ, ਬੇਰਹਿਮਾਂ ਦੇ ਖੂਨ ਨਾ ਵਖਾ, ਇਹਦਾ ਅੰਤ ਲੇਖਾ ਦੇਣਾ ਪਏਗਾ। ਇਹ ਜ਼ੁਲਮ ਨਾ ਕਰ, ਬਾਕੀ ਮੈਂ ਉਹਦੇ ਅਸੂਲਾਂ ਤੋਂ ਨਹੀਂ ਬਦਲਣਾ, ਤੂੰ ਜੋ ਕਰਨਾ ਹੈ ਕਰ ਲੈ। ਉਸੇ ਤਰ੍ਹਾਂ ਹੀ ਦੁਬਾਰਾ ਰਾਏ ਗੁਲਾਮ ਫਰੀਦ ਭੱਟੀ ਨੂੰ ਸਰਕਾਰ ਦਾ ਕੱਟੜ ਬਾਗੀ ਕਰਾਰ ਦੇ ਕੇ ਫਾਂਸੀ ਲਾਉਣ ਦਾ ਹੁਕਮ ਹੋਇਆ। ਔਰ ਫਾਂਸੀ ਲਾਹੌਰ ਦੇ ਚੌਬੁਰਜ, ਜਿਹਨੂੰ ਕਿ ਅਕਸਰ ਗਾਇਆ ਜਾਂਦਾ ਹੈ ਉੱਚਾ ਬੁਰਜ ਲਾਹੌਰ ਦਾ, ਉਹਦੇ 'ਚ 4 ਮੀਨਾਰ ਨੇ, 4 ਬੁਰਜ ਨੇ, ਉਹਦੇ ਸਭ ਤੋਂ ਵਿਚਕਾਰਲੇ ਬੁਰਜ ਨਾਲ ਲਟਕਾ ਕੇ ਫਾਂਸੀ ਦੇਣ ਦਾ ਹੁਕਮ ਆਇਤ ਹੋਇਆ ਤੇ 3 ਦਿਨ ਲਾਸ਼ ਲਟਕੀ ਰਹਿਣ ਦੇ ਵੀ ਆਰਡਰ ਹੋ ਗਏ। ਪੂਰੇ ਲਾਹੌਰ ਦੇ 2 ਬਾਰਾਂ ਦੇ ਲੋਕ
ਉਹਦੇ ਸਹੁਰਿਆਂ ਦੀ ਬਾਰ, ਉਹਦੀ ਆਪਣੀ ਬਾਰ, ਵੱਡੀ ਗਿਣਤੀ 'ਚ ਲੋਕ ਫਰਿਆਦ ਕਰਨ ਵਾਸਤੇ ਅਕਬਰ ਦੇ ਦਰਬਾਰ ਬਾਹਰ ਪਹੁੰਚੇ, ਪਰ ਕਿਸੇ ਨੇ ਉਹਦੀ ਕੋਈ ਸੁਣਾਈ ਕਿਸੇ ਦੀ ਨਾ ਹੋਈ ਤੇ ਫਰੀਦ ਨੂੰ ਲਾਹੌਰ ਦੇ ਬੁਰਜ ਤੇ ਲਟਕਾ ਕੇ ਫਾਂਸੀ ਦੇ ਦਿੱਤੀ ਗਈ। 3 ਦਿਨ ਲਟਕਾਏ ਰੱਖਣ ਤੋਂ ਬਾਅਦ ਉਸਦੀ ਲਾਸ਼ ਨੂੰ ਉਹਦੇ ਵਾਰਸਾਂ ਦੇ ਹਵਾਲੇ ਕੀਤਾ ਜਾਣਾ ਸੀ, ਪਰ ਬਦਕਿਸਮਤੀ ਇਹ ਕਿ 3 ਦਿਨਾਂ ਦੇ ਵਿੱਚ ਲਾਸ਼ ਨੂੰ ਅੱਧੇ ਨਾਲੋਂ ਜ਼ਿਆਦਾ ਖੂਨਖਾਰ ਉਹਨਾਂ ਪੰਛੀਆਂ ਨੇ ਖਾ ਲਿਆ। ਲਗਭਗ ਪਿੰਜਰ ਦੇ ਨੁਮਾ ਰਹਿ ਗਈ ਲਾਸ਼ ਨੂੰ ਉਤਾਰ ਕੇ ਉਸਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ। ਉਹਨਾਂ ਨੇ ਜਾ ਕੇ ਉਸਨੂੰ ਦਫਨਾਇਆ। ਕੁਦਰਤ ਦਾ ਭਾਣਾ ਐਸਾ ਵਾਪਰਿਆ ਕਿ 15 ਦਿਨਾਂ ਦੇ ਬਾਅਦ, ਗੁਲਾਮ ਫਰੀਦ ਦੀ ਮੌਤ ਤੋਂ 15 ਦਿਨਾਂ ਬਾਅਦ ਉਸਦੇ ਘਰ ਇੱਕ ਬਾਲਕ ਨੇ ਜਨਮ ਲਿਆ। ਕਿਉਂਕਿ ਗੁਲਾਮ ਫਰੀਦ ਦੀ ਸ਼ਾਦੀ ਨੂੰ, ਜਦੋਂ ਉਹਦੀ ਮੌਤ ਹੁੰਦੀ ਹੈ, ਉਹਦੀ ਸ਼ਾਦੀ ਨੂੰ ਅਜੇ 10 ਮਹੀਨੇ ਹੋਏ ਸਨ ਤੇ ਉਸਦੀ ਮੌਤ ਤੋਂ 15 ਕੁ ਦਿਨ ਦੇ ਬਾਅਦ, ਕਿਸੇ ਨੇ 12 ਵੀ ਲਿਖਿਆ ਹੈ, ਕਿਸੇ ਨੇ 13 ਵੀ ਲਿਖਿਆ ਹੈ, ਲੇਕਿਨ ਬਹੁਤਿਆਂ ਨੇ 15 ਲਿਖਿਆ ਹੈ। 15 ਕੁ ਦਿਨ ਬਾਅਦ ਇੱਕ ਬੱਚੇ ਨੇ ਜਨਮ ਲਿਆ। ਮਾਂ ਲੱਧੀ ਨੇ ਆਪਦੇ ਸਹੁਰੇ ਦੀ ਉਹ ਸ਼ਾਹੀ ਤਲਵਾਰ, ਜਿਸਨੂੰ ਪਾਣ ਲੱਗੀ ਹੋਈ ਸੀ, ਉਹ ਸਾਹਣ ਤੇ ਲੱਗੀ ਹੋਈ ਉਸ ਪਾਣ, ਕਹਿੰਦੇ ਨੇ ਕਿ ਜ਼ਹਿਰ ਦੀ ਪੁੱਠ ਦੇ ਕੇ ਉਹ ਤਲਵਾਰਾਂ ਬਣਦੀਆਂ ਸਨ। ਉਹ ਤਲਵਾਰਾਂ ਐਸੀਆਂ ਹੁੰਦੀਆਂ ਸਨ ਕਿ ਜਿਨ੍ਹਾਂ ਨੂੰ ਦੁਬਾਰਾ ਤਿੱਖੀਆਂ ਕਰਨ ਦੀ ਲੋੜ ਨਹੀਂ ਸੀ ਹੁੰਦੀ। ਇਸ ਤਰ੍ਹਾਂ ਦੀ ਪਾਣ ਤੇ ਚੜ੍ਹ ਕੇ ਤਿਆਰ ਹੁੰਦਾ ਸੀ ਉਹ ਲੋਹਾ। ਉਹ ਦੁਬਾਰਾ ਉਹ ਤਲਵਾਰਾਂ ਖੁੰਡੀਆਂ ਨਹੀਂ ਸੀ ਹੁੰਦੀਆਂ, ਭਾਵੇਂ ਲੋਹੇ ਨਾਲ ਟਕਰਾਉਂਦੀਆਂ ਰਹਿਣ, ਉਹਨਾਂ ਨੂੰ ਦੁਬਾਰਾ ਤਿੱਖਿਆ ਨਹੀਂ ਕੀਤਾ ਜਾਂਦਾ ਸੀ, ਲੋੜ ਨਹੀਂ ਸੀ ਪੈਂਦੀ। ਉਸ ਤਲਵਾਰ ਨੂੰ ਇੱਕ ਭਾਂਡੇ ਵਿੱਚ ਧੋ ਕੇ ਉਹਦੇ ਵਿੱਚ ਸ਼ੱਕਰ ਮਿਲਾ ਕੇ ਇੱਕ ਪਾਣੀ ਦਾ ਮਿੱਠਾ ਘੁੱਟ ਬੁੱਢੇ ਦੇ, ਮਾਫ ਕਰਨਾ, ਦੁੱਲੇ ਦੇ ਮੂੰਹ ਵਿੱਚੋਂ ਟਪਾਇਆ, ਗੁੜਤੀ ਦਿੱਤੀ। ਕੁਛ ਦਿਨ ਬਾਅਦ ਜਦੋਂ ਪੂਰੀ ਜਾਗੀਰ ਦੇ ਲੋਕਾਂ ਨੂੰ ਸੱਦਿਆ ਗਿਆ ਮੂੰਹ ਮਿੱਠਾ ਕਰਾਉਣ ਵਾਸਤੇ, ਉਹਦੇ ਵਿੱਚ ਲੱਧੀ ਨੇ ਸਾਰੇ ਪਿੰਡਾਂ ਦੀਆਂ, 32 ਪਿੰਡਾਂ ਦੀਆਂ ਪੰਚਾਇਤਾਂ ਨੂੰ ਹੱਥ ਜੋੜ ਕੇ ਇਹ ਇਲਤਜਾ ਕੀਤੀ ਕਿ ਮੇਰੇ ਭਰਾਵੋ, ਤੁਸਾਂ ਮੇਰੇ ਸਤਿਕਾਰਯੋਗ ਅੱਬਾ ਜਾਨ, ਮੇਰੇ ਸਹੁਰਾ ਸਾਹਿਬ ਨੂੰ ਸ਼ਹੀਦ ਹੁੰਦਾ ਵੇਖਿਆ। ਉਹਨਾਂ ਵਰਗਾ ਦਲੇਰ ਆਦਮੀ, ਉਹਨਾਂ ਵਰਗਾ ਸੂਝਵਾਨ ਆਦਮੀ ਪੂਰੇ ਇਸ ਇਲਾਕੇ ਵਿੱਚ ਕੋਈ ਨਹੀਂ ਸੀ। ਕਿਸੇ ਕਿਸਮ ਦੀ ਵੱਡੀ ਸਲਾਹ ਲੈਣ ਲਈ ਲਾਹੌਰ ਦਾ ਜਿਹੜਾ ਵੱਡੇ ਤੋਂ ਵੱਡਾ ਆਦਮੀ ਵੀ ਉਹਦੇ ਤੱਕ ਪਹੁੰਚਦਾ ਹੁੰਦਾ ਸੀ, ਲੇਕਿਨ ਹਕੂਮਤ ਨੇ ਉਹਦੇ ਨਾਲ ਜੋ ਕੀਤੀ ਉਹ ਤੁਹਾਨੂੰ ਪਤਾ ਹੈ। ਮੇਰੇ ਸ਼ੌਹਰ ਨੂੰ ਜਿਸ ਮੌਤ ਤੇ ਮਾਰਿਆ ਗਿਆ ਜਲੀਲ ਕਰਕੇ, ਉਹ ਤੁਹਾਡੇ ਸਾਹਮਣੇ ਤੋਂ ਲੁਕੀ ਨਹੀਂ। ਮੇਰੀ ਆਪ ਸਭ ਅੱਗੇ ਇਸ ਗੱਲ ਦੀ ਇਲਤਜਾ ਹੈ ਕਿ ਇਹ ਜੋ ਛੋਟਾ ਬੱਚਾ ਹੈ, ਇਹਨੂੰ ਇਹ ਗੱਲ ਨਾ ਦੱਸੀ ਜਾ। ਲੱਧੀ ਦੀ ਇਲਤਜਾ ਨੂੰ ਸਾਰਿਆਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ ਤੇ ਪੱਕਾ ਇਕਰਾਰ ਕੀਤਾ ਕਿ ਅਸੀਂ ਟੈਕਸ ਵੀ ਦੇਵਾਂਗੇ ਤੇ ਬੱਚੇ ਨੂੰ ਪੂਰੀ ਜ਼ਿੰਦਗੀ ਇਸ ਗੱਲ ਦਾ ਪਤਾ ਨਹੀਂ ਲੱਗਣ ਦਿਆਂਗੇ ਕਿ ਉਸਦੇ ਬਾਪ ਤੇ ਦਾਦੇ ਨਾਲ ਕੀ ਵਾਪਰੀ, ਤਾਂ ਕਿ ਬਾਹਰ ਦੇ ਵਿੱਚ, ਰਿਆਸਤ ਦੇ ਵਿੱਚ, ਜਾਗੀਰ ਦੇ ਵਿੱਚ ਅਮਨ ਅਮਾਨ ਬਣਿਆ ਰਵੇ। ਬਸ ਉਸ ਦਿਨ ਤੋਂ ਬਾਅਦ ਲੱਧੀ ਨੇ ਆਪਦੇ ਬਾਲਕ ਨੂੰ, ਬੱਚੇ ਨੂੰ ਪਾਲਣਾ ਸ਼ੁਰੂ ਕੀਤਾ। ਜਾਗੀਰਦਾਰ ਜ਼ਿਮੀਂਦਾਰ ਪਰਿਵਾਰ ਦਾ ਲਾਡਲਾ ਬੇਟਾ ਸੀ, ਮਾਂ ਰਾਜਪੂਤਾਨੀ ਸੀ। ਉਸਨੇ ਆਪਦੇ ਬੱਚੇ ਦੀ ਪਰਵਰਿਸ਼ ਬੜੇ ਜੋਸ਼ ਨਾਲ ਕੀਤੀ। ਚੰਗੀਆਂ ਨਿਆਮਤਾਂ, ਖੁਰਾਕਾਂ, ਦੁੱਧ ਮੱਖਣਾਂ ਦੇ ਨਾਲ ਦੁੱਲੇ ਨੂੰ ਪਾਲਿਆ ਗਿਆ। ਰੱਬ ਦੀ ਮਿਹਰ ਹੋਈ, ਦੁੱਲਾ ਬੜਾ ਜਵਾਨ ਨਿਕਲਿਆ।
ਕਹਿੰਦੇ ਨੇ ਕਿ 6.5 ਫੁੱਟ ਦੁੱਲੇ ਦਾ ਕੱਦ ਸੀ, 1 ਗਜ ਪਰ ਉਹਦੀ ਛਾਤੀ ਸੀ। ਦੁੱਲੇ ਨੂੰ ਕੁਸ਼ਤੀ ਸਿਖਾਈ ਗਈ, ਦੁੱਲੇ ਨੂੰ ਕਬੱਡੀ ਸਿਖਾਈ ਗਈ, ਹੋਰ ਸਰੀਰਕ ਕਸਰਤਾਂ ਨਾਲ ਨਿਪੁੰਨ ਕੀਤਾ ਗਿਆ। ਦੁੱਲੇ ਨੂੰ ਘੋੜ ਸਵਾਰੀ, ਨੇਜ਼ਾਬਾਜੀ, ਬਰਛਾਬਾਜੀ, ਤਲਵਾਰਬਾਜੀ, ਇਹ ਸਾਰੇ ਕੰਮ ਦੁੱਲੇ ਨੂੰ ਸਿਖਾਏ ਗਏ ਤੇ ਦੁੱਲਾ ਉਸ ਰੱਬ ਦੀ ਕਿਰਪਾ ਨਾਲ ਪ੍ਰਵਾਨ ਚੜਿਆ, ਜਵਾਨ ਹੋ ਗਿਆ। ਕਹਿੰਦੇ ਨੇ ਕਿ ਦੁੱਲਾ ਏਡਾ ਤਾਕਤਵਰ ਸੀ ਕਿ ਵੱਡੀ ਤੋਂ ਵੱਡੀ ਦੀਵਾਰ ਨੂੰ ਜਦੋਂ ਮੁੱਕਾ ਮਾਰਦਾ ਸੀ ਉਹਦੇ ਵਿੱਚ ਮੋਰਾ ਹੋ ਜਾਂਦਾ ਸੀ। ਮੌਕੇ ਦੇ ਵਕਤ ਦੇ ਸਿੱਕੇ ਨੂੰ ਹੱਥ ਵਿੱਚ ਲੈ ਕੇ, ਉਂਗਲਾਂ 'ਚ ਲੈ ਕੇ, ਗੂਠੇ ਨਾਲ ਜੇ ਦੁੱਲਾ ਜ਼ੋਰ ਨਾਲ ਮਸਲਦਾ ਸੀ ਉਹਦੇ ਤੋਂ ਨੰਬਰ ਮਿਟ ਜਾਂਦੇ ਸਨ। ਇੰਨੀ ਤਾਕਤ ਸੀ ਦੁੱਲੇ ਦੇ ਵਿੱਚ। ਦੁੱਲਾ ਹੱਸ ਖੇਡ ਕੇ ਜਵਾਨ ਹੋ ਕੇ ਸ਼ਿਕਾਰ ਖੇਡਣ ਦਾ ਸ਼ੌਕੀਨ ਸੀ। ਆਪਦੀ ਪੂਰੀ ਬਾਰ ਵਿੱਚ ਹਰਮਨ ਪਿਆਰਾ ਨੌਜਵਾਨ ਸੀ। ਇੱਕ ਵਕਤ ਆਇਆ ਜਦੋਂ ਦੁੱਲੇ ਦੀ ਸ਼ਾਦੀ ਕੀਤੀ ਗਈ ਔਰ ਦੁੱਲੇ ਨੂੰ ਪੂਰਾ ਰਿਆਸਤ ਦਾ ਜ਼ਿੰਮੇਵਾਰ, ਆਪਦੀ ਜ਼ਗੀਰ ਦਾ, ਜਿਸ ਨੂੰ ਬਾਰ ਕਹਿੰਦੇ ਨੇ, ਉਸ ਬਾਰ ਦਾ ਪੂਰਾ ਜ਼ਿੰਮੇਵਾਰ ਬਣਾ ਕੇ ਉਸ ਦੀਵਾਨ ਖਾਨੇ ਦਫ਼ਤਰ ਦੇ ਵਿੱਚ ਜਦੋਂ ਬਿਠਾਇਆ ਗਿਆ ਤੇ ਉਹਨੂੰ ਜ਼ਿੰਮੇਵਾਰੀ ਦਿੱਤੀ ਗਈ, ਉਸ ਦਿਨ ਤੋਂ ਦੁੱਲੇ ਨੇ ਆਪਦੇ ਬਾਪ ਦਾਦੇ ਦੀ ਤਰ੍ਹਾਂ ਆਪਦੇ ਉਹਨਾਂ 32 ਪਿੰਡਾਂ ਦੇ ਸੁੱਖ ਦੁੱਖ ਵਿੱਚ ਆਪਣਾ ਪੂਰਾ ਸਾਥ ਦੇਣਾ ਸ਼ੁਰੂ ਕੀਤਾ ਤੇ ਆਪਦੇ ਉਹਨਾਂ 32 ਪਿੰਡਾਂ ਚੋਂ ਆਪਦੇ ਹਮ ਉਮਰ ਨੌਜਵਾਨਾਂ ਦੀ 40 ਕੇ 45 ਮੁੰਡਿਆਂ ਦੀ ਇੱਕ ਤਗੜੀ ਟੀਮ ਤਿਆਰ ਕੀਤੀ ਕਿ ਜੇ ਕਿਸੇ ਵੇਲੇ ਲੋੜ ਪੈ ਜਾਵੇ ਤੇ ਇਹ ਰਿਆਸਤ ਨੂੰ ਕੋਈ ਭੀੜ ਬਣੇ ਤੇ ਸਾਡੇ ਕੋਲ ਇਹ ਨੌਜਵਾਨ ਅੱਗੇ ਖੜ ਕੇ ਲੜਨ ਵਾਲੇ ਬਣਨ। ਇਸ ਗੱਲ ਦੀਆਂ ਧੁੰਮਾਂ ਹੌਲੀ ਹੌਲੀ ਇਲਾਕੇ 'ਚ ਪੈਣੀਆਂ ਸ਼ੁਰੂ ਹੋਈਆਂ। ਇੱਕ ਦਿਨ ਸ਼ਿਕਾਰ ਖੇਡ ਰਹੇ ਸਨ। ਸ਼ਿਕਾਰ ਖੇਡਦਿਆਂ ਸ਼ਿਕਾਰ ਇੱਕੋ ਹੀ ਸੀ। ਇੱਕ ਪਾਸਿਓਂ ਦੁੱਲਾ ਦੌੜਿਆ, ਦੂਜੇ ਪਾਸਿਓਂ ਉਹਦਾ ਰਿਸ਼ਤੇਦਾਰੀ ਵਿੱਚੋਂ ਸ਼ਰੀਕੇ ਚੋਂ ਭਰਾ ਜਿਹਦਾ ਨਾਂ ਜਲਾਲ ਭੱਟੀ ਆਉਂਦਾ ਹੈ, ਉਹ ਵੀ ਉਸੇ ਸ਼ਿਕਾਰ ਦਾ ਪਿੱਛਾ ਕਰਦਾ ਇਹਨਾਂ ਦਾ ਆਮੋ ਸਾਹਮਣਾ ਹੋ ਗਿਆ। ਸ਼ਿਕਾਰ ਤਾਂ ਭੱਜ ਕੇ ਨਿਕਲ ਗਿਆ, ਲੇਕਿਨ ਸ਼ਿਕਾਰੀਆਂ ਦੀ ਆਪਸੀ ਤਕਰਾਰ ਹੋ ਗਈ। ਜ਼ਬਾਨੀ ਕਲਾਮੀ ਤਕਰਾਰ ਤੋਂ ਬਾਅਦ ਇਹ ਹੱਥੋਂ ਪਾਈ ਤੇ ਉਤਰ ਪਏ। ਘੋੜਿਆਂ ਤੋਂ ਛਲਾਂਗਾਂ ਥੱਲੇ ਲਾ ਕੇ ਇੱਕ ਦੂਜੇ ਦੇ ਗਲ ਪੈ ਗਏ। ਦੁੱਲਾ ਬਹੁਤ ਜਰਵਾਣਾ ਸੀ। ਦੁੱਲੇ ਨੇ ਧੋਬੀ ਪਟਕਾ ਮਾਰ ਕੇ ਜਲਾਲ ਨੂੰ ਥੱਲੇ ਰੱਖ ਲਿਆ ਤੇ ਉਹਦੀ ਛਾਤੀ ਤੇ ਬਹਿ ਗਿਆ। ਨਾਲ ਦੇ ਸਾਥੀਆਂ ਨੇ ਬੜਾ ਜ਼ੋਰ ਲਾ ਕੇ ਦੋਵਾਂ ਦੀ ਲੜਾਈ ਮੁਕਾਈ, ਉਹਨਾਂ ਨੂੰ ਛਡਾਇਆ। ਦੁਬਾਰਾ ਜਦੋਂ ਘੋੜੀਆਂ ਤੇ ਸਵਾਰ ਹੋ ਕੇ ਜਾਣ ਲੱਗੇ ਨਾ, ਤੇ ਦੁੱਲੇ ਦੇ ਸ਼ਰੀਕ ਭਰਾ ਜਲਾਲ ਭੱਟੀ ਨੇ ਦੁੱਲੇ ਨੂੰ ਬੋਲੀ ਮਾਰੀ। ਕਹਿੰਦੇ ਨੇ ਕਿ ਬੋਲੀ ਕਾਜ ਵਿਗਾੜਿਆ ਸਨ ਮੂਲੀ ਪੱਤਾ ਏ। ਪੱਤੇ ਨੂੰ ਬੋਲੀ ਮਾਰੀ ਤੇ ਬੋਲੀ ਨਾਲ ਇੰਨਾ ਕੁ ਕੰਮ ਵਿਗੜ ਗਿਆ ਕਿ ਜਦੋਂ ਉਹਨਾਂ ਪੱਤਿਆਂ ਨੂੰ ਖਿੱਚਿਆ ਤੇ ਸਣੇ ਮੂਲੀ ਪੱਟੀ ਗਈ। ਬੋਲੀ ਕਾਜ ਵਿਗਾੜਿਆ ਸਨ ਮੂਲੀ, ਪੱਤੇ ਨੇ ਉਹਦੀ ਮੂਲੀ ਦੇ ਵੀ ਜੜ ਪੱਟ ਦਿੱਤੀ। ਜਲਾਲ ਭੱਟੀ ਸ਼ਰੀਕ ਨੇ ਬੋਲੀ ਮਾਰੀ, ਉਹ ਦੁੱਲਿਆ, ਮੈਨੂੰ ਥੋੜਾ ਜਿਹਾ ਸਰੀਰਕ ਕਮਜ਼ੋਰ ਵੇਖ ਕੇ ਅੱਜ ਤੂੰ ਮੇਰੇ ਗਲ ਪਿਆ, ਕੋਈ ਸ਼ਰਮ ਕਰ। ਤੇਰੇ ਦਾਦੀ ਦਾ ਸਿਰ ਵੱਢ ਕੇ ਬੋਰੀ 'ਚ ਪਾ ਕੇ ਅਕਬਰ ਬਾਦਸ਼ਾਹ ਨੇ ਤੇਰੀ ਰਿਆਸਤ ਵਿੱਚ ਭੇਜਿਆ। ਉਹ ਤੇਰੇ ਬਾਪ ਦੀ ਲਾਸ਼ 3 ਦਿਨ ਲਾਹੌਰ ਦੇ ਬੁਰਜ ਤੇ ਲਟਕਦੀ ਰਹੀ, ਉਹਨੂੰ ਜਾਨਵਰ ਖਾ ਗਏ। ਜੇ ਇੰਨਾ ਹੀ ਦਾਮੀ, ਜੇ ਏਡਾ ਹੀ ਸੂਰਮਾ ਹੈ ਤੇ ਅਕਬਰ ਕੋਲੋਂ ਆਪਦੇ ਬਾਪ ਤੇ ਦਾਦੀ ਦੀ ਬੇਰਹਿਮੀ ਨਾਲ ਹੋਈ ਮੌਤ ਦਾ ਬਦਲਾ ਲੈ ਕੇ ਵਿਖਾ। ਐਵੇਂ ਸਾਡੇ ਤੇ ਆਉਂਦਾ ਰੋਹਬ ਨਾ ਵਿਖਾ। ਵੱਡਾ ਦੁੱਲਾ ਬਣਿਆ ਫਿਰਨਾ ਹੈ। ਇੱਕ ਰਾਜਪੂਤ ਹੋਣ ਦੇ ਨਾਤੇ ਫਰਜ਼ ਬਣਦਾ ਹੈ ਤੇਰਾ ਕਿ ਤੂੰ ਉਹਦੇ ਬਾਪ ਦਾਦਾ ਦੇ ਕਾਤਲ ਤੋਂ ਉਹਨਾਂ ਦਾ ਬਦਲਾ ਲਵੇ। ਇਹ ਕਹਿ ਕੇ ਉਹਨੇ ਘੋੜੀ ਭਜਾ ਲਈ। ਦੁੱਲੇ ਦੇ ਅੰਦਰ ਤੂਫਾਨ ਮਚਿਆ। ਘੋੜੀ ਭਜਾ ਕੇ ਦੁੱਲਾ ਘਰ ਪਹੁੰਚਿਆ। ਘਰ ਪਹੁੰਚ ਕੇ ਆਪਦੀ ਮਾਂ ਕੋਲ ਗਿਆ। ਕਹਿਣ ਲੱਗਾ, ਹੈ ਮੇਰੀ ਮਾਤਾ,
ਤੂੰ ਕਦੀ ਜ਼ਿਕਰ ਨਹੀਂ ਕੀਤਾ ਮੇਰੇ ਦਾਦਾ ਜਾਨ, ਮੇਰੇ ਅੱਬਾ ਜਾਨ ਦੀ ਖਬਰ ਕਿੱਥੇ ਹੈ? ਤੂੰ ਕਦੀ ਮੈਨੂੰ ਦੱਸਿਆ ਹੀ ਨਹੀਂ। ਉਹਨੇ ਕਿਹਾ ਬੇਟਾ ਇਹ ਆਪਣੀ ਕਬਰਸਤਾਨ ਵਿੱਚ ਹੀ ਨੇ। ਕਹਿੰਦਾ ਆ ਮੇਰੇ ਨਾਲ, ਮੈਨੂੰ ਵਿਖਾ। ਪਿੰਡੀ ਪੱਟੀਆਂ ਦੇ ਵਿੱਚ ਕਬਰਸਤਾਨ ਵਿੱਚ ਚਲੇ ਗਏ। ਉਹਨੇ ਕਿਹਾ ਆ ਤੇਰੇ ਦਾਦੇ ਦੀ ਕਬਰ ਹੈ, ਆ ਤੇਰੇ ਬਾਪ ਦੀ ਕਬਰ ਹੈ। ਦੁੱਲੇ ਨੇ ਕਿਹਾ ਮਾਂ ਇਹ ਦੱਸ ਇਹਨਾਂ ਦੀ ਮੌਤ ਕਿਵੇਂ ਹੋਈ ਸੀ? ਮਾਂ ਕਹਿੰਦੀ ਮਾਂ ਨੇ ਕੋਈ ਬਹਾਨਾ, ਬਿਮਾਰੀ ਦੱਸ ਕੇ ਉਹਨੂੰ ਕਿਸੇ ਬਿਮਾਰੀ ਤੋਂ ਉਹਨਾਂ ਦੀ ਮੌਤ ਦੀ ਕਹਾਣੀ ਬਣਾ ਕੇ ਸੁਣਾ ਦਿੱਤੀ। ਦੁੱਲਾ ਆਪਦੀ ਮਾਂ ਦੇ ਕਦਮਾਂ ਤੇ ਵਿੱਚ ਬੈਠ ਗਿਆ। ਮਾਂ ਦਾ ਸਿਰ, ਮਾਂ ਦਾ ਹੱਥ ਆਪਦੇ ਸਿਰ ਤੇ ਰੱਖ ਕੇ ਕਹਿਣ ਲੱਗਾ ਹੈ ਮੇਰੀ ਮਾਤਾ, ਮੇਰੀ ਕਸਮ ਖਾ ਮੇਰੇ ਬਾਪ ਦੀ ਕਬਰ ਦੇ ਸਾਹਮਣੇ ਤੇ ਸੱਚ ਦੱਸ ਮੇਰੇ ਬਾਪ ਤੇ ਮੇਰੇ ਦਾਦੀ ਨਾਲ ਕੀ ਵਾਪਰੀ ਸੀ। ਕਹਿੰਦੇ ਨੇ ਕਿ ਦੁੱਲੇ ਦੀ ਮਾਂ ਲੱਦੀ ਦੀਆਂ ਭੁੱਬਾਂ ਨਿਕਲ ਗਈਆਂ। ਉੱਠ ਕੇ ਮਾਂ ਨੂੰ ਗਾਲਣ ਲਾਇਆ। ਮਾਂ ਨੇ ਰੋਂਦਿਆਂ ਹੋਇਆਂ ਦੁੱਲੇ ਨੂੰ ਉਹਦੇ ਬਾਪ, ਉਹਦੇ ਦਾਦੇ ਦੀ ਬਹਾਦਰੀ ਤੇ ਉਹਨਾਂ ਦੀ ਸ਼ਹਾਦਤ ਦੀ ਸਾਰੀ ਕਹਾਣੀ ਸੁਣਾਈ। ਉਸ ਤੋਂ ਬਾਅਦ ਮਾਂ ਨੇ ਦੁੱਲੇ ਨੂੰ ਕਿਹਾ ਕਿ ਬੇਟੇ ਤੇਰਾ ਦਾਦਾ ਏਡਾ ਬਹਾਦਰ ਸੀ, ਦੂਰ ਦੂਰ ਤੱਕ ਉਹਦੇ ਅੱਗੇ ਕੋਈ ਬੋਲਦਾ ਨਹੀਂ ਸੀ, ਉਹਦੀ ਬੱਧੀ ਕੋਈ ਨਹੀਂ ਸੀ ਖੋਲਦਾ। ਸਰਕਾਰ ਨਾਲ ਟਕਰਾ ਕੇ ਉਹਨੂੰ ਸ਼ਹੀਦ ਹੋਣਾ ਪਿਆ। ਉਸੇ ਰਸਤੇ ਤੇਰਾ ਬਾਪ ਚੱਲਿਆ ਤੇ ਉਸਨੂੰ ਵੀ ਸਰਕਾਰ ਨਾਲ ਟੱਕਰ ਲਾ ਕੇ ਸ਼ਹਾਦਤ ਦਾ ਜਾਮ ਪੀਣਾ ਪਿਆ। ਮੈਂ ਤੈਨੂੰ ਇਸ ਗੱਲ ਤੋਂ ਇਸ ਕਰਕੇ ਲੁਕਾਓ ਕੇ ਰੱਖਿਆ ਕਿ ਮੈਂ ਆਪਦਾ ਅੱਬਾ ਜਾਨ, ਆਪਦਾ ਸਹੁਰਾ ਜਾਂਦਾ ਵੇਖਿਆ ਸੀ, ਮੈਂ ਆਪਦਾ ਸ਼ੌਹਰ ਜਾਂਦਾ ਵੇਖਿਆ ਸੀ, ਤੇ ਇੱਕ ਨੰਨੀ ਜੀ ਜਾਨ ਨੂੰ ਮੈਂ ਪਾਲ ਕੇ ਆਪਦੀ ਅੰਸ ਬੰਸ ਨੂੰ ਅੱਗੇ ਟੋਰਨਾ ਚਾਹੁੰਦੀ ਹਾਂ। ਇਸ ਕਰਕੇ ਮੈਂ ਤੈਨੂੰ ਇਹਨਾਂ ਗੱਲਾਂ ਤੋਂ ਲੁਕਾ ਕੇ ਰੱਖਿਆ ਸੀ ਕਿ ਤੂੰ ਇਹ ਨਾ ਲੱਗੇ। ਇਸ ਕਰਕੇ ਤੈਨੂੰ ਵਾਸਤਾ ਹੀ ਖੁਦਾ ਦਾ, ਤੂੰ ਸਭ ਕੁਝ ਭੁੱਲ ਜਾ ਤੇ ਉਹਦੀ ਖੁਸ਼ੀ ਖੁਸ਼ੀ ਜ਼ਿੰਦਗੀ ਬਸਰ ਕਰ। ਦੁੱਲੇ ਦੀਆਂ ਕਹਿੰਦੇ ਨੇ ਕਿ ਅੱਖਾਂ ਚ ਖੂਨ ਉਤਰ ਆਇਆ। ਕਹਿੰਦਾ ਮਾਂ ਦੁੱਲੇ ਦਾ ਮਤਲਬ ਕੀ ਹੁੰਦਾ ਹੈ? ਮਾਂ ਨੇ ਕਿਹਾ ਦੁੱਲੇ ਦਾ ਮਤਲਬ ਬਹੁਤ ਦਲੇਰ ਬੰਦਾ। ਤੇ ਕਹਿੰਦਾ ਮੈਨੂੰ ਤੂੰ ਗੁੜਤੀ ਕਾਹਦੀ ਦਿੱਤੀ ਸੀ? ਮਾਂ ਨੇ ਕਿਹਾ ਦੁੱਲਿਆ ਤੇਰੇ ਦਾਦੇ ਦੀ ਪਾਨ ਜੜੀ ਹੋਈ ਕਿਰਪਾਨ ਨੂੰ ਇੱਕ ਭਾਂਡੇ ਵਿੱਚ ਧੋ ਕੇ ਉਹਦੇ ਚ ਸ਼ੱਕਰ ਮਿਲਾ ਕੇ ਤੈਨੂੰ ਉਹ ਘੁੱਟ ਪਿਆਇਆ ਸੀ ਤਾਂ ਕਿ ਤੇਰੇ ਵਿੱਚ ਉਸ ਬਾਪ ਦਾਦੇ ਦੀ ਗੈਰਤ ਕਾਇਮ ਰਹੇ। ਤੇ ਕਹਿੰਦਾ ਮਾਂ ਹੁਣ ਮੈਨੂੰ ਕਹਿਨੀ ਏ ਕਿ ਮੈਂ ਬੁਜ਼ਦਲ ਬਣ ਜਾਵਾਂ, ਦੁੱਲੇ ਤੋਂ ਬੁਜ਼ਦਲ ਬਣ ਜਾਵਾਂ? ਮੈਂ ਨਹੀਂ ਰੁਕਣਾ, ਮੈਂ ਆਪਦੇ ਬਾਪ ਤੇ ਆਪਦੇ ਦਾਦੇ ਦਾ ਬਦਲਾ ਲੈ ਕੇ ਰਹਿਣਾ ਹੀ। ਮੈਂ ਬਾਦਸ਼ਾਹ ਅਕਬਰ ਦਾ ਜੀਣਾ ਹਰਾਮ ਕਰ ਦਿਆਂਗਾ ਜਿੰਨਾ ਚਿਰ ਜਿਉਂਦਾ ਰਵਾਂਗਾ। ਮੈਨੂੰ ਬਿਲਕੁਲ ਨਾ ਰੋਕੀ, ਨਾ ਮੈਂ ਰੁਕਣਾ ਹੀ। ਇਸ ਕਰਕੇ ਮੈਂ ਆਪਦੇ ਬਾਪ, ਆਪਦੇ ਦਾਦੇ ਦੀ ਸਾਰੀ ਉਸੇ ਬਣਾਏ ਹੋਏ ਅਸੂਲਾਂ ਨੂੰ ਚਲਾਵਾਂਗਾ ਜਿਹੜੇ ਤੂੰ ਮੈਨੂੰ ਹੁਣ ਦੱਸੇ। ਅਗਲੇ ਦਿਨ ਤੋਂ ਹੀ ਦੁੱਲੇ ਨੇ ਦੁਬਾਰਾ ਨਾਕਾ ਲਾਇਆ, ਰਸਤਾ ਰੋਕਿਆ ਤੇ ਸਾਰੇ ਟੈਕਸ ਬੰਦ ਕਰ ਦਿੱਤੇ। ਮੌਕੇ ਦਾ ਅਫਸਰ ਅਜੇ ਉਹੀ ਸੀ ਜਿਹੜਾ ਉਹਦੇ ਬਾਪ ਕੋਲੋਂ, ਉਹਦੇ ਦਾਦੇ ਕੋਲੋਂ ਟੈਕਸ ਵਸੂਲਣ ਆਉਂਦਾ ਸੀ, ਕਿਉਂਕਿ ਉਹਨੇ ਲਾਹੌਰ ਦਰਬਾਰ ਦੇ ਵਿੱਚ ਆਪਦੇ ਬਹੁਤ ਸਾਰੇ ਵਧੀਆ ਨੰਬਰ ਬਣਾਏ ਹੋਏ ਸਨ ਤੇ ਇਹ ਸਰਦਾਰੀ ਅਜੇ ਉਹਦੇ ਕੋਲ ਕਾਇਮ ਸੀ। ਬੱਗਾ ਮਲਕੇਰਾ, ਬੱਗਾ ਮਲਕੇਰਾ ਜਦੋਂ ਆਇਆ ਤੇ ਉਹ ਲੰਘ ਗਿਆ। ਉਹਨੇ ਕੁਛ ਪਸ਼ੂ, ਕੁਛ ਨੌਜਵਾਨ ਲੜਕੀਆਂ, ਕੁਛ ਨੌਜਵਾਨ ਮੁੰਡੇ ਉਹ ਆਪਦੀਆਂ ਗੱਡੀਆਂ ਵਿੱਚ ਬੱਧੇ ਹੋਏ ਸਨ। ਇਹ ਸਾਰਾ ਕੁਛ ਲਿਜਾ ਕੇ ਕਾਬਲ ਤੇ ਗਜਨੀ ਦੇ ਦਰਬਾਰਾਂ ਵਿੱਚ, ਬਾਜ਼ਾਰਾਂ ਵਿੱਚ ਵੇਚ ਦਿੱਤਾ ਜਾਂਦਾ ਸੀ ਤੇ ਉੱਥੋਂ ਜੋ ਅਸ਼ਰਫੀਆਂ, ਜੋ ਪੈਸੇ ਮਿਲਦੇ ਸਨ, ਉਹਨਾਂ ਦਾ ਕਾਬਲ ਤੋਂ ਉਹ ਕਾਬਲੀ ਸਮਾਨ, ਕੰਧਾਰ ਦੇ ਅਨਾਰ,
बादाम पिस्ता कुछ कीमती कपड़ा वो खरीद के बादशाहां वास्ते इस रस्ते दिल्ली जाया करदा सी, आगरे जाया करदा सी। वापसी जदों बग्गा मलकेरा वापस परतिया, दुल्ले दे दीवान खाने दे बाहर सड़क दे उत्ते लगे नाके ने उसनूं रोक लिया। ਉਹਦੇ ਨਾਲ ਫੌਜ ਦਾ ਕਾਫੀ ਵੱਡਾ ਕਾਫਲਾ ਸੀ ਤੇ ਕਾਫੀ ਗੱਡੇ ਭਰੇ ਹੋਏ ਸਮਾਨ ਦੇ ਸਨ। ਬੱਗੇ ਮਲਕੇਰੇ ਦੇ ਨਾਲ ਉਹਦਾ ਮੁਨਸ਼ੀ ਮੈਦਾ ਖੱਤਰੀ ਸੀ, ਜੋ ਸਮਾਨ ਵੇਚਣ ਦਾ ਤੇ ਖਰੀਦਣ ਦਾ ਹਿਸਾਬ ਕਿਤਾਬ ਰੱਖਦਾ ਸੀ। ਲਾਹੌਰ ਦਰਬਾਰ ਦਾ ਦਿੱਲੀ ਦਰਬਾਰ ਦਾ ਮੁਲਾਜ਼ਮ ਸੀ, ਉਹ ਨਾਲ ਸੀ। ਜਦੋਂ ਦੁੱਲੇ ਨੇ ਉਹਨੂੰ ਰੋਕਿਆ, ਉਹਨੇ ਕਿਹਾ ਤੂੰ ਕੌਣ ਹੈ? ਉਹਨੇ ਕਿਹਾ ਮੇਰਾ ਨਾਮ ਦੁੱਲਾ ਹੈ। ਉਹ ਕਹਿੰਦਾ ਦੁੱਲੇ ਤੋਂ ਮਤਲਬ? ਕਹਿੰਦਾ ਮੇਰਾ ਪੂਰਾ ਨਾਮ ਰਾਏ ਅਬਦੁੱਲਾ ਖਾਨ ਭੱਟੀ ਹੈ। ਭੱਟੀ ਦਾ ਨਾਂ ਸੁਣ ਕੇ ਬੱਗੇ ਮਲਕੀਰੇ ਦੇ ਦਿਮਾਗ ਵਿੱਚ ਕੋਈ ਗੱਲ ਘੁੰਮੀ। ਉਹਨੇ ਦੁੱਲੇ ਨੇ ਸਵਾਲ ਕੀਤਾ, ਤੂੰ ਆਪਣਾ ਨਾਮ ਦੱਸ। ਉਹ ਕਹਿਣ ਲੱਗਾ ਮੇਰਾ ਨਾਮ ਬੱਗਾ ਮਲਕੀਰਾ ਹੈ ਤੇ ਮੈਂ ਪੰਜਾਬ ਦੇ ਰੈਵੀਨਿਊ ਦਾ, ਮੈਂ ਪੰਜਾਬ ਦੇ ਟੈਕਸ ਦਾ ਇੰਚਾਰਜ ਆ। ਕਹਿੰਦਾ ਇਸ ਇਲਾਕੇ ਨੂੰ ਚੰਗੀ ਜਾਣਦਾ? ਕਹਿੰਦਾ ਬਹੁਤ ਚੰਗੀ ਤਰ੍ਹਾਂ। ਇਹ ਇਲਾਕਾ ਮੈਂ ਹੀ ਨਹੀਂ ਜਾਣਦਾ, ਇਹ ਇਲਾਕਾ ਮੈਨੂੰ ਚੰਗੀ ਤਰ੍ਹਾਂ ਜਾਣਦਾ। ਉਹਨੇ ਕਿਹਾ ਮਸਲਨ? ਕਹਿੰਦਾ ਕਿ ਇਸ ਇਲਾਕੇ ਵਿੱਚ ਸਾਂਦਲ ਬਾਰ ਦਾ ਮੁਖੀ ਜ਼ਗੀਰਦਾਰ ਸਾਂਦਲ ਖਾਨ ਭੱਟੀ, ਉਹਦਾ ਪੁੱਤਰ ਫਰੀਦ ਭੱਟੀ, ਉਹ ਸਰਕਾਰ ਦੇ ਬਾਗੀ ਸਨ। ਉਹਨਾਂ ਦੀ ਇਸ ਬਾਗੀ ਹਰਕਤਾਂ ਦੀ ਸਾਰੀ ਇਤਲਾ ਮੈਂ ਅਕਬਰ ਦੇ ਦਰਬਾਰ ਵਿੱਚ ਪਹੁੰਚਾਈ ਸੀ ਤੇ ਅਕਬਰ ਵੱਲੋਂ ਮੈਨੂੰ ਹੁਕਮ ਹੋਇਆ ਸੀ ਤੇ ਉਹ ਦੋਵਾਂ ਦਾ ਕਤਲ ਮੈਂ ਹੀ ਕੀਤਾ ਸੀ ਤੇ ਉਹਨਾਂ ਨੂੰ ਲਾਹੌਰ ਦੇ ਉੱਚੇ ਬੁਰਜ ਤੇ 3 ਦਿਨ ਟੰਗ ਕੇ ਲਾਸ਼ ਟੰਗੀ ਸੀ। ਇਹ ਸਾਰੇ ਇਲਾਕੇ ਦੇ ਲੋਕ ਮੈਨੂੰ ਜਾਣਦੇ ਨੇ। ਕਹਿੰਦੇ ਨੇ ਕਿ ਅਜੇ ਗੱਲ ਪੂਰੀ ਨਹੀਂ ਸੀ ਹੋਈ, ਉਹਦੇ ਮੂੰਹੋਂ ਦੁੱਲੇ ਦੇ ਹੱਥ ਵਿੱਚ ਕੁਛ ਵੀ ਨਹੀਂ ਸੀ, ਨਿਹੱਥਾ ਸੀ। ਉਹਨੇ ਬੱਗੇ ਮਲਕੀਰੇ ਦੀ ਝਪਟ ਕੇ ਤਲਵਾਰ ਖੋ ਕੇ ਉਹਦਾ ਸਿਰ ਲਾ ਦਿੱਤਾ। ਉਹਦੇ ਕੋਲ ਆਪਦੇ ਆਪ ਤੇ ਕੰਟਰੋਲ ਨਾ ਕੀਤਾ ਗਿਆ। ਖੂਨ ਖੌਲ ਗਿਆ ਜਵਾਨ ਦਾ, ਜਦੋਂ ਉਹਦੇ ਬਾਪ ਤੇ ਦਾਦੇ ਦੀ ਮੌਤ ਦਾ ਕਾਤਲ ਉਹਦੀ ਅੱਖਾਂ ਦੇ ਸਾਹਮਣੇ ਆ ਕੇ ਆਪਦਾ ਜੁਰਮ ਕਬੂਲ ਕਰ ਰਿਹਾ ਹੈ। ਫੌਜ ਵਿੱਚ ਭਗਦੌੜ ਮਚ ਗਈ। ਭਰੇ ਹੋਏ ਸਮਾਨ ਦੇ ਗੱਡੇ ਛੱਡ ਕੇ, ਤਾਂਗੇ ਛੱਡ ਕੇ, ਊਠ ਲੱਦੇ ਹੋਏ ਛੱਡ ਕੇ ਫੌਜੀ ਫਰਾਰ ਹੋ ਗਏ। ਮੈਦਾ ਖੱਤਰੀ ਕੰਬਦਾ ਹੋਇਆ ਉੱਥੇ ਰਹਿ ਗਿਆ, ਉਹ ਭੱਜ ਨਾ ਸਕਿਆ। ਤੇ ਵਾਪਰਿਆ ਇਹ ਕਿ ਜਦੋਂ ਉਸਨੇ ਦੁੱਲੇ ਨੇ ਉਸਨੂੰ ਮੈਦੇ ਖੱਤਰੀ ਨੂੰ ਆਖਿਆ ਕਿ ਧੜ ਮੈਂ ਨਹੀਂ ਦੇਣਾ, ਇਹ ਸਿਰ ਲੈ ਜਾ ਤੇ ਅਕਬਰ ਬਾਦਸ਼ਾਹ ਨੂੰ ਜਾ ਕੇ ਇਹ ਸਿਰ ਦੇ ਦੀ, ਸਮਾਨ ਸਾਰਾ ਮੈਂ ਰੱਖ ਲਿਆ ਤੇ ਉਹਨੂੰ ਕਹਿ ਦੀ ਕਿ ਸਾਰਾ ਸਮਾਨ ਦੇ ਬਦਲੇ 'ਚ ਇਹ ਸਿਰ ਤੇਰੇ ਕੋਲ ਆਇਆ ਹੈ। ਤੇ ਨਾਲ ਉਹਨੂੰ ਇਹ ਦੱਸਦੀ ਕਿ ਸਾਂਦਲ ਬਾਰ ਵਿੱਚ ਇੱਕ ਮਾਂ ਨੇ ਫੇਰ ਇੱਕ ਸ਼ੇਰ ਨੂੰ ਜਨਮ ਦਿੱਤਾ ਹੈ ਤੇ ਇੱਧਰ ਸੰਭਲ ਕੇ ਆਵੀਂ। ਮੈਦੇ ਖੱਤਰੀ ਨੇ ਜਾ ਕੇ ਇਹ ਗੱਲ ਉਸਨੂੰ ਦੱਸੀ। ਉਸਨੇ ਕੁਛ ਆਪਦੇ ਅਹਿਲਕਾਰਾਂ ਦੀ ਜ਼ਿੰਮੇਵਾਰੀ ਲਾਈ ਬਈ ਉਸ ਬੰਦੇ ਦੀ, ਦੁੱਲੇ ਦੀ ਪੂਰੀ ਰਿਪੋਰਟ ਤਿਆਰ ਕਰਕੇ ਮੈਨੂੰ ਭੇਜੋ, ਉਹ ਕੌਣ ਹੈ। ਉਹ ਕਹਿੰਦੇ ਨੇ ਕਿ ਉਹਦੀ ਜਦੋਂ ਪੂਰੀ ਰਿਪੋਰਟ ਉਹਨਾਂ ਨੇ ਉਸ ਬਾਰ ਵਿੱਚ ਫਿਰ ਕੇ ਅਹਿਲਕਾਰਾਂ ਨੇ ਤਿਆਰ ਕੀਤੀ, ਉਹਦੇ ਵਿੱਚ 31 ਅਗਸਤ 1569 ਈਸਵੀ ਨੂੰ ਜੰਮੇ ਹੋਏ ਦੁੱਲੇ ਨੇ ਜਨਮ ਲਿਆ। ਤੇ ਉਹ ਦੁੱਲਾ ਫਰੀਦ ਭੱਟੀ ਤੇ ਸਾਂਦਲ ਭੱਟੀ ਦੇ ਅੰਸ ਬੰਸ ਵਿੱਚੋਂ ਪਿੰਡੀ ਭੱਟੀਆਂ ਦੀ ਰਿਆਸਤ ਦਾ ਉਹ ਮਾਲਕ ਹੈ। ਜਿਸ ਤਰ੍ਹਾਂ ਉਹਦੇ ਬਾਪ ਨੇ, ਦਾਦੇ ਨੇ ਸਰਕਾਰ ਨੂੰ ਵੰਗਾਰਿਆ, ਸਰਕਾਰ ਦੇ ਉਹ ਬਾਗੀ ਹੋਏ, ਉਸ ਤਰ੍ਹਾਂ ਅੱਜ ਦੁੱਲਾ ਵੀ ਬਾਗੀ ਹੋਇਆ ਹੈ। ਦੁੱਲੇ ਨੇ ਉਹ ਸਾਰਾ ਸਮਾਨ
ਗਰੀਬਾਂ ਦੇ ਵਿੱਚ ਵੰਡਿਆ, ਕਿਉਂਕਿ ਆਪ ਉਹ 32 ਪਿੰਡਾਂ ਦਾ ਜ਼ਗੀਰਦਾਰ ਸੀ। ਉਹਨੂੰ ਕਿਸੇ ਕਮੀ ਨਹੀਂ ਸੀ ਕਿਸੇ ਚੀਜ਼ ਦੀ। ਦੁੱਲਾ ਆਉਦੇ ਉਸ ਦਫ਼ਤਰ ਵਿੱਚ ਰੋਜ਼ ਬਹਿੰਦਾ ਸੀ। ਆਪਦੇ ਬਾਪ ਦੀ ਤਰ੍ਹਾਂ, ਆਪਣੇ ਦਾਦੇ ਦੀ ਤਰ੍ਹਾਂ ਲੋਕ ਪਿੰਡਾਂ ਦੇ ਉਹਦੀ ਆਪਣੀ ਬਾਹਰ ਦੇ ਲੋਕ ਪਿੰਡਾਂ ਦੇ ਉਹਦੇ ਕੋਲ ਆ ਕੇ ਲੋੜਾਂ ਦੇ ਮੁਤਾਬਕ ਫਰਿਆਦ ਕਰਦੇ ਤੇ ਉਹਨਾਂ ਦੀਆਂ ਉਹ ਲੋੜਾਂ ਜ਼ਰੂਰਤਾਂ ਪੂਰੀਆਂ ਕਰਦਾ ਸੀ। ਇੱਕ ਦਿਨ ਇੱਕ ਘਟਨਾ ਵਾਪਰੀ ਕਿ ਇੱਕ ਗਰੀਬ ਬ੍ਰਾਹਮਣ ਪਹੁੰਚਿਆ। ਉਹਨੇ ਦੁੱਲੇ ਅੱਗੇ ਫਰਿਆਦ ਕੀਤੀ। ਕਹਿਣ ਲੱਗਾ ਕਿ ਦੁੱਲਿਆ, ਮੇਰੀਆਂ 2 ਲੜਕੀਆਂ ਦੀ ਸ਼ਾਦੀ ਹੋਣ ਵਾਲੀ ਹੈ। ਉਸ ਬ੍ਰਾਹਮਣ ਦੀਆਂ ਲੜਕੀਆਂ ਦੇ ਨਾਮ ਇੱਕ ਤਾਂ ਸੁੰਦਰੀ ਸੀ, ਇੱਕ ਦਾ ਮੁੰਦਰੀ ਸੀ। ਬ੍ਰਾਹਮਣ ਨੇ ਜਦੋਂ ਫਰਿਆਦ ਦੱਸੀ, ਉਹਦੀਆਂ ਅੱਖਾਂ ਭਰ ਆਈਆਂ। ਭਰੇ ਮਨ ਨਾਲ ਬ੍ਰਾਹਮਣ ਨੇ ਉਹਦੀ ਗੱਲ ਸੁਣਾਈ। ਕਹਿਣ ਲੱਗਾ, ਦੁੱਲਿਆ, ਬੱਚੀਆਂ ਜਵਾਨ ਨੇ, ਕੁਝ ਆਵਾਰਾ ਨੌਜਵਾਨ ਉਹਨਾਂ ਤੇ ਅੱਖ ਰੱਖੀ ਬੈਠੇ ਨੇ। ਮੈਨੂੰ ਮੇਰੇ ਭਤੀਜੇ ਨੇ ਦੱਸਿਆ ਕਿ ਕੁਛ ਇਸ ਤਰ੍ਹਾਂ ਦੇ ਨਵਾਬਾਂ ਦੇ ਮੁੰਡੇ ਨੇ ਜਿਨ੍ਹਾਂ ਨੇ ਇਹ ਕਿਹਾ ਹੈ ਕਿ ਉਹ ਕੁੜੀਆਂ ਚੱਕ ਕੇ ਲੈ ਜਾਓ ਤੇ ਮੇਰੀ ਮਦਦ ਕਰ, ਮੈਂ ਉਹਨਾਂ ਦੀ ਸ਼ਾਦੀ ਕਰ ਲਾਂ। ਮੈਂ ਆਪਦੇ ਕੁੜਮਾਂ ਦੇ ਘਰਾਂ 'ਚ ਜਾ ਕੇ ਮਿਹਨਤ ਕੀਤੀ ਹੈ ਕਿ ਤੁਸੀਂ ਮੇਰੇ ਕੋਲੋਂ ਬਿਨਾਂ ਸ਼ਾਦੀ ਕੀਤਿਆਂ, ਬਿਨਾਂ ਦਹੇਜ ਲਿਆਂ ਲੜਕੀਆਂ ਲੈ ਜਾਓ। ਉਹਨਾਂ ਨੇ ਜਵਾਬ ਦੇ ਦਿੱਤਾ ਹੈ। ਸਾਰੀ ਉਹਦੀ ਕਥਾ ਸੁਣਾਉਣ ਤੋਂ ਬਾਅਦ ਦੁੱਲੇ ਨੇ ਕਿਹਾ, ਪੰਡਤ ਜੀ, ਤੁਸੀਂ ਚਿੰਤਾ ਨਾ ਕਰੋ, ਉਹ ਤੁਹਾਡੀਆਂ ਬੱਚੀਆਂ ਮੇਰੀਆਂ ਭੈਣਾਂ ਨੇ। ਆਪਾਂ ਇੰਨੀ ਸ਼ਾਨਦਾਰ ਸ਼ਾਦੀ ਕਰਾਂਗੇ, ਇਹੋ ਜਿਹੀ ਸ਼ਾਦੀ ਕਦੇ ਕਿਸੇ ਨੇ ਕੀਤੀ ਨਹੀਂ ਹੋਵੇਗੀ। ਦੁੱਲੇ ਨੇ ਆਪਦੇ ਸਾਥੀਆਂ ਨੂੰ ਉਹ ਕੁੜੀਆਂ ਜਿੱਥੇ ਉਹਨਾਂ ਦੇ ਮੰਗਣੀ ਹੋਈ ਸੀ, ਉਹਨਾਂ ਪੰਡਤਾਂ ਦੇ ਘਰਾਂ 'ਚ ਸੁਨੇਹਾ ਭੇਜ ਦਿੱਤੇ ਤੇ ਉਹਨਾਂ ਨੂੰ ਆਪਦੇ ਕੋਲ ਬੁਲਾ ਲਿਆ। ਇਸ ਪੰਡਤ ਨੂੰ ਵੀ ਬੁਲਾ ਲਿਆ। ਇਹਨਾਂ ਨੂੰ ਵਿੱਚ ਬਹਿ ਕੇ ਸ਼ਾਦੀ ਦਾ ਦਿਨ ਮਿਥ ਲਿਆ ਗਿਆ। ਸ਼ਾਦੀ ਦਾ ਦਿਨ ਸਾਇਆ ਬਣਾ ਲਿਆ ਗਿਆ। ਉਸ ਸਾਏ ਤੇ ਉਹਨਾਂ ਲੜਕੀਆਂ ਦੀ ਸ਼ਾਦੀ ਰੱਖ ਦਿੱਤੀ। ਦੁੱਲੇ ਨੇ ਆਖਿਆ, ਇਹ ਸ਼ਾਦੀ ਇਹ ਮੇਰੇ ਇੱਥੇ ਦਫ਼ਤਰ 'ਚ ਹੋਏਗੀ। ਆਪਦੇ ਸਾਥੀਆਂ ਰਾਹੀਂ ਉਹਨੇ ਆਪਦੀ ਬਾਰ ਦੇ ਉਹਨਾਂ ਸਾਰੇ ਅਮੀਰ ਆਦਮੀਆਂ ਕੋਲ ਸੱਦੇ ਸੁਨੇਹਾ ਭੇਜੇ ਕਿ ਲੜਕੀਆਂ ਦੀ ਸ਼ਾਦੀ ਕਰਨੀ ਹੈ, ਜੋ ਜੋ ਬਣਦਾ ਸਰਦਾ ਹੈ ਤੁਸੀਂ ਉਹਦੇ ਵਿੱਚ ਦਾਨ ਵਜੋਂ ਮੈਨੂੰ ਸਮਾਨ ਭੇਜੋ। ਉਹ ਬਹੁਤ ਸਾਰਾ ਸਮਾਨ, ਕੱਪੜੇ, ਸੂਟ, ਬਿਸਤਰੇ, ਕੋਈ ਰਾਸ਼ਨ, ਉਹ ਉਸ ਵੇਲੇ ਦੁੱਲੇ ਕੋਲ ਇਕੱਠਾ ਹੋਇਆ। ਅਜੇ ਉਹਨੂੰ ਘੱਟ ਨਜ਼ਰ ਆਇਆ, ਉਸਨੇ ਫਿਰ ਦੂਜਾ ਸੁਨੇਹਾ ਭੇਜਿਆ ਪਿੰਡਾਂ ਦੇ ਵਿੱਚ ਵੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਮੁੰਡਿਆਂ ਦੀ ਸ਼ਾਦੀ ਕੀਤੀ ਗਈ ਹੈ, ਖੁਸ਼ੀ ਹੋਈ ਆਈ ਹੈ, ਜਿਨ੍ਹਾਂ ਦੇ ਘਰਾਂ ਵਿੱਚ ਮੁੰਡੇ ਪੋਤਰੇ ਪੈਦਾ ਹੋਏ ਨੇ, ਉਹਨਾਂ ਦੇ ਘਰ ਖੁਸ਼ੀ ਆਈ ਹੈ, ਉਹ ਵੀ ਇਹਨਾਂ ਲੜਕੀਆਂ ਦੇ ਦਾਨ ਵਿੱਚ ਹਿੱਸਾ ਪਾਉਣ। ਉਹਨੇ ਉਹ 40-45 ਮੁੰਡਿਆਂ ਦੇ 10-10 ਮੁੰਡਿਆਂ ਦੇ ਟੋਲੇ ਬਣਾ ਕੇ ਇੱਕ ਗੀਤ ਬਣਾ ਕੇ ਉਹਨਾਂ ਘਰਾਂ ਦੇ ਵਿੱਚ ਉਹਨਾਂ ਨੂੰ ਭੇਜਿਆ, ਜਿਹਨੂੰ ਕਹਿੰਦੇ ਨੇ ਲੋਹੜੀ ਮੰਗਣੀ। ਉਹਨਾਂ ਨੇ ਉਹ ਗੀਤ ਗਾ ਕੇ ਉਹਨਾਂ ਘਰਾਂ ਦੇ ਵਿੱਚੋਂ ਉਹਨਾਂ ਲੜਕੀਆਂ ਵਾਸਤੇ ਦਾਨ ਮੰਗ ਕੇ ਲਿਆਂਦਾ। ਜਿਹੜਾ ਸਮਾਨ ਬੱਗੇ ਮਲਕੀਰੇ ਦਾ ਲੁੱਟਿਆ ਸੀ, ਉਹ ਸਾਰੇ ਦਾ ਸਾਰਾ ਉਸ ਦਾਜ ਦੇ ਵਿੱਚ ਰੱਖ ਦਿੱਤਾ ਗਿਆ। ਉਹਨਾਂ ਲੜਕੀਆਂ ਦੇ ਦਾਜ ਦਹੇਜ ਵਿੱਚ ਇੰਨਾ ਸਾਮਾਨ, ਇੰਨੀ ਸਮੱਗਰੀ ਇਕੱਠੀ ਹੋ ਗਈ ਕਿ ਉਸ ਜ਼ਮਾਨੇ ਦਾ ਇੱਕ ਰਿਵਾਜ ਸੀ ਕਿ ਸਹਿੰਦੇ ਲੋਕ ਆਪਦੀਆਂ ਲੜਕੀਆਂ ਨੂੰ ਇੱਕ ਜਾਨਵਰ ਦਿਆ ਕਰਦੇ ਸਨ। ਜਿਵੇਂ ਅੱਜ ਦੇ ਜ਼ਮਾਨੇ ਵਿੱਚ ਲੋਕ ਲੜਕੀ ਦੇ ਵਿਆਹ ਵਿੱਚ ਕੋਈ ਮਸ਼ੀਨਰੀ ਦਿੰਦੇ ਨੇ, ਕੋਈ ਕਾਰ ਦਿੰਦਾ ਹੈ, ਕੋਈ ਉਹਦੀ ਸਮਰੱਥਾ ਦੇ ਮੁਤਾਬਕ ਬਾਈਕ ਦਿੰਦਾ ਹੈ, ਕੋਈ ਸਕੂਟਰ ਦਿੰਦਾ ਹੈ। ਇਸ ਤਰ੍ਹਾਂ ਉਸ ਜ਼ਮਾਨੇ ਦੇ ਵਿੱਚ
ਕੋਈ ਘੋੜੀ ਦਿੰਦਾ ਸੀ, ਕੋਈ ਮੱਝ ਦਿੰਦਾ ਸੀ, ਕੋਈ ਊਠ ਦਿੰਦਾ ਸੀ। ਇਸ ਤਰ੍ਹਾਂ ਦਾ ਉਸ ਵੇਲੇ ਜ਼ਮਾਨਾ ਸੀ। ਉਹਨਾਂ ਨੇ ਵੀ 14 ਮੱਝਾਂ, 8 ਗਾਵਾਂ, 6 ਊਠ, ਇਹ ਵੀ ਜਾਨਵਰ ਵੀ ਲੋਕਾਂ ਨੇ ਉਹਨਾਂ ਲੜਕੀਆਂ ਵਾਸਤੇ ਦਾਨ ਵਜੋਂ ਭੇਜੇ। ਦੁੱਲੇ ਦੇ 32 ਪਿੰਡਾਂ ਦੀ ਪੂਰੇ ਬਾਰ ਦੇ ਨੂੰ ਸੱਦਾ ਦਿੱਤਾ ਗਿਆ ਤੇ ਸਾਰੇ ਲੋਕ ਉਸ ਵਿਆਹ ਦੇ ਵਿੱਚ, ਉਸ ਸ਼ਾਦੀ ਦੇ ਵਿੱਚ ਸ਼ਾਮਲ ਹੋਏ। ਬਹੁਤ ਵੱਡਾ ਇਕੱਠ ਉਹਨਾਂ ਦੀ ਸ਼ਾਦੀ ਵਿੱਚ ਹੋਇਆ। ਹਿੰਦੂ ਵੀਰਾਂ ਦੀ ਸ਼ਾਦੀ ਦੇ ਵਿੱਚ ਜਦੋਂ ਇਹ ਲੜਕੀ ਦੀ ਸ਼ਾਦੀ ਕਰਦੇ ਨੇ, ਇੱਕ ਹਵਨ ਕੁੰਡ ਦੇ ਵਿੱਚ ਅੱਗ ਬਾਲ ਕੇ ਉਸ ਬਸੰਤਰ ਦੇਵਤੇ ਨੂੰ ਸਾਖੀ ਮੰਨ ਕੇ ਉਹਦੇ ਦੁਆਲੇ ਫਿਰ ਫੇਰੇ ਕੀਤੇ ਜਾਂਦੇ ਨੇ, ਲਾਵਾਂ ਕੀਤੀਆਂ ਜਾਂਦੀਆਂ ਨੇ। ਇਹ ਰਸਮ ਹੁੰਦੀ ਹੈ। ਇਸੇ ਤਰ੍ਹਾਂ ਦੁੱਲੇ ਨੇ ਲੱਕੜਾਂ ਦਾ ਇੱਕ ਵੱਡਾ ਢੇਰ ਲਾਇਆ, ਉਹਨੂੰ ਉਹਦੇ ਦੁਆਲੇ ਉਹਨਾਂ ਲੜਕੀਆਂ ਦੀਆਂ ਲਾਵਾਂ ਕਰਾਈਆਂ ਗਈਆਂ। ਲੋਕਾਂ ਨੇ, ਸਰਦੀ ਬਹੁਤ ਸੀ, ਗੁੜ ਲਿਆਂਦਾ ਸੀ, ਤਿਲ ਲਿਆਂਦੇ ਸੀ। ਉਹ ਤਿਲ, ਉਹ ਗੁੜ, ਉਹ ਲੋਕਾਂ ਨੂੰ ਖਾਣ ਲਈ ਵੰਡਿਆ ਗਿਆ। ਕੁਛ ਉਸ ਅਗਨੀ ਵਿੱਚ ਸਮੱਗਰੀ ਦੇ ਰੂਪ ਵਿੱਚ ਪਾਇਆ ਗਿਆ, ਕਿਉਂਕਿ ਹਵਨ ਕੁੰਡ ਦੀ ਵਿੱਚ ਕੁਛ ਸਮੱਗਰੀ ਪਾਈ ਜਾਂਦੀ ਹੈ। ਇਸੇ ਤਰ੍ਹਾਂ ਉਹਦੇ ਵਿੱਚ ਕੁਛ ਘਿਓ, ਕੁਛ ਤੇਲ, ਕੁਛ ਗੁੜ, ਕੁਛ ਹੋਰ ਖਾਣ ਪੀਣ ਦਾ ਸਾਜੋ ਸਮਾਨ ਉਹਦੇ ਵਿੱਚ ਲੱਕੜਾਂ ਤੇ ਪਾਇਆ ਗਿਆ। ਜਦੋਂ ਉਹ ਅੱਗ ਬਲੀ ਬੜੀ ਉੱਚੀ, ਉਹਦੇ ਦੁਆਲੇ ਫਿਰ ਉਹਨਾਂ ਲੜਕੀਆਂ ਦੋਵਾਂ ਦੀਆਂ ਇਕੱਠੀਆਂ ਦੀਆਂ ਲਾਵਾਂ ਕੀਤੀਆਂ ਗਈਆਂ ਤੇ ਉੱਥੇ ਉਹਨਾਂ ਨੇ ਆਈ ਹੋਈ ਬਰਾਤ ਨੂੰ ਉਸ ਜ਼ਮਾਨੇ ਦੇ ਵਿੱਚ 1 ਪਾਈਆ ਸ਼ੱਕਰ ਦੇ ਵਿੱਚ ਘਿਓ ਮਿਲਾ ਕੇ ਦਿੱਤਾ ਜਾਂਦਾ ਸੀ। ਇਹ ਸ਼ਗਨ ਹੋਇਆ ਕਰਦਾ ਸੀ। ਲੇਕਿਨ ਹੁਣ ਦੁੱਲੇ ਕੋਲ ਸ਼ੱਕਰ ਇੰਨੀ ਜ਼ਿਆਦਾ ਇਕੱਠੀ ਹੋ ਚੁੱਕੀ ਸੀ, ਦੇਸੀ ਘਿਓ ਇੰਨਾ ਜ਼ਿਆਦਾ ਇਕੱਠਾ ਹੋ ਚੁੱਕਾ ਸੀ। ਦੁੱਲੇ ਨੇ 2 ਲੜਕਿਆਂ ਦੇ ਘਰਾਂ ਚੋਂ ਖੁੱਲੀ ਡੁੱਲੀ ਆਈ ਬਰਾਤ ਨੂੰ ਤੇ ਆਪਦੀ ਬਾਰ ਦੇ 32 ਪਿੰਡਾਂ ਚੋਂ ਪਹੁੰਚੇ ਹੋਏ ਉਹਨਾਂ ਦੇ ਸਾਰੇ ਪਿੰਡ ਵਾਸੀਆਂ ਨੂੰ, ਹੋਰ ਲਾਗਲੀਆਂ ਬਾਰਾਂ ਚੋਂ ਵੀ ਆਏ ਹੋਏ ਸਾਰਿਆਂ ਲੋਕਾਂ ਨੂੰ ਉਸ ਜ਼ਮਾਨੇ 'ਚ ਇੱਕ ਸ਼ੇਰ, ਵੱਡਾ ਛੰਨਾ ਸ਼ੇਰ ਦਾ, ਉਹਦੇ ਵਿੱਚ ਸ਼ੱਕਰ ਪਾ ਕੇ, ਘਿਓ ਪਾ ਕੇ, ਸ਼ੇਰ ਸ਼ੱਕਰ ਉਹਨਾਂ ਨੂੰ ਸ਼ਗਨ ਵਜੋਂ ਖਾਣ ਨੂੰ ਦਿੱਤੀ ਗਈ, ਵੰਡੀ ਗਈ। ਇੰਨਾ ਖੁੱਲਾ ਡੁੱਲਾ ਕੰਮ ਹੋਇਆ। ਇਹਦੇ ਉੱਤੇ ਉਸ ਜ਼ਮਾਨੇ 'ਚ ਇੱਕ ਗੀਤ ਬਣਿਆ ਸੀ, ਸੁੰਦਰ ਮੁੰਦਰੀ ਦਾ, ਕਿਉਂਕਿ ਸ਼ਾਦੀ ਹੋਈ ਸੀ ਤਾਂ ਸੁੰਦਰ ਮੁੰਦਰੀਆ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ, ਦੁੱਲੇ ਧੀ ਵਿਆਹੀ ਹੋ, ਸ਼ੇਰ ਸ਼ੱਕਰ ਪਾਈ ਹੋ। ਇਸ ਤਰ੍ਹਾਂ ਕਰਕੇ ਇਹ ਗੀਤ ਗਾਇਆ ਗਿਆ ਕਿ ਉਹਨਾਂ ਵਿਚਾਰੀਆਂ ਦਾ ਦੁੱਲਾ ਬਣਿਆ ਭਰਾ, ਤੇ ਦੁੱਲੇ ਨੇ ਉਹਨਾਂ ਲੜਕੀਆਂ ਦੀ ਰੱਜ ਕੇ ਦਾਜ ਦੇ ਕੇ ਵਿਆਹ ਕਰਕੇ ਉਹਨਾਂ ਦੀ ਸ਼ਾਦੀ ਕੀਤੀ ਤੇ ਆਏ ਹੋਏ ਮਹਿਮਾਨਾਂ ਨੂੰ ਪਾਈਆ ਦੀ ਥਾਂ ਤੇ ਸ਼ੇਰ ਸ਼ੱਕਰ ਘਿਓ ਪਾ ਕੇ ਉਹਨਾਂ ਨੂੰ ਸ਼ਗਨ ਵਜੋਂ ਦਿੱਤੀ ਗਈ। ਉਹ ਸ਼ਾਦੀ ਲਾਹੌਰ ਤੱਕ ਦੇ ਇਲਾਕੇ ਵਿੱਚ ਮਸ਼ਹੂਰ ਹੋ ਕੇ ਸ਼ਾਦੀ ਮੰਨਿਆ ਗਿਆ ਕਿ ਦੁੱਲੇ ਨੇ ਕੋਈ ਸ਼ਾਦੀ ਕੀਤੀ। ਅੱਜ ਵੀ ਉਸ ਸ਼ਾਦੀ ਵਾਲੇ ਦਿਨ ਨੂੰ ਲੋਹੜੀ ਦੇ ਰੂਪ ਵਿੱਚ, ਉਸ ਸ਼ਾਦੀ ਦੇ ਦਿਨ ਨੂੰ ਲੋਹੜੀ ਦੇ ਰੂਪ ਵਿੱਚ ਭਾਰਤੀ ਪੰਜਾਬ ਦੇ ਵਿੱਚ ਦੁੱਲੇ ਦਾ ਉਹ ਦਿਨ ਮਨਾਇਆ ਜਾਂਦਾ ਹੈ। ਅਸਲ ਵਿੱਚ ਉਹ ਦੁੱਲਾ ਡੇ ਹੁੰਦਾ ਹੈ, ਕਿਉਂਕਿ ਪ੍ਰਚਾਰ ਦੀ ਘਾਟ ਕਰਕੇ ਇਹ ਗੱਲ ਦਾ ਬਹੁਤਿਆਂ ਲੋਕਾਂ ਨੂੰ ਪਤਾ ਨਹੀਂ। ਉਹ ਅਸਲ ਵਿੱਚ ਦੁੱਲਾ ਦਿਵਸ ਮਨਾਇਆ ਜਾਂਦਾ ਹੈ। ਦੁੱਲੇ ਦੇ ਨਾਂ ਦੇ ਉਹੀ ਗੀਤ ਨੂੰ ਬਾਰ-ਬਾਰ ਉਸੇ ਤਰ੍ਹਾਂ ਹੀ ਟੋਲੀਆਂ ਬਣਾ ਕੇ ਨੌਜਵਾਨ ਲੜਕੇ, ਨੌਜਵਾਨ ਲੜਕੀਆਂ ਲੋਹੜੀ ਮੰਗਦੀਆਂ ਨੇ ਬੜੇ ਚਾਅ ਨਾਲ। ਤੇ ਉਹ ਜਦੋਂ ਪੈਸੇ ਇਕੱਠੇ ਹੁੰਦੇ ਨੇ, ਉਹਨਾਂ ਇਕੱਠਿਆਂ ਪੈਸਿਆਂ ਵਿੱਚ ਕੋਈ ਸਾਂਝਾ ਕੰਮ ਕਰ ਲਿਆ ਜਾਂਦਾ ਹੈ। ਉਹ ਗੁਰਦੁਆਰਿਆਂ ਦੇ ਵਿੱਚ, ਮੰਦਿਰਾਂ ਦੇ ਵਿੱਚ ਕਿਸੇ ਬਰਤਨ ਲੈ ਦਿੱਤੇ ਜਾਂਦੇ ਨੇ, ਕਿਤੇ ਕੋਈ ਕੰਸਟਰਕਸ਼ਨ ਦਾ ਕੰਮ ਚੱਲਦਾ ਹੈ, ਉਹ ਕਰਾ ਦਿੱਤਾ ਜਾਂਦਾ ਹੈ। ਤਾਂ ਉਹ ਦਿਨ ਭਾਰਤੀ ਪੰਜਾਬ ਦੇ ਵਿੱਚ ਲੋਹੜੀ ਦੇ ਰੂਪ ਵਿੱਚ ਦੁੱਲਾ ਦਿਵਸ ਮਨਾਇਆ ਜਾਂਦਾ ਹੈ। ਦੁੱਲੇ ਦੀ ਯਾਦ ਅੱਜ ਵੀ ਕਾਇਮ ਹੈ। ਉਹ ਸੁੰਦਰ ਮੁੰਦਰੀਆ ਦੀ ਸ਼ਾਦੀ ਨੂੰ
ਗੀਤ ਕੀਤਾ ਗਿਆ। ਇਹ ਦੁੱਲੇ ਦੇ ਪਰਉਪਕਾਰ ਦੀਆਂ ਉਹ ਗੱਲਾਂ ਸਨ। ਦੁੱਲੇ ਦੇ ਜੀਵਨ ਵਿੱਚ ਇੱਕ ਘਟਨਾ ਐਸੀ ਵੀ ਵਾਪਰੀ ਕਿ ਬਾਦਸ਼ਾਹ ਅਕਬਰ ਦਾ ਇਕਲੌਤਾ ਬੇਟਾ ਸਲੀਮ, ਸ਼ਹਿਜ਼ਾਦਾ ਸਲੀਮ, ਜੋ ਬਾਅਦ ਵਿੱਚ ਨੂਰਦੀਨ ਜਹਾਂਗੀਰ ਦੇ ਲਕਬ ਨਾਲ ਹਿੰਦੁਸਤਾਨ ਦਾ ਬਾਦਸ਼ਾਹ ਵੀ ਬਣਿਆ, ਉਹ ਅਕਸਰ ਲਾਹੌਰ ਆਉਂਦਾ ਸੀ ਤੇ ਉਹਦੇ ਮਨ ਵਿੱਚ ਸੀ ਕਿ ਲਾਹੌਰ ਦੇ ਲਾਗੇ ਮੈਂ ਆਪਦੇ ਨਾਂ ਦੇ ਉੱਤੇ ਇੱਕ ਸ਼ਹਿਰ ਵਸਾਉਣਾ ਹੈ। ਸਲੀਮ ਦਾ ਛੋਟਾ ਨਿਕਨੇਮ ਘਰ ਦੇ ਵਿੱਚ ਸ਼ੇਖੂ ਸੀ, ਸ਼ੇਖੂ। ਉਹਦੀ ਮਾਂ ਤੇ ਅਕਬਰ ਉਸ ਨੂੰ ਸ਼ੇਖੂ ਕਰਕੇ ਬੁਲਾਉਂਦੇ ਸਨ ਤੇ ਉਹ ਮਹਾਨ ਸੰਤ ਫਕੀਰ ਜੋ ਅਜਮੇਰ ਸ਼ਰੀਫ ਵਿੱਚ ਜਿਨ੍ਹਾਂ ਦੀ ਦਰਗਾਹ ਹੈ, ਉਹਨਾਂ ਦੇ ਵਰ ਨਾਲ ਹੋਇਆ ਸੀ। ਉਸ ਕਰਕੇ ਉਹਦਾ ਨਾਂ ਸਲੀਮ ਰੱਖਿਆ ਗਿਆ ਸੀ। ਉਸ ਫਕੀਰ ਦਾ ਨਾਂ ਸਲੀਮ ਚਿਸ਼ਤੀ ਸੀ ਤੇ ਉਹਨਾਂ ਦੇ ਨਾਮ ਦੇ ਉੱਤੇ ਉਹਦਾ ਨਾਂ ਸਲੀਮ ਵੀ ਰੱਖਿਆ ਗਿਆ ਸੀ। ਬਾਅਦ ਵਿੱਚ ਉਹ ਨੂਰਦੀਨ ਜਹਾਂਗੀਰ ਦੇ ਲਕਬ ਨਾਲ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਉਹਦੇ ਮਨ ਵਿੱਚ ਸੀ ਕਿ ਮੈਂ ਇੱਕ ਸ਼ਹਿਰ ਵਸਾਉਣਾ ਹੈ। ਉਹਨੇ ਲਾਹੌਰ ਦੇ ਲਾਗੇ ਆਪਦੇ ਸ਼ੇਖੂ ਨਾਂ ਦੇ ਉੱਤੇ ਇੱਕ ਸ਼ੇਖੂਪੁਰ ਨਾਂ ਦਾ ਸ਼ਹਿਰ ਸ਼ੁਰੂ ਕੀਤਾ। ਉਹਦਾ ਕਿਲ੍ਹਾ ਬਣਦਾ ਪਿਆ ਸੀ। ਉਹ ਇੱਥੇ ਆ ਕੇ ਬਹੁਤ ਦਿਨ ਰਹਿੰਦਾ ਸੀ, ਕੰਸਟਰਕਸ਼ਨ ਹੁੰਦੀ ਵੇਖਦਾ ਸੀ, ਇਮਾਰਤਾਂ ਦੇ ਬਣਦੀਆਂ ਵੇਖਦਾ ਸੀ। ਇੱਕ ਦਿਨ ਉਹ ਸ਼ਿਕਾਰ ਖੇਡਦਾ ਸਾਂਦਰ ਬਾਰ ਦੇ ਜੰਗਲਾਂ ਵਿੱਚ ਆ ਗਿਆ। ਇੱਥੇ ਫਿਰਦੀ ਹੋਈ ਦੁੱਲੇ ਦੀ ਫੌਜ ਨੇ ਉਹਨੂੰ ਘੇਰ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਦੁੱਲੇ ਦੇ ਦੀਵਾਨ ਖਾਨੇ ਵਿੱਚ, ਦੁੱਲੇ ਦੇ ਦਫ਼ਤਰ ਵਿੱਚ ਉਸਨੂੰ ਦੁੱਲੇ ਦੇ ਰੂਬਰੂ ਪੇਸ਼ ਕੀਤਾ ਗਿਆ। ਦੁੱਲੇ ਨੇ ਪੁੱਛਿਆ, ਤੂੰ ਕੌਣ ਹੈ? ਉਹਨੇ ਬੜੀ ਦਲੇਰੀ ਨਾਲ ਰੋਹਬ ਪਾਉਣ ਵਜੋਂ ਇਹ ਗੱਲ ਕੀਤੀ। ਕਹਿੰਦਾ ਕਿ ਮੈਂ ਸ਼ਹਿਜ਼ਾਦਾ ਸਲੀਮ ਹਾਂ, ਮੈਂ ਹਿੰਦੁਸਤਾਨ ਦੇ ਸ਼ਹਿਨਸ਼ਾਹ ਅਕਬਰ ਦਾ ਇਕਲੌਤਾ ਬੇਟਾ ਹਾਂ ਤੇ ਮੈਂ ਗਲਤੀ ਨਾਲ ਸ਼ਿਕਾਰ ਖੇਡਦਾ ਹੋਇਆ ਤੁਹਾਡੀ ਇਸ ਸ਼ਿਕਾਰਗਾਹ ਵਿੱਚ ਆ ਗਿਆ। ਮੈਂ ਇਸ ਚੀਜ਼ ਦੀ ਮਾਫੀ ਚਾਹੁੰਦਾ। ਦੁੱਲੇ ਦੇ ਇੱਕ ਸਾਥੀ ਨੇ ਆਖਿਆ, ਦੁੱਲਿਆ, ਇਹ ਉਸ ਕਾਤਲ ਦਾ ਬੇਟਾ ਹੈ ਜਿਹਨੇ ਤੇਰੇ ਬਾਪ ਨੂੰ ਤੇ ਤੇਰੇ ਦਾਦੇ ਨੂੰ ਮਾਰਿਆ ਹੈ। ਅੱਜ ਬੜਾ ਮੌਕਾ ਹੈ, ਆਪਾਂ ਇਹਦਾ ਸਿਰ ਵੱਢ ਕੇ ਬੋਰੀ ਚ ਪਾ ਕੇ ਤੇਰੇ ਦਾਦੇ ਦੀ ਤਰ੍ਹਾਂ ਅਕਬਰ ਬਾਦਸ਼ਾਹ ਨੂੰ ਤੋਹਫਾ ਭੇਜੀਏ। ਇਸ ਤੋਂ ਵੱਡਾ ਮੌਕਾ ਫੇਰ ਨਹੀਂ ਮਿਲਣਾ। ਇੱਥੇ ਪਤਾ ਲੱਗਦਾ ਮਨੁੱਖ ਦੀ, ਬੰਦੇ ਦੀ ਸੂਝ ਬੂਝ ਤੇ ਬਹਾਦਰੀ ਦਾ। ਦੁੱਲੇ ਨੇ ਆਖਿਆ, ਨਾ, ਇਸ ਬੰਦੇ ਦੇ ਨਾਲ ਮੇਰਾ ਕੋਈ ਵੀ ਦੁਸ਼ਮਣੀ, ਕੋਈ ਵੀ ਤਕਰਾਰ ਨਹੀਂ। ਮੇਰੀ ਦੁਸ਼ਮਣੀ ਇਹਦੇ ਬਾਪ ਅਕਬਰ ਦੇ ਨਾਲ ਹੈ। ਜਦੋਂ ਕਦੀ ਮੇਰਾ ਉਹਦਾ ਸਾਹਮਣਾ ਹੋਇਆ, ਇਹ ਬਦਲੇ ਮੈਂ ਉਹਦੇ ਕੋਲੋਂ ਲਵਾਂਗਾ। ਇਸ ਕਰਕੇ ਇਹਨੇ ਕਿਉਂਕਿ ਗਲਤੀ ਵੀ ਮੰਨ ਲਈ ਤੇ ਮਾਫੀ ਵੀ ਮੰਗ ਲਈ, ਇਸ ਨੂੰ ਆਜ਼ਾਦ ਕਰ ਦਿਓ, ਜਾ, ਤੈਨੂੰ ਮਾਫ ਕੀਤਾ। ਇਹ ਗੱਲ ਸੁਣ ਕੇ ਸ਼ਹਿਜ਼ਾਦਾ ਸਲੀਮ ਬਹੁਤ ਪ੍ਰਭਾਵਿਤ ਹੋਇਆ ਕਿ ਏਡਾ ਵਧੀਆ, ਏਡਾ ਜਵਾਨ, ਏਡਾ ਬਹਾਦਰ, ਏਡਾ ਦਰਿਆ ਦਿਲ ਬੰਦਾ ਦੁੱਲਾ, ਤੇ ਮੇਰੇ ਬਾਪ ਨੇ ਇਹਦੇ ਨਾਲ ਐਵੇਂ ਹੀ ਦੁਸ਼ਮਣੀ ਪਾਲੀ ਹੋਈ। ਇਹਨੂੰ ਤੇ ਸਾਡਾ ਸਾਥੀ ਬਣਾਉਣਾ ਚਾਹੀਦਾ ਸੀ। ਖੈਰ, ਸਲੀਮ ਨੂੰ ਆਜ਼ਾਦ ਕਰਤਾ, ਉਹ ਚਲਾ ਗਿਆ। ਵਾਪਸ ਜਾ ਕੇ ਉਹਨੇ ਆਪਦੇ ਬਾਪ ਸ਼ਹਿਨਸ਼ਾਹ ਅਕਬਰ ਨਾਲ ਸਮਾਂ ਮਿਲ ਕੇ ਉਹਦੇ ਨਾਲ ਗੱਲ ਕੀਤੀ ਕਿ ਅੱਬਾ ਜਾਨ, ਉਹ ਜਿਹੜਾ ਦੁੱਲਾ ਜਿਹਨੂੰ ਤੁਸੀਂ ਸਜ਼ਾਵਾਂ ਦੇਣ ਦੀਆਂ ਗੱਲਾਂ ਕਰਦੇ ਹੋ, ਮੈਂ ਸੁਣਦਾ, ਉਹਦੇ ਵਰਗਾ ਤਾਂ ਬੰਦਾ ਲੱਭਣਾ ਬੜਾ ਔਖਾ ਹੈ। ਏਡਾ ਉੱਚਾ ਲੰਮਾ ਦਲੇਰ ਜਵਾਨ ਮੁੰਡਾ, ਉਹਨੂੰ ਤਾਂ ਸਾਡੀ ਫੌਜ ਦਾ ਕਿਤੇ ਕਮਾਂਡਰ ਲਾਇਆ ਜਾਵੇ ਤੇ ਆਪਾਂ ਨੂੰ ਪਰਵਾਹ ਨਾ ਰਵੇ ਪੰਜਾਬ ਦੇ ਵਿੱਚ। ਉਹਦੇ ਨਾਲ ਦੁਸ਼ਮਣੀ ਮੇਰਾ ਖਿਆਲ ਹੈ ਤਿਆਗਦੀ ਨਹੀਂ ਚਾਹੀਦੀ ਤੇ ਉਸ ਨਾਲ ਦੋਸਤੀ ਪਾ ਲੈਣੀ ਚਾਹੀਦੀ। ਅਕਬਰ ਨੇ ਉਹ ਗੱਲ ਸੁਣੀ, ਪਰ ਨੌਜਵਾਨ ਮੁੰਡੇ ਦੀ ਕਈ ਗੱਲ ਨੂੰ ਕੋ ਬਹੁਤਾ ਗੌਲਿਆ ਨਹੀਂ।
ਪਰ ਇਸ ਗੱਲ ਦੇ ਵਿੱਚ ਉਹ ਆਸਾਨਮੰਦ ਹੋਇਆ ਕਿ ਮੇਰੇ ਬੇਟੇ ਨੂੰ ਉਹਨੇ ਛੱਡ ਦਿੱਤਾ ਹੈ। ਜੇ ਉਹ ਮਾਰ ਕੇ ਵਾਕਿਆ ਹੀ ਬੋਰੀ 'ਚ ਪਾ ਕੇ ਭੇਜ ਦਿੰਦਾ ਤੇ ਇੱਕ ਮੇਰਾ ਇਕਲੌਤਾ ਬੇਟਾ ਅਕਬਰੀ ਖਾਨਦਾਨ, ਮੁਗਲਿਆ ਖਾਨਦਾਨ ਦਾ ਚਿਰਾਗ ਬੁਝ ਜਾਣਾ ਸੀ, ਮੇਰੇ ਪੱਲੇ ਕੀ ਰਹਿ ਜਾਣਾ ਸੀ। ਇਹ ਆਸਾਨ ਤਾਂ ਦੁੱਲੇ ਦਾ ਮੇਰੇ ਤੇ ਬਣ ਗਿਆ। ਉਸ ਤੋਂ ਬਾਅਦ ਗੁੱਸੇ ਵਿੱਚ ਆਏ ਹੋਏ ਅਕਬਰ ਨੇ, ਕਿਉਂਕਿ ਉਹਦਾ ਇੱਕ ਵਧੀਆ ਸਿਪਾ ਸਲਾਰ ਮਾਰਿਆ ਗਿਆ ਸੀ, ਉਹਦਾ ਸਮਾਨ ਲੁੱਟ ਲਿਆ ਗਿਆ ਸੀ, ਉਸਨੇ ਉਸ ਦੇ ਗੁੱਸੇ ਵਿੱਚ ਆ ਕੇ ਆਪਦੇ ਦਰਬਾਰ ਵਿੱਚ ਦਰਬਾਰੀਆਂ ਨੂੰ ਕਿਹਾ ਕਿ ਮੇਰੇ ਦਰਬਾਰ 'ਚ ਕੋਈ ਹੈ ਜੋ ਦੁੱਲੇ ਨੂੰ ਮੁਸ਼ਕਾਂ ਬਣ ਕੇ ਮੇਰੇ ਦਰਬਾਰ ਆਗਰੇ 'ਚ ਪੇਸ਼ ਕਰੇ। ਕਹਿੰਦੇ ਨੇ ਕਿ ਵੱਡੇ ਵੱਡੇ ਜਰਨੈਲਾਂ ਨੇ ਸਿਰ ਝੁਕਾ ਦਿੱਤੇ, ਕੋਈ ਤਿਆਰ ਨਹੀਂ ਹੋਇਆ। ਦੂਜੀ ਵਾਰ ਅਕਬਰ ਨੇ ਫੇਰ ਪੁੱਛਿਆ ਕੋਈ ਹੈ, ਫਿਰ ਕੋਈ ਨਹੀਂ ਮੰਨਿਆ। ਉਸ ਤੋਂ ਬਾਅਦ ਉਸਨੇ ਕਿਹਾ ਕਿ ਤੁਰੰਤ ਮਿਰਜ਼ਾ ਨਿਜ਼ਾਮੁਦੀਨ ਨੂੰ ਬੁਲਾਇਆ ਜਾਏ। ਮਿਰਜ਼ਾ ਨਿਜ਼ਾਮੁਦੀਨ ਇੱਕ ਬਹੁਤ ਵਧੀਆ ਜੋਸ਼ੀਲਾ ਨੌਜਵਾਨ ਜਰਨੈਲ ਸੀ, ਜਿਹੜਾ ਅਕਬਰ ਦੀਆਂ ਬਹੁਤ ਔਖੀਆਂ ਤੇ ਵੱਡੀਆਂ ਮੁਹਿੰਮਾਂ ਦੇ ਵਿੱਚ ਅੱਗੇ ਹੋ ਕੇ ਲੜਦਾ ਸੀ। ਅਕਬਰ ਨੇ ਉਹਨੂੰ ਬਹੁਤ ਵੱਡੀਆਂ ਸਹੂਲਤਾਂ ਤੇ ਰਿਆਇਤਾਂ ਦਿੱਤੀਆਂ ਹੋਈਆਂ ਸਨ, ਕਿਉਂਕਿ ਉਹ ਉਹਦਾ ਲਾਡਲਾ ਤੇ ਵੱਡਾ ਤੇ ਵਧੀਆ ਜਰਨੈਲ ਸੀ। ਮਿਰਜ਼ਾ ਨਿਜ਼ਾਮੁਦੀਨ ਕਸੂਰ ਦਾ ਰਹਿਣ ਵਾਲਾ ਸੀ, ਪੰਜਾਬ ਦਾ ਸੀ। ਮਿਰਜ਼ਾ ਨਿਜ਼ਾਮੁਦੀਨ ਪੇਸ਼ ਹੋਇਆ, ਉਸਨੇ ਪੁੱਛਿਆ ਜਾਮਪਨਾ ਹੁਕਮ। ਉਹਨੇ ਕਿਹਾ ਕਿ ਤੁਰੰਤ ਜਾਓ, ਪਿੰਡੀ ਭੱਟੀਆਂ ਵਿੱਚੋਂ ਦੁੱਲੇ ਦੀਆਂ ਮੁਸ਼ਕਾਂ ਬਣ ਕੇ ਤੇ ਪਿੰਡੀ ਭੱਟੀਆਂ ਨੂੰ ਪੂਰੀ ਤਰ੍ਹਾਂ ਲੁੱਟ ਕੇ, ਜਿਹੜਾ ਸਮਾਨ ਉਹਨੇ ਸਾਡਾ ਲੁੱਟ ਕੇ ਉਹਨਾਂ ਲੋਕਾਂ ਨੂੰ ਵੰਡਿਆ, ਉਹਨਾਂ ਦੇ ਘਰਾਂ ਚੋਂ ਉਹਨਾਂ ਦਾ ਵੀ ਸਮਾਨ ਚੁੱਕ ਕੇ ਲੈ ਆਓ ਤੇ ਉਹਨਾਂ ਦੀਆਂ ਔਰਤਾਂ ਸਮੇਤ ਸਾਰਿਆਂ ਨੂੰ ਬੰਨ੍ਹ ਕੇ ਮੇਰੇ ਸਾਹਮਣੇ ਪੇਸ਼ ਕਰੋ। ਜਿੰਨੀ ਤੁਹਾਨੂੰ ਫੌਜ ਚਾਹੀਦੀ ਉਹ ਲੈ ਜਾਓ। ਮਿਰਜ਼ਾ ਨਿਜ਼ਾਮੁਦੀਨ ਇੱਕ ਵੱਡੀ ਫੌਜ ਲੈ ਕੇ ਪਿੰਡੀ ਭੱਟੀਆਂ ਉੱਤੇ ਹਮਲਾਵਰ ਹੋਇਆ। ਕੁਦਰਤੀ ਇਸ ਦਿਨ ਦੁੱਲਾ ਭੱਟੀ ਆਪਦੇ ਨਾਨਕੇ ਗਿਆ ਹੋਇਆ ਸੀ। ਪਿੰਡੀ ਭੱਟੀਆਂ ਨੂੰ ਰਾਤ ਨੂੰ ਮਿਰਜ਼ਾ ਨਿਜ਼ਾਮੁਦੀਨ ਨੇ ਘੇਰਾ ਪਾ ਲਿਆ ਤੇ ਦਿਨ ਦੇ ਚੜ੍ਹਾਅ ਤੇ ਪਿੰਡੀ ਭੱਟੀਆਂ ਤੇ ਹਮਲਾ ਕਰ ਦਿੱਤਾ। ਪਿੰਡੀ ਨੂੰ ਚੰਗੀ ਤਰ੍ਹਾਂ ਲੁੱਟਿਆ, ਸਾੜਿਆ, ਦੁੱਲੇ ਦੇ ਬਹੁਤ ਸਾਰੇ ਸਾਥੀ ਨੌਜਵਾਨਾਂ ਦੇ ਕਤਲ ਕੀਤੇ। ਦੁੱਲੇ ਦੇ ਪਰਿਵਾਰ ਨੂੰ, ਉਹਨਾਂ ਦੇ ਘਰ ਦੀਆਂ ਔਰਤਾਂ ਨੂੰ ਸਮੇਤ ਉਹਦੀ ਮਾਤਾ ਲੱਧੀ ਨੂੰ ਗ੍ਰਿਫਤਾਰ ਕਰ ਲਿਆ, ਬੰਨ੍ਹ ਲਿਆ ਗਿਆ ਤੇ ਗੱਡਿਆਂ ਤੇ ਲੱਦ ਕੇ ਤੁਰ ਪਏ। ਤੁਰਨ ਲੱਗਿਆਂ ਨੂੰ ਮਾਂ ਲੱਧੀ ਨੇ ਆਖਿਆ, ਮਿਰਜ਼ਾ ਨਿਜ਼ਾਮੁਦੀਨ ਇੱਕ ਮੇਰੀ ਗੱਲ ਸੁਣ। ਕਹਿੰਦਾ ਦੱਸੋ ਮਾਤਾ। ਕਹਿੰਦੀ ਵੀ ਦੁੱਲੇ ਨੇ, ਮਾਂ ਨੇ ਇੱਕ ਪੈਂਤੜਾ ਮਾਰਿਆ। ਕਹਿੰਦੀ ਦੁੱਲੇ ਨੇ ਇਹ ਸਾਰਾ ਕੰਮ ਉਹਨੇ ਸਹੇੜਿਆ ਸੀ। ਅੱਜ ਜਦੋਂ ਸਾਡੇ ਤੇ ਹਮਲਾ ਹੋਇਆ, ਆਪ ਉਹ ਨਾਨਕੇ ਪਿੰਡ ਭੱਜ ਗਿਆ, ਮੁਸੀਬਤ ਸਾਡੇ ਗਲ ਪੈ ਗਈ। ਮੈਨੂੰ ਥੋੜਾ ਜਿਹਾ ਵਕਤ ਦੇ, ਮੈਂ ਇੱਕ ਚਿੱਠੀ, ਇੱਕ ਰੁਕਾ ਉਸ ਦੁੱਲੇ ਨੂੰ ਭੇਜਣਾ ਚਾਹੁੰਦੀ ਹਾਂ ਵੀ ਤੇਰੀ ਵਜ੍ਹਾ ਨਾਲ ਸਾਡੀ ਆਹ ਹਾਲਤ ਹੋ ਗਈ ਹੈ। ਉਹਨੇ ਕਿਹਾ ਭੇਜ ਦੇ। ਮਾਂ ਨੇ, ਕਹਿੰਦੇ ਨੇ ਕਿ ਉਹ ਇੱਕ ਕਾਗਜ਼ ਤੇ ਉਹ ਚਿੱਠੀ ਲਿਖੀ। ਉਸ ਚਿੱਠੀ ਨੂੰ ਪੰਜਾਬ ਦੀਆਂ ਸਫਾਂ ਵਿੱਚ ਪੰਜਾਬੀ ਕਲਚਰ ਨੇ, ਪੰਜਾਬੀ ਸੱਭਿਆਚਾਰ ਨੇ ਵਾਰ ਦਾ ਨਾਂ ਦਿੱਤਾ। ਵਾਰ, ਉਹ ਵੀਰ ਰਸ ਦੀ ਵਾਰ ਹੈ। ਇਹ ਵਾਰਾਂ ਕੋਈ 14-15 ਟਿਊਨਾਂ ਨੇ, ਰਸਾਲੂ, ਪੂਰਨ, ਕਲੀ, ਸਾਕਾ ਤੇ ਦੁੱਲੇ ਦੀ ਵਾਰ। ਇਹਨਾਂ ਦੇ ਵਿੱਚ ਸਾਰਿਆਂ ਵਿੱਚ ਸਭ ਤੋਂ ਜ਼ੋਰਦਾਰ ਜੇ ਕੋਈ ਟਿਊਨ ਹੈ ਤੇ ਉਹ ਦੁੱਲੇ ਦੀ ਵਾਰ ਦੀ ਟਿਊਨ ਮੰਨੀ ਜਾਂਦੀ ਹੈ। ਪੰਜਾਬ ਦੇ ਧਾਰਮਿਕ ਤੌਰ ਤੇ, ਜਿਹੜਾ ਭਾਰਤੀ ਪੰਜਾਬ ਹੈ, ਇਹਦੇ ਵਿੱਚ ਧਾਰਮਿਕ ਤੌਰ ਤੇ ਜਿਹੜੇ ਢਾਡੀ ਸਿੰਘ ਨੇ, ਜਿਹੜੇ ਗੁਰਦੁਆਰਿਆਂ ਦੇ ਵਿੱਚ ਕੀਰਤਨ ਕਰਦੇ ਨੇ, ਢਾਡੀ ਵਾਰਾਂ ਗਾਉਂਦੇ ਨੇ, ਗੁਰੂ ਸਾਹਿਬਾਨ ਦੇ ਜੀਵਨ ਉੱਤੇ ਉਹਨਾਂ ਨੇ ਬਹੁਤ ਸਾਰੀਆਂ ਵਾਰਾਂ ਬਣਾਈਆਂ ਹੁੰਦੀਆਂ ਨੇ। ਉਹਨਾਂ ਵਿੱਚ
ਇਹ ਦੁੱਲੇ ਦੀ ਟਿਊਨ ਦੀ ਵੀ ਜਿਹੜੀ ਵਾਰ ਗਾਈ ਜਾਂਦੀ ਉਹ ਬਹੁਤ ਜ਼ੋਰਦਾਰ, ਔਰ ਇਹ ਕਹਿੰਦੇ ਨੇ ਕਿ ਛਾਤੀ ਦੇ ਜ਼ੋਰ ਨਾਲ, ਛਾਤੀ ਦੀ ਟਿਊਨ ਨਾਲ ਇਹ ਗਾਈ ਜਾਂਦੀ। ਇਹ ਉਹ ਵਾਰ ਸੀ ਜਿਹੜੀ ਦੁੱਲੇ ਦੀ ਮਾਂ ਨੇ ਲਿਖ ਕੇ ਦੁੱਲੇ ਨੂੰ ਤਾਨਾ ਮਾਰ ਕੇ ਇੱਕ ਚਿੱਠੀ ਲਿਖੀ ਸੀ, ਵੇ ਦੁੱਲਿਆ, ਤੇਰੀ ਵਜ੍ਹਾ ਕਰਕੇ ਤੇਰੀ ਮਾਂ, ਤੇਰੀਆਂ ਭੈਣਾਂ, ਤੇਰੇ ਘਰ ਵਾਲੀਆਂ ਅਸੀਂ ਔਰਤਾਂ ਅੱਜ ਮੁਸ਼ਕਾਂ ਬਣਾ ਕੇ ਜਾ ਰਹੀਆਂ, ਤੇ ਜੇ ਤੇਰੇ 'ਚ ਕੋਈ ਮਰਦਾਨਗੀ ਤੇ ਬੋੜ ਤੇ ਇਹਨਾਂ ਕੋਲੋਂ ਬਦਲਾ ਲੈ। ਚਿੱਠੀ ਪਹੁੰਚਦਿਆਂ ਨਾਲ ਦੁੱਲੇ ਨੂੰ ਅੱਗ ਲੱਗ ਉੱਠੀ, ਉਹਦੇ ਦੌਲੇ ਫੜ ਕੇ ਉਹ ਹਵਾ ਹੋ ਗਿਆ। ਨਾਨਕੇ ਪਿੰਡ ਵਿੱਚੋਂ ਕੋਈ ਨੌਜਵਾਨਾਂ ਦੀ ਮਦਦ ਲਈ ਕੁਝ ਜਿਹੜੇ ਨੌਜਵਾਨ ਪਿੰਡ ਛੱਡ ਕੇ ਭੱਜ ਗਏ ਸਨ, ਉਹ ਅੱਗੋਂ ਦੁੱਲੇ ਨੂੰ ਮਿਲ ਪਏ। ਦੁੱਲੇ ਨੇ ਆਉਂਗੇ ਜਾਂਦੀ ਹੋਈ ਉਹਦੇ ਪਰਿਵਾਰ ਨੂੰ ਬੰਨ ਕੇ ਜਾਂਦੀ ਹੋਈ ਉਸ ਫੌਜ ਨੂੰ ਅੱਗੋਂ ਘੇਰ ਲਿਆ। ਕਹਿੰਦੇ ਨੇ ਕਿ ਬਹੁਤ ਤਗੜੀ ਗਹਿ ਗੱਚ ਲੜਾਈ ਹੋਈ, ਬਹੁਤ ਕਤਲੋ ਗਾਰਦ, ਬਹੁਤਾ ਕਤਲੋ ਖੂਨ। ਕੁਛ ਘੰਟਿਆਂ ਵਿੱਚ ਜਿਉਂਦੀਆਂ ਹੋਏ ਮਨੁੱਖ ਲਾਸ਼ਾਂ ਦੇ ਢੇਰ ਵਿੱਚ ਬਦਲ ਗਏ। ਇੰਨੀ ਵੱਢ ਟੁੱਕ ਹੋਈ, ਇੰਨਾ ਚੀਕ ਚਿਹੜਾ ਹੋਇਆ, ਇੰਨਾ ਖੂਨ ਵਗਿਆ ਕਿ ਧਰਤੀ ਲਾਲ ਹੋ ਗਈ, ਤੜ ਫੁੱਟਿਆ। ਲੋਕ ਮਿਰਜ਼ਾ ਨਿਜ਼ਾਮੁਦੀਨ ਤੇ ਜਦੋਂ ਵਾਰ ਕੀਤੀ, ਉਹਦੀ ਤਲਵਾਰ ਟੁੱਟੀ। ਛਾਲ ਮਾਰ ਕੇ ਮਿਰਜ਼ਾ ਨਿਜ਼ਾਮੁਦੀਨ ਮਾਤਾ ਲੱਦੀ ਦੇ ਕਦਮਾਂ ਤੇ ਪੈ ਗਿਆ। ਕਹਿੰਦਾ, ਮਾਂ, ਮੇਰਾ ਗੁਨਾਹ ਮਾਫ ਕਰ, ਮੈਨੂੰ ਦੁੱਲੇ ਤੋਂ ਬਚਾ, ਮੇਰੀ ਅੱਜ ਜਾਨ ਬਚਾ, ਮੈਂ ਤੇਰੇ ਕਦਮਾਂ 'ਚ ਡਿੱਗ ਪਿਆ, ਮੇਰੇ ਗੁਨਾਹ ਮਾਫ ਕਰ, ਮੈਨੂੰ ਬਚਾ ਲੈ। ਦੁੱਲਾ ਜਦੋਂ ਝਪਟ ਕੇ ਨਿਜ਼ਾਮੁਦੀਨ ਵੱਲ ਤੇ ਦੁਬਾਰਾ ਆਇਆ ਤੇ ਮਾਂ ਨੇ ਰੋਕ ਲਿਆ। ਮਾਂ ਕਹਿੰਦੀ, ਵੇ ਦੁੱਲਿਆ, ਜਦੋਂ ਦੁਸ਼ਮਣ ਪੈਰਾਂ ਤੇ ਢਹਿ ਪਵੇ ਤੇ ਮਾਫੀ ਮੰਗੇ ਤੇ ਮਰਦ ਦੀ ਮਰਦਾਨਗੀ ਦੀ ਇਹ ਆਦਤ ਹੋਣੀ ਚਾਹੀਦੀ, ਉਹਨੂੰ ਮਾਫ ਕਰ ਦਿੱਤਾ ਜਾਏ। ਕਹਿੰਦੇ ਨੇ ਕਿ ਮਾਂ ਦਾ ਹੁਕਮ ਟਾਲਿਆ ਕਦੇ ਨਹੀਂ ਸੀ ਦੁੱਲੇ ਨੇ। ਦੁੱਲੇ ਨੇ ਮਾਂ ਦੇ ਕਹਿਣ ਤੇ ਉਹਦਾ ਉਹ ਕੱਟਾ ਦੁਸ਼ਮਣ ਜਿੰਨੀ ਪਿੰਡੀ ਢਾਹ ਕੇ ਰੱਖ ਦਿੱਤੀ ਸੀ, ਉਹਨੂੰ ਮਾਫ ਕਰ ਦਿੱਤਾ। ਆਪਦੇ ਪਰਿਵਾਰ ਨੂੰ, ਆਪਦੇ ਪਿੰਡ ਦੇ ਲੋਕਾਂ ਨੂੰ, ਆਪਦੇ ਪਿੰਡ ਦੇ ਲੁੱਟੇ ਹੋਏ ਸਮਾਨ ਨੂੰ ਵਾਪਸ ਲੈ ਕੇ ਦੁੱਲਾ ਦੁਬਾਰਾ ਵਾਪਸ ਉਹਦੀ ਪਿੰਡੀ ਪਰਤਿਆ ਤੇ ਆਪਦਾ ਘੋੜਾ ਦੇ ਕੇ ਮਿਰਜ਼ਾ ਨਿਜ਼ਾਮਦੀਨ ਨੂੰ ਵਾਪਸ ਭੇਜਿਆ ਤੇ ਉਹਨੂੰ ਕਿਹਾ ਕਿ ਅਕਬਰ ਨੂੰ ਕਹਿ ਦੀ ਕਿ ਸ਼ੇਰਾਂ ਨਾਲ ਮੁਕਾਬਲੇ ਕਰਨੇ ਨੇ ਤੇ ਆਪ ਪਹੁੰਚੇ। ਇਤਿਹਾਸ ਦੱਸਦਾ ਹੈ ਕਿ ਮਿਰਜ਼ਾ ਨਿਜ਼ਾਮਦੀਨ ਨੇ ਪਹੁੰਚ ਕੇ ਦੁੱਲੇ ਦੀ ਬਹੁਤ ਸਿਫਤ ਕੀਤੀ। ਉਹਨੇ ਕਿਹਾ, ਇਹੋ ਜਿਹਾ ਬੰਦਾ ਮੈਨੂੰ ਕਦੀ ਮਿਲਿਆ ਨਹੀਂ, ਇੰਨਾ ਵਧੀਆ ਬੰਦਾ, ਇੰਨਾ ਯੋਧਾ ਬੰਦਾ, ਏਡਾ ਦਲੇਰ ਬੰਦਾ। ਉਹਨੇ ਕਿਹਾ, ਬਾਦਸ਼ਾਹ ਸਲਾਮਤ, ਉਹਨੂੰ ਆਪਣੀ ਫੌਜ ਵਿੱਚ ਕਮਾਂਡਰ 'ਚ ਭਰਤੀ ਕਰੋ ਤੇ ਉਹਨੂੰ ਪੰਜਾਬ ਦਾ ਗਵਰਨਰ ਬਣਾਓ, ਤਾਂ ਕਿ ਪੰਜਾਬ ਵਿੱਚੋਂ ਕੱਲ ਨੂੰ ਕੋਈ ਬਗਾਵਤ ਨਾ ਕਰ ਸਕੇ। ਮੁਗਲੀਆ ਸੰਸਲਤ ਦਾ ਇੱਕ ਥੰਮ ਬਣ ਕੇ ਬਣੇ ਦੁੱਲਾ। ਦੁੱਲਾ ਮਾਰਨ ਵਾਲਾ, ਦੁੱਲਾ ਗਵਾਉਣ ਵਾਲੀ ਚੀਜ਼ ਨਹੀਂ। ਪਹਿਲਾਂ ਸ਼ਹਿਜ਼ਾਦਾ ਸਲੀਮ ਨੇ ਤਾਰੀਫ ਕੀਤੀ ਸੀ, ਅੱਜ ਪੁੱਤਰਾਂ ਵਰਗੇ ਉਹਦੇ ਉਸ ਜਰਨੈਲ ਨੇ ਜਿਹਦੇ ਤੇ ਬੜਾ ਮਾਣ ਸੀ ਅਕਬਰ ਨੂੰ, ਅੱਜ ਉਹਨੇ ਵੀ ਤਾਰੀਫ ਕਰ ਦਿੱਤੀ। ਅਕਬਰ ਦਾ ਵੀ ਮਨ ਕੀਤਾ ਕਿ ਕੋਈ ਮੈਂ ਵੀ ਆਪ ਖੁਦ ਦੁੱਲੇ ਨੂੰ ਮਿਲਾਂਗਾ। ਸਮਾਂ ਪਾ ਕੇ ਅਕਬਰ ਲਾਹੌਰ ਪਹੁੰਚਿਆ, ਕਿਉਂਕਿ 15-16 ਸਾਲ ਦੁੱਲੇ ਨੇ ਜਦੋਂ ਟੱਕਰ ਲਾਈ ਰੱਖੀ ਤੇ ਬਾਦਸ਼ਾਹ ਅਕਬਰ ਨੂੰ ਲਾਹੌਰ ਵਿੱਚ ਹਿੰਦੁਸਤਾਨ ਦਾ ਦਾਰੋ ਖਿਲਾਫਾ ਬਣਾਉਣਾ ਕਿਹਾ। 14-15 ਸਾਲ ਲਾਹੌਰ ਨੂੰ ਵੀ ਮੌਕਾ ਮਿਲਿਆ, ਉਹ ਹਿੰਦੁਸਤਾਨ ਦੀ ਰਾਜਧਾਨੀ ਦੇ ਰੂਪ ਵਿੱਚ ਵਿਕਸਿਤ ਹੋਇਆ। ਬਹੁਤੇ ਫੈਸਲੇ ਜਿਹੜੇ ਨੇ ਅਕਬਰ ਨੇ ਦਰਬਾਰ ਲਾ ਕੇ ਲਾਹੌਰ ਦੇ ਕਿਲੇ ਵਿੱਚ, ਹਿੰਦੁਸਤਾਨ ਦੀ ਕਿਸਮਤ ਦੇ ਫੈਸਲੇ ਵੀ ਲਾਹੌਰ ਵਿੱਚ, ਪੰਜਾਬ ਵਿੱਚ ਕੀਤੇ ਗਏ ਤੇ ਲਾਹੌਰ ਵੀ ਹਿੰਦੁਸਤਾਨ ਦੀ ਰਾਜਧਾਨੀ ਬਣਿਆ। ਪੰਜਾਬ ਨੂੰ 2 ਵਾਰ ਮਾਣ ਮਿਲਿਆ। ਅਕਬਰ ਨੇ ਕਲਾ ਨੌਰ ਦੇ ਵਿੱਚ ਇੱਕ ਥੜੇ ਉੱਤੇ ਖਲੋ ਕੇ ਜਦੋਂ ਬਾਦਸ਼ਾਹੀ ਉਹਨੂੰ ਮਿਲੀ, ਜਦੋਂ ਬਹਿਰਮ ਖਾਂ ਨੇ ਉਹਨੂੰ ਬਾਦਸ਼ਾਹ ਅਨਾਉਂਸ ਕੀਤਾ, ਉਹ ਕਲਾ ਨੌਰ ਦੇ ਵਿੱਚ ਇੱਕ ਥੜੇ ਕੱਚੇ ਦੇ ਉੱਤੇ ਖਿਲਾਰ ਕੇ ਉਹਨੂੰ ਬਾਦਸ਼ਾਹ ਬਣਾਇਆ। ਤੇ ਉਹ ਕਲਾ ਨੌਰ ਵੀ ਹਿੰਦੁਸਤਾਨ ਦੀ ਰਾਜਧਾਨੀ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ, ਉਹ ਵੀ ਪੰਜਾਬ ਦਾ ਹਿੱਸਾ ਹੈ। ਉਹ ਭਾਰਤੀ ਪੰਜਾਬ ਵਿੱਚ ਆ ਗਿਆ ਤੇ ਜਿਹੜਾ ਲਾਹੌਰ, ਇਹ ਪਾਕਿਸਤਾਨੀ ਪੰਜਾਬ ਦਾ ਵੱਡਾ ਸ਼ਹਿਰ ਹੈ, ਇਹਨੂੰ ਵੀ ਹਿੰਦੁਸਤਾਨ ਦਾ
ਦਾਰੋ ਖਿਲਾਫਾ ਬਣਨ ਦਾ ਮੌਕਾ ਮਿਲਿਆ। ਇਸ ਤੋਂ ਪਹਿਲਾਂ ਲਾਹੌਰ ਦਾ ਇੱਕ ਕਿਲ੍ਹਾ ਹੀ ਸੀ, ਲੇਕਿਨ ਜਦੋਂ ਅਕਬਰ ਬਾਦਸ਼ਾਹ ਨੇ ਲਾਹੌਰ ਵਿੱਚ ਰਾਜਧਾਨੀ ਲਿਆਂਦੀ ਤੇ ਫਿਰ ਉਸ ਰਾਜਧਾਨੀ ਦੇ ਦਫ਼ਤਰ ਬਣਾਉਣੇ ਪਏ। ਤੁਸੀਂ ਵੇਖਦੇ ਹੋ ਲਾਹੌਰ ਦੇ ਵਿੱਚ ਬਹੁਤ ਸਾਰੀਆਂ ਸੁੰਦਰ ਇਮਾਰਤਾਂ, ਵੱਡੇ ਵੱਡੇ ਮਹਿਲ, ਇਹ ਸਾਰਾ ਕੁਛ ਬਾਗ ਬਗੀਚੇ, ਇਹ ਸਾਰਾ ਉਸ ਵੇਲੇ ਹੀ ਵਿਕਸਿਤ ਹੋਇਆ ਤੇ ਲਾਹੌਰ ਨੂੰ ਡਿਵੈਲਪ ਹੋਣ ਦਾ ਮੌਕਾ ਮਿਲਿਆ। ਇਹਦੀ ਵਜ੍ਹਾ ਵੀ ਦੁੱਲਾ ਭੱਟੀ ਹੈ ਕਿ ਦੁੱਲੇ ਦੇ ਡਰ ਤੋਂ ਅਕਬਰ ਬਾਦਸ਼ਾਹ ਨੂੰ ਲਾਹੌਰ ਆ ਕੇ ਰਹਿਣਾ ਪਿਆ। ਉਹਨੂੰ ਸੈਰ ਵਾਸਤੇ ਬਾਗ ਵੀ ਚਾਹੀਦੇ ਸਨ। ਅਕਬਰ ਬਾਦਸ਼ਾਹ ਨੂੰ ਨਮਾਜ਼ ਵਾਸਤੇ ਬਾਦਸ਼ਾਹੀ ਮਸਜਿਦ ਦੀ ਵੀ ਲੋੜ ਸੀ। ਅਕਬਰ ਬਾਦਸ਼ਾਹ ਦੇ ਦਫ਼ਤਰਾਂ ਵਾਸਤੇ, ਫੌਜੀ ਕਮਾਂਡਰਾਂ ਵਾਸਤੇ, ਘੋੜਿਆਂ ਵਾਸਤੇ, ਉਹਦੀਆਂ ਫੌਜਾਂ ਵਾਸਤੇ ਬਹੁਤ ਸਾਰੀਆਂ ਇਮਾਰਤਾਂ ਦੀ ਲੋੜ ਸੀ। ਦੀਵਾਨੇ ਆਮ, ਦੀਵਾਨੇ ਖਾਸ, ਅਹਿਲਕਾਰਾਂ ਦੇ ਘਰ, ਉਹਨਾਂ ਦੇ ਮਹਿਲ, ਉਹਨਾਂ ਦੀ ਰਿਹਾਇਸ਼ਾਂ, ਇਹ ਸਾਰਾ ਕੁਛ ਅਕਬਰ ਨੂੰ ਨਵੇਂ ਸਿਰੋਂ ਲਾਹੌਰ ਵਿੱਚ ਉਸਾਰਨਾ ਪਿਆ। ਉਹਦੇ ਨਾਲ ਲਾਹੌਰ ਸ਼ਹਿਰ ਦੀ ਖੂਬਸੂਰਤੀ ਬਾਕਮਾਲ ਬਣੀ। ਇਹ ਵੀ ਦੇਣ ਅਸੀਂ ਮੰਨ ਸਕਦੇ ਹਾਂ ਕਿ ਉਸ ਦੁੱਲੇ ਭੱਟੀ ਦੀ ਹੈ। ਲਾਹੌਰ ਪਹੁੰਚਿਆ ਅਕਬਰ। ਅਕਬਰ ਨੇ ਜਦੋਂ ਸ਼ਹਿਜ਼ਾਦਾ ਸਲੀਮ ਨੇ ਉਹਨੂੰ ਸਾਰੀ ਗੱਲ ਸੁਣਾਈ ਸੀ ਕਿ ਮੈਂ ਗਲਤੀ ਦੇ ਨਾਲ ਉਹਦੀ ਸ਼ਿਕਾਰਗਾਹ 'ਚ ਵੜ ਗਿਆ ਸਾਂ, ਸਾਂਦਲ ਬਾਰ ਦੇ ਵਿੱਚ, ਤੇ ਉੱਥੇ ਘੇਰਿਆ ਗਿਆ ਸੀ। ਅਕਬਰ ਬੜਾ ਜੁਗਤੀ, ਬੜਾ ਦਿਮਾਗੀ ਬੰਦਾ ਸੀ। ਉਸਨੇ ਵੀ ਉਹੀ ਰਸਤਾ ਅਪਣਾਇਆ ਦੁੱਲੇ ਨੂੰ ਮਿਲਣ ਦਾ। ਜਦੋਂ ਉਹ ਸਾਂਦਲ ਬਾਰ ਵਿੱਚ ਸ਼ਿਕਾਰ ਦੇ ਬਹਾਨੇ ਵੜਿਆ, ਉਹਨੇ ਫੌਜ ਨੂੰ ਪਿੱਛੇ ਹਟਾਤਾ, ਆਪ ਕੱਲਾ ਅੱਗੇ ਚਲਾ ਗਿਆ। ਅੱਗੇ ਜਾਣ ਲਈ ਉਹਨੇ ਆਪਦੇ ਭੇਸ ਬਦਲਣਾ ਸੀ, ਆਪਦਾ ਸ਼ਾਹੀ ਲਿਬਾਸ ਲਾ ਕੇ ਸਾਦੇ ਲਿਬਾਸ ਵਿੱਚ ਜਾਣਾ ਸੀ, ਲੇਕਿਨ ਜਲਦਬਾਜ਼ੀ ਵਿੱਚ ਉਹ ਉਹਦਾ ਲਿਬਾਸ ਨਾ ਬਦਲ ਸਕਿਆ। ਅਕਬਰ ਬਾਦਸ਼ਾਹ ਉਹਦੇ ਸ਼ਾਹੀ ਲਿਬਾਸ ਵਿੱਚ ਸਾਂਦਲ ਬਾਰ ਵਿੱਚ ਦਾਖਲ ਹੋਇਆ। ਸਾਂਦਲ ਬਾਰ ਦੇ ਸ਼ਿਕਾਰਗਾਹ ਦੇ ਪਹਿਰੇਦਾਰਾਂ ਨੇ, ਦੁੱਲੇ ਦੇ ਕਰਮਚਾਰੀਆਂ ਨੇ ਉਹਨੂੰ ਗ੍ਰਿਫਤਾਰ ਕੀਤਾ ਤੇ ਦੁੱਲੇ ਦੇ ਸਾਹਮਣੇ ਦੀਵਾਨਖਾਨੇ ਵਿੱਚ ਜਾ ਕੇ ਦੁੱਲੇ ਦੇ ਰੂਬਰੂ ਅਕਬਰ ਬਾਦਸ਼ਾਹ ਨੂੰ ਪੇਸ਼ ਕੀਤਾ। ਦੁੱਲੇ ਨੇ ਆਖਿਆ, ਇਹਦੀਆਂ ਬਾਹਾਂ ਖੋਲ ਦਿਓ। ਬਾਹਾਂ ਖੋਲ ਦਿੱਤੀਆਂ। ਦੁੱਲੇ ਨੇ ਆਖਿਆ, ਤੂੰ ਅਕਬਰ ਬਾਦਸ਼ਾਹ ਹੈ? ਅਕਬਰ ਬਾਦਸ਼ਾਹ ਬਹੁਤ ਚਤਰ ਚਲਾਕ ਸੀ, ਕਿਉਂਕਿ ਉਹਦੇ ਕੋਲ ਬਹੁਤ ਜ਼ਿਆਦਾ ਸਿਆਣੇ ਬੰਦੇ 9 ਸਨ, ਜਿਹੜੇ 9 ਰਤਨ ਸਨ, ਜਿਨ੍ਹਾਂ ਦੇ ਨਾਲ ਅਕਸਰ ਉਹ ਸਲਾਹ ਮਸ਼ਵਰਾ ਕਰਦਾ ਰਹਿੰਦਾ ਸੀ। ਬੀਰਬਲ ਵਰਗੇ, ਅਬੂਲ ਫਜ਼ਲ ਵਰਗੇ, ਫੈਜ਼ੀ ਵਰਗੇ, ਇਹ ਏਡੇ ਵੱਡੇ ਦਿਮਾਗਦਾਰ ਬੰਦੇ ਸਨ ਜਿਨ੍ਹਾਂ ਦੇ ਦਿਮਾਗ ਦਾ ਮੁਕਾਬਲਾ ਪੂਰਾ ਦੇਸ਼ ਨਹੀਂ ਸੀ ਕਰ ਸਕਦਾ। ਦੇਸ਼ ਭਰ ਚੋਂ ਚੁਣਿੰਦਾ ਬੰਦੇ ਸਨ। ਉਹਨਾਂ ਦੇ ਵਿੱਚ ਰਹਿਣ ਵਾਲਾ ਅਕਬਰ ਵੀ ਬਹੁਤ ਸਿਆਣਾ ਤੇ ਦਿਮਾਗੀ ਸੀ। ਹੁਣ ਵਾਪਰਿਆ ਇਹ ਕਿ ਬੜੀ ਚਤਰਾਈ ਨਾਲ ਅਕਬਰ ਨੇ ਕਿਹਾ, ਨਹੀਂ, ਮੈਂ ਅਕਬਰ ਨਹੀਂ, ਮੈਂ ਅਕਬਰ ਦੇ ਦਰਬਾਰ ਦਾ ਮਸ਼ਕਰਾ ਹਾਂ। ਮਸ਼ਕਰੇ ਤੋਂ ਭਾਵ ਭੰਡ, ਹਾਸ ਰਸ ਵਾਲਾ ਬੰਦਾ। ਸ਼ਾਹੀ ਦਰਬਾਰਾਂ ਦੇ ਵਿੱਚ ਕਵੀ ਵੀ ਹੁੰਦੇ ਨੇ, ਸ਼ਾਹੀ ਦਰਬਾਰਾਂ ਦੇ ਵਿੱਚ ਗਾਇਕ ਵੀ ਹੁੰਦੇ ਨੇ, ਸ਼ਾਹੀ ਦਰਬਾਰਾਂ ਦੇ ਵਿੱਚ ਮਸ਼ਕਰੇ ਭੰਡ ਵੀ ਰੱਖੇ ਹੁੰਦੇ ਨੇ, ਭਰਤੀ ਕੀਤੇ ਹੁੰਦੇ ਨੇ, ਕਿਉਂਕਿ ਕਿਸੇ ਵੇਲੇ ਸ਼ਾਹੀ ਦਰਬਾਰ ਦੇ ਵਿੱਚ ਕਿਸੇ ਚੱਟ ਖਸਨਾ ਖੇਡਣਾ ਹੋਵੇ, ਕੋਈ ਪ੍ਰੋਗਰਾਮ ਕਰਨਾ ਹੋਵੇ, ਕੋਈ ਇਸ ਤਰ੍ਹਾਂ ਕਰਨਾ ਹੋਵੇ, ਤਾਂ ਇਹ ਸਾਰੇ ਕਿਸਮ ਦੇ ਲੋਕ ਉਹਦੇ 'ਚ ਭਰਤੀ ਹੁੰਦੇ ਨੇ। ਉਹਨੇ ਕਿਹਾ, ਤੇਰਾ ਲਿਬਾਸ ਤਾਂ ਬਾਦਸ਼ਾਹਾਂ ਵਾਲਾ ਹੈ, ਤੂੰ ਕਹਿੰਦਾ ਮੈਂ ਸ਼ਾਹੀ ਮਸ਼ਕਰਾ। ਅਕਬਰ ਨੇ ਬੜੀ ਪੇਸ਼ਕਦਮੀ ਨਾਲ ਗੱਲ ਕੀਤੀ। ਕਹਿਣ ਲੱਗਾ, ਦੁੱਲਿਆ, ਮੈਂ ਸ਼ਾਹੀ ਮਸ਼ਕਰਾ ਤਾਂ ਹੈਗਾ, ਪਰ ਮੈਂ ਸ਼ਹਿਨਸ਼ਾਹ ਸਲਾਮਤ ਜਦੋਂ ਜਿਹੜਾ ਲਿਬਾਸ ਪੁਰਾਣਾ ਹੋ ਜਾਂਦਾ, ਜਦੋਂ ਉਹ ਉਤਾਰ ਦਿੰਦੇ ਨੇ, ਮੈਂ ਉਹਨਾਂ ਕੋਲੋਂ ਮੰਗ ਲੈਣਾ ਤੇ ਮੈਂ ਉਹਨਾਂ ਕੋਲੋਂ ਲੈ ਕੇ ਫਿਰ ਪਾ ਲੈਣਾ। ਮੈਂ ਬਾਦਸ਼ਾਹ ਸਲਾਮਤ ਕੋਲੋਂ ਇਹ ਆਗਿਆ ਲਈ ਹੋਈ ਏ ਕਿ ਮੈਂ ਉਹਦਾ ਲਿਬਾਸ ਪਾ ਸਕਣਾ ਤੇ ਮੈਂ ਉਹਦੀ ਮਨ ਦੀ ਖੁਸ਼ੀ ਪੂਰੀ ਕਰ ਲੈਣਾ। ਮੈਂ ਲਿਬਾਸ ਪਾ ਕੇ ਆਪਣੇ ਆਪ ਨੂੰ ਬਾਦਸ਼ਾਹ ਸਮਝਣਾ, ਇਹ ਮੇਰੇ ਦਿਲ ਦਾ ਸ਼ੌਂਕ ਹੈ, ਇਹ ਮੇਰਾ ਇੱਕ ਅੰਦਾਜ਼ ਹੈ, ਪਰ ਮੈਂ ਅਕਬਰ ਬਾਦਸ਼ਾਹ ਨਹੀਂ। ਮੈਂ ਗਲਤੀ ਦੇ ਨਾਲ ਤੇਰੀ ਸ਼ਿਕਾਰਗਾਹ 'ਚ ਵੜ ਆਇਆ ਤੇ ਇਸ ਗੱਲ ਦੀ ਮੈਨੂੰ ਬੜਾ ਦੁੱਖ ਹੈ। ਮੈਂ ਉਸ ਗੱਲ ਦੀ ਮਾਫੀ ਚਾਹੁੰਦਾ ਤੇ ਤੂੰ ਮੈਨੂੰ ਮਾਫ ਕਰ। ਕਹਿੰਦੇ ਦੁੱਲੇ ਦੇ ਵਿੱਚ ਜੋਸ਼ ਭਰ ਆਇਆ। ਕਹਿਣ ਲੱਗਾ ਕਿ ਹੈ ਤਾਂ ਤੂੰ ਬਾਦਸ਼ਾਹ,
पर मेरे को इस वेले सबूत नहीं है कि तू अकबर बादशाह है। ते जे मैं तेरी गल मन लवां कि तू शाही दरबार दा एक भंड है ते एक गरीब बंदा है, ते जे मैं तेरी गल नूं सच मनना ते मेरे हत्थों किसी गरीब दा नजायज कतल हो जाए, वो मेरी जमीर इजाजत नहीं देंदी। मैं किसी नजायज किसी बंदे दा खून कदी नहीं वाड़ूंगा। मैं तेनू माफ करना, पर जे तू अकबर बादशाह है बजाते खुद, ते फिर ये सोच कि हिंदुस्तान दा शहनशाह एक मामूली जिमीदार दे कोल आके माफी भी मंग रहा है ते गलती भी मंग रहा है, मन रहा है, ते इस तो वड्डी तेरी तौहीन तेरी बेइज्जती कोई होर हो नहीं सकदी। ते जे बादशाह राजे महाराजियां दी जे बेइज्जती हो जाए, फिर उन्हां दी बेइज्जती उन्हां दी मौत तो भी वध हुंदी। ते जे तू सचमुच बादशाह अकबर है ते तू माफी मंगी है मेरे कोलों ते जान बख्शी दे तरले ले रहे हैं, ते फिर तेरी इस तो वड्डी होर बदकिस्मती ते बेइज्जती की हो सकदी है। जा तेनू माफ किता। जदों माफी मिली वापस परतिया ते वाकया ही अकबर ने आख्या कि वाकई दुल्ला दुल्ला ही है, ते दुल्ले दी मां ने दुल्ले नूं जम्मिया। उन्हें इलाके दे सारे बहुत 12 लाहौर दियां नूं 12 दियां नूं आख्या कि दुल्ले नूं मेरे नाल दोस्ती लई मनाओ। लाहौर दरबार दे एहलकारां ने आके दुल्ले नूं कहा कि तेनू शहनशाह अकबर याद करता है। दुल्ले ने आख्या नहीं, वो आपदे देश दा बादशाह है, मैं आपदी बार दा बादशाह हाँ। मैं ਉਹਦੇ ਕੋਲ ਚੱਲ ਕੇ ਨਹੀਂ ਜਾਵਾਂਗਾ ਕਿਉਂਕਿ ਮੇਰੇ ਅੱਗੇ ਇਤਿਹਾਸ ਗਵਾਹ ਹੈ, ਮੇਰਾ ਬਾਪ ਮੇਰਾ ਦਾਦਾ ਉਹ ਵੀ ਉਹਨੇ ਗੱਲਬਾਤ ਲਈ ਸੱਦੇ ਸੀ ਤੇ ਫਿਰ ਉਹਨੇ ਧੋਖੇ ਨਾਲ ਉਹਨਾਂ ਦਾ ਕਤਲ ਕਰ ਦਿੱਤਾ ਸੀ। ਉਹ ਧੋਖੇਬਾਜ਼ ਹੈ। ਜੇ ਉਹਦੇ 'ਚ ਦਮ ਹੈ ਤੇ ਜੇ ਉਹਨੇ ਮੈਨੂੰ ਮਿਲਣਾ ਵੀ ਹੈ ਤੇ ਮੈਨੂੰ ਆ ਕੇ ਮੇਰੀ ਬਾਰ ਵਿੱਚ ਮੇਰੇ ਮਹਿਮਾਨਖਾਨੇ 'ਚ ਮਿਲੇ, ਮੈਂ ਉਹਦੀ ਇੱਜ਼ਤ ਕਰਾਂਗਾ। ਤੇ ਜੇ ਉਹਨੇ ਮੇਰਾ ਕਤਲ ਕਰਨਾ ਹੈ ਤੇ ਉਹਨੂੰ ਚਾਹੀਦਾ ਹੈ ਮੈਦਾਨੇ ਜੰਗ ਵਿੱਚ ਆਪ ਤਲਵਾਰ ਲੈ ਕੇ ਆਵੇ ਤੇ ਅਸੀਂ ਦੋਵੇਂ ਹੱਥੋਂ ਹੱਥੀ ਲੜਾਂਗੇ। ਜੇ ਜਿੱਤ ਹਾਰ ਉਸ ਮਾਲਕ ਪਰਵਰਦਿਗਾਰ ਦੇ ਹੱਥ ਹੋਵੇਗੀ। ਜੇ ਉਹ ਹਿੰਦੁਸਤਾਨ ਦਾ ਬਾਦਸ਼ਾਹ ਹੈ ਤੇ ਮੈਂ ਉਹਦੀ ਬਾਰ ਦਾ ਬਾਦਸ਼ਾਹ ਹਾਂ, ਮੈਂ ਕਹਿ ਦਿਓ ਉਹਨੂੰ ਜਾ ਕੇ ਕਿ ਮੈਂ ਉਹਨੂੰ ਨਹੀਂ ਮਿਲਣਾ। ਬਾਦਸ਼ਾਹ ਦੇ ਗਏ ਹੁਕਮ ਨੂੰ ਠੁਕਰਾ ਦੇਣਾ ਬੜੀ ਵੱਡੀ ਗੱਲ ਹੁੰਦੀ। ਬਾਦਸ਼ਾਹ ਨੂੰ ਜਦੋਂ ਇਹ ਗੱਲ ਆ ਕੇ ਉਹਨੇ ਦੱਸੀ, ਅਕਬਰ ਨੂੰ ਅੱਗ ਲੱਗ ਉੱਠੀ, ਬੜੇ ਗੁੱਸੇ 'ਚ ਆ ਗਿਆ। ਅਕਬਰ ਨੇ ਮਨ ਬਣਾ ਲਿਆ ਕਿ ਇਸ ਨੂੰ ਵੀ ਇਹਨਾਂ ਦੇ ਬਾਪ ਤੇ ਦਾਦੇ ਦੇ ਰਸਤੇ ਤੋਰ ਦਿੱਤਾ ਜਾਏ। ਉਸ ਤੇ ਫਿਰ ਉਹਨੇ ਇੱਕ ਨੀਤੀ ਤੋਂ ਕੰਮ ਲਿਆ। ਜਿਹੜੇ ਦੁੱਲੇ ਦੇ ਸਿਪਾਰਸ਼ੀ ਸੀ ਨਾ, ਸ਼ਹਿਜ਼ਾਦਾ ਸਲੀਮ ਤੇ ਮਿਰਜ਼ਾ ਨਿਜ਼ਾਮਦੀਨ, ਉਹਨੇ ਉਹਨਾਂ ਨੂੰ ਵਿਚੋਲੇ ਬਣਾਇਆ। ਉਹਨੇ ਕਿਹਾ ਜਾਓ ਤੁਸੀਂ ਉਹਦੀ ਦਮ ਭਰਦੇ ਹੋ, ਉਹਦੀ ਸਿਫਾਰਿਸ਼ ਕਰਦੇ ਹੋ। ਤੁਸੀਂ ਮੈਨੂੰ ਕਿਹਾ ਸੀ ਕਿ ਉਹਨੂੰ ਅਹਿਲਕਾਰ ਲਾ ਲਓ, ਤੁਸੀਂ ਮੈਨੂੰ ਕਿਹਾ ਸੀ ਉਹਨੂੰ ਫੌਜ ਵਿੱਚ ਅਫਸਰ ਬਣਾ ਲਓ। ਜਾਓ ਮੇਰੇ ਵੱਲੋਂ ਉਹਨੂੰ ਆਫਰ ਕਰੋ ਕਿ ਮੈਂ ਉਹਨੂੰ ਲਾਹੌਰ ਦਾ ਸੂਬੇਦਾਰ ਲਾਉਣਾ, ਮੈਂ ਉਹਨੂੰ ਮੁਲਤਾਨ ਦਾ ਸੂਬੇਦਾਰ ਲਾਉਣਾ। ਜੇ ਫਿਰ ਵੀ ਨਾ ਮੰਨੇ ਤੇ ਲਾਹੌਰ ਤੇ ਮੁਲਤਾਨ ਦੋਵਾਂ ਸੂਬਿਆਂ ਦਾ ਸੂਬੇਦਾਰ ਹੁਣੇ ਲਾਉਣਾ। ਜਾਓ ਉਹਨੂੰ ਲੈ ਕੇ ਆਓ। ਉਹਨਾਂ ਦੋਵਾਂ ਨੂੰ ਚਾਅ ਚੜ ਗਿਆ। ਉਹ ਕਹਿੰਦੇ ਉਹਨੂੰ ਲੈਣ ਆ ਗਏ। ਉਹਨਾਂ ਨੇ ਆ ਕੇ ਦੁੱਲੇ ਨੂੰ ਮਨਾਇਆ। ਉਹਨੇ ਕਿਹਾ ਅਸੀਂ ਜ਼ਿੰਮੇਵਾਰ ਹਾਂ, ਤੂੰ ਸਾਡੇ ਨਾਲ ਚੱਲ, ਇੱਕ ਵਾਰੀ ਗੱਲ ਤਾਂ ਕਰੀਏ। ਰਸਤੇ ਵਿੱਚ ਮਿਰਜ਼ਾ ਨਿਜ਼ਾਮੁਦੀਨ ਤੇ ਸਲੀਮ ਨੇ ਸਲਾਹ ਕੀਤੀ ਕਿ ਦੁੱਲੇ ਨੇ ਅੱਬਾ ਜਾਨ ਦੇ ਅੱਗੇ ਸਿਰ ਨਹੀਂ ਝੁਕਾਉਣਾ ਤੇ ਦਰਬਾਰ ਵਿੱਚ ਬੈਠੇ ਬਾਦਸ਼ਾਹ ਦੀ ਵੱਡੀ ਬੇਇੱਜ਼ਤੀ ਹੋ ਜਾਣੀ ਹੈ ਤੇ ਇਹਦਾ ਉਹੀ ਕੰਮ ਬਣ ਜਾਣਾ ਜਿਹੜਾ ਇਹਦੇ ਬਾਪ ਦਾ ਤੇ ਦਾਦੇ ਦਾ ਬਣਿਆ ਹੈ। ਤੇ ਇਹ ਆਪਣਾ ਮਿੱਤਰ ਹੈ ਤੇ ਇਹਨੇ ਆਪਾਂ ਨੂੰ ਆਪਣੀ ਜਾਨ ਬਖਸ਼ੀ ਹੈ। ਇਹਦੀ ਬਦੌਲਤ ਅੱਜ ਆਪਾਂ ਜਿਉਣੇ ਪਏ ਆ। ਤੇ ਜੇ ਆਪਾਂ ਲਿਜਾ ਕੇ ਇਹਨੂੰ ਉੱਥੇ ਮਰਵਾ ਦਈਏ ਤੇ ਆਪਣੇ ਵਰਗਾ ਗੁਨਾਹਗਾਰ ਹੋਰ ਕੋਈ ਹੋ ਨਹੀਂ ਸਕਦਾ। ਆਪਾਂ ਆਪਣੇ ਆਪ ਨੂੰ ਜ਼ਿੰਦਗੀ ਭਰ ਮਾਫ ਨਹੀਂ ਕਰ ਸਕਾਂਗੇ।
ਉਹਨੇ ਇਹ ਗੱਲ ਕਹੀ ਕਿ ਦੁੱਲਿਆ, ਜਿਵੇਂ ਅਸੀਂ ਬਣਾਂਗੇ ਨਾ ਗੇਟ 'ਚ, ਸਾਨੂੰ ਵੇਖ ਕੇ ਉਵੇਂ ਹੀ ਤੂੰ ਬਣਨਾ ਹੈ। ਅਕਬਰ ਨੇ ਵੱਡਾ ਦਰਵਾਜ਼ਾ ਬੰਦ ਕੀਤਾ ਸੀ, ਬਾਰੀ ਖੋਲੀ ਸੀ। ਇਹ ਜਦੋਂ ਬਾਰੀ ਵਿੱਚੋਂ ਵੜੇ, ਇਹਨਾਂ ਨੇ ਅਗਲੇ ਪਾਸੇ ਸਿਰ ਲੰਘਾਇਆ, ਉਹ ਸਿਰ ਆਪਣੇ ਆਪ ਝੁਕ ਜਾਂਦਾ ਹੈ। ਝੁਕ ਕੇ ਫੇਰ ਅੱਗੇ ਵੜੇ, ਉਹਦੇ ਨਾਲ ਆਪਣੇ ਆਪ ਹੀ ਹੋ ਗਿਆ ਵੀ ਇਹਨਾਂ ਨੇ ਸਿਰ ਝੁਕਾਤਾ। ਦੁੱਲੇ ਨੂੰ ਇਹ ਗੱਲ ਸਮਝਦਿਆਂ ਕੋਈ ਬਹੁਤ ਦੇਰ ਨਾ ਲੱਗੀ। ਦੁੱਲਾ ਬਹੁਤ ਚਲਾਕ ਸੀ। ਜਦੋਂ ਦੁੱਲਾ ਉੱਥੇ ਪਹੁੰਚਿਆ ਤੇ ਦੁੱਲੇ ਨੇ ਸਭ ਤੋਂ ਪਹਿਲਾਂ ਉਹਦੀਆਂ ਲੱਤਾਂ ਅੱਗੇ ਟਪਾਈਆਂ ਤੇ ਫਿਰ ਬਾਕੀ ਦਾ ਧੜ ਟਪਾਇਆ। ਯਾਨੀ ਦੁੱਲੇ ਨੇ ਬਾਦਸ਼ਾਹ ਨੂੰ ਸਿਰ ਝੁਕਾਉਣ ਦੀ ਬਜਾਏ ਆਪਦੇ ਪੈਰ ਦੀ ਜੁੱਤੀ ਵਿਖਾਈ। ਅਕਬਰ ਬਾਦਸ਼ਾਹ ਇਹ ਸਾਰੀ ਗੱਲ ਵਾਚਦਾ ਪਿਆ ਸੀ। ਦੁੱਲੇ ਦੇ ਨਾਲ ਦੁਬਾਰਾ ਮੀਟਿੰਗ ਹੋਈ, ਗੱਲਬਾਤ ਹੋਈ। ਉਹਨੇ ਕਿਹਾ, ਤੂੰ ਨਾ ਲੜ, ਨਾ ਮਰ, ਜਾਨ ਨਾ ਗਵਾ, ਇਵੇਂ ਨਾ ਕਰ। ਤੂੰ ਸਰਕਾਰ ਦਾ ਟੈਕਸ ਦੇ, ਸਰਕਾਰ ਨਾਲ ਰਲ ਕੇ ਚੱਲ, ਤੇ ਤੂੰ ਆਪਦੀ ਮਨ ਭਾਉਂਦਾ ਰੁਤਬਾ ਮਾਨ, ਮੈਂ ਤੈਨੂੰ ਲਾਹੌਰ ਦਾ ਗਵਰਨਰ ਬਣਾਉਣਾ ਹੈ, ਮੈਂ ਤੈਨੂੰ ਲਾਹੌਰ ਦਾ ਸੂਬੇਦਾਰ ਬਣਾਉਣਾ, ਮੈਂ ਤੈਨੂੰ ਮੁਲਤਾਨ ਦਾ ਸੂਬੇਦਾਰ ਬਣਾਉਣਾ। ਜੇ ਦੋਵੇਂ ਚਾਹੁੰਦੇ ਤੇ ਦੋਵਾਂ ਦਾ ਸੂਬੇਦਾਰ ਬਣਾਉਣਾ। ਜੇ ਸਾਰਾ ਪੰਜਾਬ ਚਾਹੁੰਦੇ, ਮੈਂ ਤੈਨੂੰ ਸਾਰਾ ਪੰਜਾਬ ਦਾ ਸੂਬੇਦਾਰ ਬਣਾਉਣਾ। ਪਰ ਇਹਦੇ ਲਈ ਤੈਨੂੰ ਇਹ ਮੰਨਣਾ ਪਏਗਾ ਕਿ ਮੈਂ ਬਾਦਸ਼ਾਹ ਹਾਂ ਤੇ ਤੈਨੂੰ ਮੈਨੂੰ ਸਜਦਾ ਕਰਨਾ ਪਏਗਾ ਤੇ ਮੇਰੇ ਹੁਕਮ ਦੀ ਪਾਲਣਾ ਕਰਨੀ ਪਏਗੀ। ਤੇ ਮੇਰੇ ਹੁਕਮ ਦੀ ਪਾਲਣਾ ਸਭ ਤੋਂ ਪਹਿਲਾਂ ਤੂੰ ਸੰਦਲ ਬਾਰ ਦਾ ਟੈਕਸ ਅਦਾ ਕਰਕੇ ਦੇਵੇਂਗਾ ਤੇ ਦੂਸਰਾ ਤੂੰ ਦੀਨੇ ਇਲਾਹੀ ਨੂੰ ਮੰਨ ਲਏਗਾ ਤੇ ਇਹਦੇ ਇਵਜ਼ ਚ ਮੈਂ ਤੈਨੂੰ ਪੰਜਾਬ ਦਾ ਸੂਬੇਦਾਰ, ਪੰਜਾਬ ਦਾ ਬਾਦਸ਼ਾਹ ਬਣਾ ਦੇ। ਦੁੱਲੇ ਨੇ ਆਖਿਆ, ਬਾਦਸ਼ਾਹ ਸਲਾਮਤ, ਮੈਨੂੰ ਇਹ ਤੇਰੀਆਂ ਸ਼ਰਤਾਂ ਮਨਜ਼ੂਰ ਨਹੀਂ। ਨਾ ਤਾਂ ਮੈਂ ਟੈਕਸ ਦੇਣਾ, ਨਾ ਮੈਂ ਦੀਨੇ ਇਲਾਹੀ ਨੂੰ ਮੰਨਣਾ, ਕਿਉਂਕਿ ਮੈਂ ਜਿਨ੍ਹਾਂ ਦੇ ਵਿੱਚੋਂ ਪੈਦਾ ਹੋਇਆ, ਜਿਹੜੇ ਮੇਰੇ ਬਾਪ ਦਾਦਿਆਂ ਦਾ ਖੂਨ ਮੇਰੀਆਂ ਰਗਾਂ 'ਚ ਦੌੜ ਰਿਹਾ ਹੈ, ਅੱਜ ਮੈਂ ਉਹਨੂੰ ਇੱਕ ਰਾਜਪੂਤ ਹੋ ਕੇ ਉਹਨਾਂ ਨੂੰ ਲਾਜ ਨਹੀਂ ਲਾ ਸਕਦਾ ਲਾਲਚ ਵਿੱਚ ਆ ਕੇ। ਮੈਨੂੰ